ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭਰਾ ਮਿਲ ਕੇ ਭੈਣਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜਾਚ ਸਿੱਖਣ ਦਾ ਯਤਨ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ, ਰਾਹੋਂ ਵਾਲੀ ਪੰਕਤੀ ਵਿੱਚ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਯਾਨੀ ਸਾਰੇ ਸੁੱਖਾਂ ਦਾ ਜੋ ਰਾਜ ਹੈ, ਸਾਰੇ ਸੁੱਖਾਂ ਦਾ ਸ੍ਰੇਸ਼ਟ ਸੁੱਖ ਹੈ, ਉਹ ਪ੍ਰਭੂ ਦੇ ਹੁਕਮ ਦੇ ਵਿੱਚ ਹੈ, ਪ੍ਰਭੂ ਦੇ ਗੁਣਾਂ ਵਿੱਚ ਹੈ। ਪ੍ਰਭੂ ਦੇ ਗੁਣ, ਪ੍ਰਭੂ ਦਾ ਨਾਮ, ਪ੍ਰਭੂ ਦਾ ਹੁਕਮ ਸਾਰੇ ਸੁੱਖਾਂ ਦਾ ਰਾਜ ਹੈ। ਔਰ ਇਹ ਪ੍ਰਭੂ ਦੇ ਜੋ ਗੁਣ ਨੇ, ਹੁਕਮ ਹੈ, ਇਹ ਜੇ ਰੱਬ ਦੇ ਜੋ ਪਿਆਰੇ ਨੇ ਉਹਨਾਂ ਦੇ ਮਨ ਦੇ ਵਿੱਚ ਵਿਸ਼ਰਾਮ ਕਰਦਾ ਹੈ। ਭਾਵ ਕਿ ਪ੍ਰਭੂ ਦੇ ਪਿਆਰਿਆਂ ਨੇ ਆਪਣੇ ਹਿਰਦੇ ਵਿੱਚ, ਆਪਣੀ ਸੋਚ ਦੇ ਅੰਦਰ ਇਹਨਾਂ ਰੱਬੀ ਗੁਣਾਂ ਨੂੰ ਵਸਾਇਆ ਹੈ। ਹੁਣ ਇਹਨਾਂ ਗੁਣਾਂ ਰਾਹੀਂ ਰੱਬ ਦਾ ਜੋ ਸਿਮਰਨ ਦਾ ਮਤਲਬ ਯਾਦ, ਰੱਬੀ ਯਾਦ ਰਾਹੀਂ ਸਾਨੂੰ ਕੀ ਕੁਛ ਮਿਲਦਾ ਹੈ। ਗੁਰੂ ਜੀ ਬਚਨ ਕਰਦੇ ਹਨ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਰਿੱਧ ਦਾ ਮਤਲਬ ਮਾਨਸਿਕ ਤਾਕਤਾਂ ਜੋ ਨੇ, ਤੇ ਸਿਮਰਨ ਦੇ ਨੰਨੇ ਨਾਲ ਇੱਥੇ ਸਿਹਾਰੀ ਹੈ, ਜਿਸ ਦਾ ਮਤਲਬ ਸਿਮਰਨ ਵਿੱਚ। ਕਿ ਪ੍ਰਭੂ ਦੇ ਸਿਮਰਨ ਵਿੱਚ, ਸਿਮਰਨ ਦਾ ਮਤਲਬ ਯਾਦ, ਰੱਬੀ ਯਾਦ ਵਿੱਚ ਹੀ ਰਿੱਧੀਆਂ ਸਿੱਧੀਆਂ ਔਰ ਸਾਰੇ ਸੁੱਖਾਂ ਦੇ ਧਨ ਆਦਿਕ ਦੇ ਖਜ਼ਾਨੇ। ਪ੍ਰਭੂ ਦੇ ਸਿਮਰਨ ਵਿੱਚ ਹੀ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਸਾਰੇ ਖਜ਼ਾਨੇ ਨੇ। ਭਾਵ ਕਿ ਪ੍ਰਭੂ ਦਾ ਜੋ ਸਿਮਰਨ, ਪ੍ਰਭੂ ਦੀ ਜੋ ਯਾਦ ਹੈ, ਇਹੀ ਰਿੱਧ ਸਿੱਧ ਨਵ ਨਿਧ ਹੈ। ਜੇ ਅਸੀਂ ਪ੍ਰਭੂ ਨੂੰ ਯਾਦ ਵਿੱਚ ਵਸਾਉਂਦੇ ਹਾਂ, ਰੱਬੀ ਗੁਣਾਂ ਨੂੰ ਆਪਣੀ ਯਾਦ ਵਿੱਚ ਵਸਾਉਂਦੇ ਹਾਂ, ਜਿਵੇਂ ਕਿ ਇੱਕ ਓੰਕਾਰ ਪ੍ਰਭੂ ਦਾ ਨਾਮ ਹੈ, ਪ੍ਰਭੂ ਦਾ ਗੁਣ ਹੈ ਸਰਬ ਵਿਆਪਕ। ਤੇ ਜੇ ਸਰਬ ਵਿਆਪਕਤਾ ਦੇ ਗੁਣ ਨੂੰ ਮਨ ਵਿੱਚ ਵਸਾ ਲਿਆ ਜਾਏ ਔਰ ਇਸ ਗੁਣ ਦੇ ਉੱਤੇ ਅਮਲ ਕੀਤਾ ਜਾਏ, ਹਰ ਥਾਂ ਤੇ ਰੱਬ ਨੂੰ ਵੇਖਿਆ ਜਾਏ, ਹਰ ਇਨਸਾਨ ਦੇ ਨਾਲ ਪ੍ਰਭੂ ਵਰਗਾ ਪਿਆਰ, ਵਿਹਾਰ, ਸਤਿਕਾਰ ਕੀਤਾ ਜਾਏ, ਤਾਂ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਸਕਦੀ ਹੈ। ਪ੍ਰਭੂ ਦਾ ਨਾਮ ਹੈ ਸਤਨਾਮ, ਸੱਚਾਈ ਰੱਬ ਦਾ ਨਾਮ ਹੈ ਸਤਨਾਮ ਤੇਰਾ ਪਰਾ। ਜੇ ਸੱਚ ਨੂੰ ਆਪਣੀ ਯਾਦ ਵਿੱਚ ਵਸਾ ਲਿਆ ਜਾਏ ਤੇ ਬੰਦਾ ਮਨ ਸੁੱਖਾਂ ਦਾ ਸਾਧਨ ਹੈ। ਇਸੇ ਤਰ੍ਹਾਂ ਹੀ ਨਿਰਭੈਤਾ, ਨਿਰਵੈਰਤਾ, ਇਹ ਸਾਰੇ ਗੁਣ ਜੇ ਸਾਡੀ ਯਾਦ ਦੇ ਅੰਦਰ ਵਸ ਜਾਣ ਤਾਂ ਇਹੀ ਸਾਰੇ ਸੁੱਖਾਂ ਦਾ ਸਾਧਨ ਨੇ। ਕਿਉਂਕਿ ਲੋਕ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਦੇ ਵਿੱਚੋਂ ਸੁੱਖ ਪਾਲਦੇ ਨੇ, ਲੇਕਿਨ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਰਾਹੀਂ ਸੁੱਖ ਬੰਦੇ ਨੂੰ ਮਿਲਦਾ ਨਹੀਂ, ਕਿਉਂਕਿ ਇਹਨਾਂ ਰਾਹੀਂ ਸਾਧਨ ਤਾਂ ਮਿਲ ਜਾਣਗੇ। ਇਹ ਸਾਧਨ ਅਸੀਂ ਵੇਖਦੇ ਹਾਂ ਕਿ ਹਰ ਇਨਸਾਨ ਦੇ ਕੋਲ ਸਾਧਨ ਤਾਂ ਹੈ ਨੇ, ਘਰ ਮਕਾਨ ਹੈ, ਧੀਆਂ ਪੁੱਤਰ ਨੇ, ਜ਼ਮੀਨ ਜਾਇਦਾਦ ਹੈ, ਧਨ ਦੌਲਤ ਹੈ, ਗਿਆਨ ਵਗੈਰਾ ਵਗੈਰਾ ਸਾਰਾ ਕੁਝ ਹੈ। ਪਰ ਇਹ ਸਾਰਾ ਕੁਝ ਹੁੰਦਿਆਂ ਵੀ ਮਨੁੱਖ ਸੁਖੀ ਨਹੀਂ, ਤਾਂ ਉਹਦਾ ਰੀਜ਼ਨ ਇਹ ਹੈ ਕਿ ਇਹਦੇ ਅੰਦਰ ਰੱਬੀ ਗੁਣ ਨਹੀਂ ਹੈ, ਇਹ ਰੱਬੀ ਹੁਕਮ ਦੇ ਅੰਦਰ ਨਹੀਂ ਚੱਲ ਰਿਹਾ। ਔਰ ਰੱਬੀ ਹੁਕਮ ਦੇ ਅੰਦਰ ਹੀ ਸਾਰੇ ਸੁੱਖ ਨੇ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸਿਮਰਨ ਵਿੱਚ ਯਾਨੀ ਰੱਬੀ ਯਾਦ ਵਿੱਚ ਗਿਆਨ ਹੈ, ਧਿਆਨ ਦਾ ਮਤਲਬ ਸੁਰਤ ਦਾ ਟਿਕਾਓ ਹੈ, ਔਰ ਤਤ ਬੁੱਧ ਦਾ ਮਤਲਬ ਜਗਤ ਦੇ ਮੂਲ ਹਰੀ ਦੀ ਸਮਝ ਵਾਲੀ ਬੁੱਧ ਹੈ। ਇਹ ਕਿਸ ਵਿੱਚ ਹੈ? ਰੱਬ ਦੀ ਯਾਦ ਵਿੱਚ। ਜੇ ਰੱਬ ਸਾਡੀ ਯਾਦ ਵਿੱਚ ਹੈ, ਜੇ ਰੱਬ ਦਾ ਹੁਕਮ ਸਾਡੀ ਯਾਦ ਵਿੱਚ ਹੈ, ਜੇ ਸਾਡੀ ਸੁਰਤ ਰੱਬੀ ਹੁਕਮ ਦੇ ਨਾਲ ਜੁੜੀ ਹੈ, ਤਾਂ ਉਹਦੇ ਵਿੱਚ ਹੀ ਸਾਰੇ ਗਿਆਨ ਧਿਆਨ ਔਰ ਤਤ ਬੁੱਧ ਨੇ। ਕਿਉਂਕਿ ਇਹ ਸਾਰੇ ਗਿਆਨ ਧਿਆਨ ਤਾਂ ਹੀ ਸਫਲ ਨੇ ਜੇ ਅਸੀਂ ਪ੍ਰਭੂ ਦੇ ਹੁਕਮ ਨੂੰ ਮੰਨਦੇ ਹਾਂ। ਜੇ ਕੋਈ ਬੰਦਾ ਗਿਆਨ ਰਾਹੀਂ, ਗਿਆਨ ਬੰਦੇ ਦੇ ਕੋਲ ਹੋਵੇ, ਪਰ ਉਸ ਗਿਆਨ ਦੀ ਵਰਤੋਂ
ਰੱਬ ਦੇ ਸਿਸਟਮ ਨੂੰ ਮੰਨਣ ਵਾਸਤੇ ਨਾ ਕਰੇ ਤੇ ਸਿਸਟਮ ਤੋਂ ਉਲਟ ਚੱਲੇ ਤਾਂ ਕੀ ਕੋਈ ਗਿਆਨਵਾਨ ਇਨਸਾਨ ਸੁਖੀ ਔਰ ਸ਼ਾਂਤ ਰਹਿ ਸਕਦਾ ਹੈ? ਫਾਰ ਐਗਜ਼ਾਮਪਲ, ਅੱਜ ਸੂਰਜ 6 ਵਜੇ ਨਿਕਲਿਆ ਔਰ ਸ਼ਾਮ 6 ਵਜੇ ਉਹਨੇ ਛਿਪ ਜਾਣਾ ਹੈ। ਤੇ ਜੇ ਹੁਣ ਕੋਈ ਬਹੁਤ ਗਿਆਨਵਾਨ ਇਨਸਾਨ ਹੋਵੇ ਤਾਂ ਉਹ ਆਪਣੇ ਗਿਆਨ ਦੇ ਨਾਲ ਕੀ ਸੂਰਜ ਨੂੰ ਛਿਪਣ ਤੋਂ ਰੋਕ ਸਕਦਾ ਹੈ, ਜਾਂ ਆਪਣੇ ਗਿਆਨ ਰਾਹੀਂ ਕੱਲ ਜੋ ਬੀਤ ਗਿਆ ਸਮਾਂ ਹੈ ਉਹਨੂੰ ਵਾਪਸ ਲਿਆ ਸਕਦਾ ਹੈ? ਯਾਨੀ ਸਿਸਟਮ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। ਤਾਂ ਗਿਆਨ ਦੀ ਵਰਤੋਂ ਜੇ ਰੱਬੀ ਹੁਕਮ ਨੂੰ ਮੰਨਣ ਵਾਸਤੇ ਕੀਤੀ ਜਾਂਦੀ ਹੈ ਤਾਂ ਫਿਰ ਤਾਂ ਸੁਖ ਸ਼ਾਂਤੀ ਹੈ। ਤੇ ਜੇ ਬੰਦਾ ਰੱਬੀ ਹੁਕਮ ਮੁਤਾਬਕ ਨਹੀਂ ਚੱਲਦਾ, ਰਜਾ ਵਿੱਚ ਨਹੀਂ ਤੁਰਦਾ, ਜੋ ਵੇ ਆਫ ਲਾਈਫ ਗੁਰਬਾਣੀ ਅਨੁਸਾਰ ਜਿਸ ਦੀ ਨਹੀਂ ਹੈ, ਜਾਂ ਕੁਦਰਤ ਦੇ ਨਿਯਮਾਂ ਨੂੰ ਫੋਲੋ ਨਹੀਂ ਕਰਦਾ, ਤਾਂ ਗਿਆਨ ਰਾਹੀਂ ਸੁਖੀ ਨਹੀਂ ਹੋ ਪਾਏਗਾ। ਦੂਜਾ ਹੈ ਧਿਆਨ। ਹੁਣ ਜੇ ਕੋਈ ਬੰਦਾ ਸਮਾਧੀ ਲਾਏ, ਮੈਡੀਟੇਸ਼ਨ ਵਗੈਰਾ ਕਰੇ, ਘੰਟਿਆਂ ਬੱਧੀ ਸਾਲਾਂ ਬੱਧੀ ਸਮਾਧੀ ਲਾਈ ਰੱਖੇ, ਤਾਂ ਕੀ ਉਹ ਸਮਾਧੀ ਲਾ ਕੇ ਰੱਬ ਦੇ ਸਿਸਟਮ ਦੇ ਉਲਟ ਕੁਝ ਕਰ ਸਕਦਾ ਹੈ? ਕਿ ਉਹ ਕਹੇ ਕਿ ਮੈਂ ਹੁਣ ਖਜੂਰਾਂ ਦਾ ਪੇੜ ਬੀਜਿਆ ਹੈ ਤੇ ਮੈਂ ਸਮਾਧੀਆਂ ਲਾਵਾਂ, ਇੰਨਾ ਚਿਰ ਮੈਂ ਸਮਾਧੀਆਂ ਲਾਈਆਂ ਨੇ ਤੇ ਹੁਣ ਖਜੂਰ ਦੇ ਪੇੜ ਦੇ ਨਾਲ ਤਾਂ ਐਸਾ ਤਾਂ ਕਦੇ ਨਹੀਂ ਹੋਣਾ, ਕਿਉਂਕਿ ਸਿਸਟਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਇਸ ਲਈ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੀ ਜੋ ਯਾਦ ਹੈ ਨਾ, ਰੱਬੀ ਹੁਕਮ ਦੇ ਅੰਦਰ ਤੁਰਨਾ ਹੀ ਗਿਆਨ ਹੈ। ਔਰ ਤੱਤ ਵਾਲੀ ਬੁੱਧ ਹੈ ਸੰਸਾਰ ਦੀ ਅਸਲੀਅਤ ਨੂੰ ਜਾਣਨਾ। ਸੰਸਾਰ ਦੀ ਅਸਲੀਅਤ ਨੂੰ ਰੱਬੀ ਹੁਕਮ ਦੇ ਅੰਦਰ ਹੀ ਸਮਝਿਆ ਜਾ ਸਕਦਾ ਹੈ। ਜੇ ਅਸੀਂ ਜਿਹੜੀ ਵੀ ਚੀਜ਼ ਦੀ ਰਿਕੁਆਇਰਮੈਂਟ ਨਾ, ਮੰਨ ਲਓ ਅਸੀਂ ਕੋਈ ਸੁੱਖ ਪਾਣਾ ਚਾਹੁੰਦੇ ਹਾਂ, ਤਾਂ ਉਸ ਸੁੱਖ ਵਾਸਤੇ ਕੁਝ ਰਿਕੁਆਇਰਮੈਂਟਸ ਨੇ, ਉਹ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਜੇ ਉਹ ਰਿਕੁਆਇਰਮੈਂਟ ਪੂਰੀਆਂ ਨਹੀਂ ਹਨ ਤਾਂ ਫਿਰ ਅਸੀਂ ਕਿਸੇ ਗਿਆਨ ਧਿਆਨ ਦੇ ਨਾਲ ਸੁੱਖ ਨਹੀਂ ਪਾ ਸਕਦੇ। ਮੰਨ ਲਓ ਸਾਡੇ ਘਰ ਵਿੱਚ ਹੀ ਕਲੇਸ਼ ਹੈ 2 ਮਿੰਟ ਲਈ, ਤੇ ਗਿਆਨ ਧਿਆਨ ਤਾਂ ਹੀ ਹੈ ਨਾ ਜੇ ਅਸੀਂ ਸਿਸਟਮ ਦੇ ਵਿੱਚ ਤੁਰੀਏ, ਜੇ ਸੱਚ ਦੇ ਨਾਲ ਜੁੜੀਏ। ਤੇ ਜੇ ਅਸੀਂ ਸਿਸਟਮ ਨੂੰ ਫੋਲੋ ਨਹੀਂ ਕਰਾਂਗੇ ਤਾਂ ਪ੍ਰੋਬਲਮ ਆਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੇ ਸਿਮਰਨ ਵਿੱਚ, ਪ੍ਰਭੂ ਦੀ ਯਾਦ ਵਿੱਚ, ਮਤਲਬ ਰੱਬ ਨੂੰ ਯਾਦ ਰੱਖਣਾ, ਰੱਬ ਦੇ ਹੁਕਮ ਨੂੰ ਯਾਦ ਰੱਖਣਾ ਕਿ ਮੈਂ ਹੁਕਮ ਵਿੱਚ ਰਹਿਣਾ ਹੈ। ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਵਿੱਚ ਹੀ ਗਿਆਨ ਹੈ, ਇਹ ਧਿਆਨ ਹੈ, ਔਰ ਇਹ ਹੀ ਅਸਲੀਅਤ ਨੂੰ ਜਾਣਨ ਵਾਲੀ ਬੁੱਧੀ ਹੈ। ਰੱਬ ਕੈ ਸਿਮਰਨ ਜਪ ਤਪ ਪੂਜਾ, ਪ੍ਰਭੂ ਦੀ ਯਾਦ ਵਿੱਚ ਯਾਨੀ ਰੱਬੀ ਹੁਕਮ ਦੇ ਅੰਦਰ ਜੀਣਾ ਹੀ ਸਾਰੇ ਜਪ, ਸਾਰੇ ਤਪ ਔਰ ਇਹਦੇ ਵਿੱਚ ਹੀ ਦੇਵ ਪੂਜਾ ਨੇ। ਹੁਣ ਦੇਖੋ ਜਪ ਕਿਉਂ ਕੀਤਾ ਜਾਂਦਾ ਹੈ? ਜਦੋਂ ਆਪ ਤੰਤਰ ਸ਼ਾਸਤਰ ਨੂੰ ਪੜੋਗੇ ਜਾਂ ਹੋਰ ਬਹੁਤ ਸਾਰੇ ਧਰਮ ਸ਼ਾਸਤਰ ਪੜੋਗੇ, ਬੜੀਆਂ ਵਿਧੀਆਂ ਆਪਣੇ ਆਪਣੇ ਧਰਮ ਮੁਤਾਬਕ ਲੋਕਾਂ ਨੇ ਦੱਸੀਆਂ ਨੇ ਕਿ ਇਸ ਮੰਤਰ ਨੂੰ ਤੁਸੀਂ ਐਨੀ ਵਾਰੀ ਜਪਣਾ ਹੈ, ਇਸ ਮੰਤਰ ਨੂੰ ਪੜਨ ਵਾਸਤੇ ਇਸ ਕਿਸਮ ਦੇ ਬਸਤਰ ਪਾਣੇ ਨੇ, ਇਹੋ ਜਿਹਾ ਖਾਣਾ ਖਾਣਾ ਹੈ, ਇਧਰ ਨੂੰ ਮੂੰਹ ਕਰਨਾ ਹੈ, ਐਨੀ ਵਾਰੀ ਇਸ ਤਰੀਕੇ ਦੇ ਨਾਲ ਮੰਤਰ ਜਾਪ ਕਰਨਾ ਹੈ। ਉਹਦੇ ਨਾਲ ਫਿਰ ਕੀ ਹੋਏਗਾ? ਦੇਵਤਾ ਪ੍ਰਗਟ ਹੋਏਗਾ ਤੇ ਉਸ ਦੇਵਤੇ ਤੋਂ ਜੋ ਮੰਗੋਗੇ ਉਹ ਤੁਹਾਨੂੰ ਮਿਲ ਜਾਏਗਾ। ਲੋਕੀ ਇਸੇ ਕਰਕੇ ਜਪ ਕਰਦੇ ਨੇ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਫਿਰ ਇੱਕ ਦੇਵਤੇ ਕੋਲ ਇੱਕ ਚੀਜ਼ ਮੰਨ ਲੈਂਦੇ ਨੇ, ਜਿਵੇਂ ਵਿਦਿਆ ਪ੍ਰਾਪਤ ਕਰਨੀ ਹੈ ਤੇ ਸਰਸਵਤੀ ਦੀ ਪੂਜਾ ਕਰੋ, ਧਨ ਪ੍ਰਾਪਤ ਕਰਨਾ ਹੈ ਕੁਬੇਰ ਦੀ ਪੂਜਾ ਕਰੋ, ਬਰਸਾਤ ਦੀ ਲੋੜ ਹੈ ਤੇ ਇੰਦਰ ਦੇਵਤੇ ਨੂੰ ਖੁਸ਼ ਕਰੋ, ਯਾਨੀ ਫਿਰ ਜੋ ਮੰਗੋਗੇ ਉਹ ਤੁਹਾਨੂੰ ਮਿਲੇਗਾ। ਇਹ ਐਵੇਂ ਲੋਕ ਜਪ ਕਰਦੇ ਨੇ। ਲੇਕਿਨ ਮੰਨ ਲਓ 2 ਮਿੰਟ ਲਈ ਕਿ ਜਪ ਜਪਣ ਦੇ ਨਾਲ ਕੋਈ ਦੇਵਤਾ ਪ੍ਰਗਟ ਹੋ ਜਾਏ ਤੇ ਤੁਸੀਂ ਉਸ ਦੇਵਤੇ ਨੂੰ ਕਹੋ ਕਿ ਸਜਣਾ ਸੂਰਜ ਨੂੰ ਧਰਤੀ ਦੇ ਚਫੇਰੇ ਘੁਮਾ ਦੇ, ਤਾਂ ਕਿ ਸੂਰਜ ਧਰਤੀ ਦੇ ਚਫੇਰੇ ਘੁੰਮ ਜਾਏਗਾ। ਮੰਨ ਲਓ ਜੇ ਦੇਵਤਾ ਪ੍ਰਗਟ ਹੋ ਵੀ ਜਾਏ ਸਪੋਜ਼, ਤਾਂ ਕਿ ਉਹ ਦੇਵਤਾ ਜਾਂ ਕੋਈ ਤੁਹਾਡਾ ਜਪ ਸੂਰਜ ਨੂੰ ਧਰਤੀ ਦੇ ਚਫੇਰੇ ਘੁਮਾ ਦੇਗਾ? ਯਾਨੀ ਇਸ ਜੋ ਕੁਦਰਤ ਦੇ ਨੇਮ ਨੇ ਇਹਨਾਂ ਨੂੰ ਉਲਟਾ ਸਕਦਾ ਹੈ? ਸਵਾਲ ਹੀ ਨਹੀਂ ਪੈਦਾ ਹੁੰਦਾ। ਤਾਂ ਫਿਰ ਉਸ ਜਪ ਦਾ ਲਾਭ ਕੀ ਹੈ?
क्योंकि किसी जात के नाल रब्बी हुक्म नूं नहीं उल्टाया जा सकता। ते रब्बी हुक्म के अंदर ही सुख और दुख ने। सुख और दुख ये सारे हुक्म के अंदर ने, सिस्टम के अंदर। जे असीं चंगे कर्म करांगे तां साडी जिंदगी विच सुख आएगा, जे माड़े कर्म करांगे तो दुख आएगा। अगला वचन है तप। हुण तप की है कि शरीर नूं कष्ट देना। बहुत सारे आप नूं ऐसे तपस्वी मिल जाणगे, अज भी कई थावां ते मिल जांदे ने कि जिन्हां ने 5-5 4-4 अग दीयां धूणियां लाईयां ने, गर्मी के दिनां विच रात विच बैठे ने, जां सियाल दे विच सिर दे विच 100 घड़ा पानी दा पा रहे ने, कड़वंजी रख के उत्ते सिर दे ते पानी मोरी कीती है घड़े विच, उहदे विचों हौली हौली पानी डिगदा है। 100 घड़ा पानी सिर विच पाया जा रहा है। कोई उल्टा लटकिया होया है, कोई शीर्ष आसन करदा है, यानी अनेकां तप तपन दे साधन ने ना लोकां कि इस तरह दे तप तपन दे नाल कुदरत नूं बदलिया कि मैं इन्ना पैरीए ते हुण सर्दी पैनी शुरू हो जाए। एवें तां होना नहीं, कुदरत नूं बदलिया नहीं जा सकता। रब्बी जो रजा है, भाना है, इनू बदलिया नहीं जा सकता। तां इहदा मतलब तप जे करना है तां रब्बी रजा दे विच तुरना, यही तप होएगा। पूजा, हुण लोग पूजा करते ने अपना जो भी किसी का धर्म का सिद्धांत है, देवी देवते जां जिस तरह भी रब दे अगे मूर्ति बना ली जां जिवें असीं तस्वीरां बना लईआं, कुछ भी, तां फिर उहनूं खुश करन वास्ते फुੱਲ ले आंदे, खीर बना ली, ठाकुर का इशनान करा दिता, धूफां खा लईआं। ऐसे कर्म कीते जांदे ने, इहदे नाल रब जां देवता खुश होएगा। तां की धूफां धुखा के, फुੱਲ पत्तियां चढ़ा के जां होर ऐसी पूजा करके की कोई सिस्टम नूं बदल सकदा है? कि की तुसीं गालां कड्डो, किसी नूं गलत बोलो, किसी दी चुगली करो, निंदिया करो, शराबां पीओ, माड़े कर्म करो ते किसी मूर्ति दे अगे 2-4 फुੱਲ चढ़ा दिओ, तां की तुहानूं सुख मिल जाएगा जां लोकां तो आदर मिल जाएगा? जां तुसीं कुदरत दे नेम नूं बदल सकदे हो कि मैं हुण इंनियां धूफां धखाईआं ने, सारी पैली दे विच धूफां धखा दिओ ते नाल उत्ते फुੱਲ पत्तियां बखेरो ते फिर कहो देवते नूं कि हे देवता जी, मैं तां इंनियां धूफां धखाईआं ने ते हुण मैं किक्कर बीजे ने ते मेरे इन्हां किक्करां नूं अंगूर ला दिओ, तां की कोई देवता अंगूर ला सकदा है? ते फिर इन्हां चीज़ां दा लाभ की होया? इसलिए गुरु जी कहंदे ने प्रभ कै सिमरन, रब्बी याद विच रब दे गुणां नूं याद रखना, रब्बी गुणां मुताबक जिंदगी जीनी, रब दी रजा विच तुरना ही जप तप पूजा है। यही भगती है, यही बंदगी है, यही रब दी प्रसन्नता दा इक्को एक साधन है कि रब दी याद विच जीविया जाए। साडी याद दे अंदर रब्बी गुण होण, असीं रब दे हुकम विच तुरीए। प्रभ कै सिमरन बिन से दूजा। हुण जे असीं रब्बी हुकम विच तुरदे हां, रब दी याद विच जींदे हां, जे साडी याद दे अंदर रब है, रब दे गुण ने, तां इहदे नाल की होएगा? बिन से दूजा द्वैत परे नहीं रहणगे। जे मैनूं इह गल याद होवे, मेरी याद विच वसी होवे कि सब में जोत जोत है सोए, कि सारियां दे विच जोत है, जे मेरी इह याद विच चीज वसी होवे गुण, और इहदे ते मैं मन वचन कर्म करके अमल करां, तां फिर द्वैत भाव विनस जाएगा ना कि दूजे वखरे ने ते मैं वखरा हां, सारियां दे नाल फिर एक जैसा विहार करांगा। जिसके अंदरों द्वैत विंस जाएगी, वो अंदरों और बाहरों एक होएगा, वो अंदरों बाहरों एक होएगा, कथनी करनी दा पूरा होएगा। क्योंकि मनुखी जिंदगी अंदर सब तो वड्डी जो प्रॉब्लम है ना साडी, वो है ही द्वैत। जदों तक बंदा इस द्वैत नूं नहीं मारदा, मेल तेल दे वितकरियां नूं खत्म नहीं करदा, उदों तक इहदी जिंदगी व्यर्थ। जो इस मारे सोई पूरा, जो इस मारे सोई सूरा, इस मारी बिन ठाए ना परै।
ਉਹ ਕਰਮ ਜਾਪ ਤਪ ਕਰੇ। ਜਦੋਂ ਤੱਕ ਬੰਦਾ ਦੁਬਦਾ ਨੂੰ ਨਹੀਂ ਮਾਰਦਾ, ਕਰੋੜਾਂ ਕਿਸਮ ਦੇ ਜਪ ਤਪ ਵੀ ਕਰ ਲਵੇ, ਰੱਬੀ ਦਰ ਤੇ ਪ੍ਰਵਾਨ ਨਹੀਂ ਹੁੰਦਾ। ਦੁਬਦਾ ਦਾ ਮਤਲਬ ਦੋ ਵਿਦਾ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਦੂਜੇ ਦਾ ਮਤਲਬ ਇੱਕ ਰੱਬ ਨੂੰ ਛੱਡ ਕੇ ਕਿਸੇ ਦੂਜੇ ਦਾ ਪਿਆਰ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਰੱਬ ਨੂੰ ਯਾਦ ਰੱਖਦੇ ਹਾਂ, ਰੱਬੀ ਹੁਕਮ ਵਿੱਚ ਤੁਰਦੇ ਹਾਂ, ਰੱਬ ਦੇ ਗੁਣ ਸਾਡੀ ਯਾਦ ਵਿੱਚ ਵਸੇ ਹੁੰਦੇ ਨੇ, ਦ્વੈਤ ਬਿਨਸ ਜਾਂਦੀ ਹੈ, ਮੇਰ ਤੇਰ ਦੇ ਵਿਤਕਰੇ ਖਤਮ ਹੋ ਜਾਂਦੇ। ਤੇ ਜਦੋਂ ਜ਼ਿੰਦਗੀ ਚੋਂ ਮੇਰ ਤੇਰ ਦੇ ਵਿਤਕਰੇ ਮਿਟਦੇ ਨੇ, ਉਦੋਂ ਸਾਡੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਜੋ ਰੱਬ ਦੇ ਗੁਣ ਨੇ, ਰੱਬ ਦਾ ਜੋ ਹੁਕਮ ਹੈ, ਇਹ ਸਾਨੂੰ ਆਤਮਿਕ ਜੀਵਨ ਦੇਣ ਵਾਲਾ ਹੈ। ਇਹ ਸਾਰੇ ਸੁੱਖਾਂ ਦਾ ਸਾਰ ਸੁਖ ਹੈ, ਸਾਰੇ ਸੁੱਖਾਂ ਦਾ ਮੂਲ ਹੈ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਇਸ਼ਨਾਨੀ ਦਾ ਮਤਲਬ ਇਸ਼ਨਾਨ ਕਰਨ ਵਾਲਾ। ਰੱਬ ਦੇ ਸਿਮਰਨ ਦੁਆਰਾ, ਯਾਨੀ ਰੱਬ ਨੂੰ ਯਾਦ ਕੀਤਿਆਂ, ਆਤਮ ਤੀਰਥ ਤੇ ਇਸ਼ਨਾਨ ਕਰਨ ਵਾਲਾ ਬੰਦਾ ਹੋ ਜਾਂਦਾ ਹੈ। ਹੁਣ ਦੇਖੋ, ਕੁਛ ਲੋਕ ਨੇ ਨਾ ਬਾਹਰ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਤੇ ਸਮਝਦੇ ਹਨ ਕਿ ਸ਼ਾਇਦ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮੇਰੀ ਜ਼ਿੰਦਗੀ ਅੰਦਰ ਸ਼ਾਂਤੀ ਆ ਜਾਏਗੀ, ਇਨਸਾਨੀਅਤ ਪੈਦਾ ਹੋ ਜਾਏਗੀ। ਤੇ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ, ਜੇ ਐਸਾ ਕੁਝ ਹੁੰਦਾ ਤਾਂ ਘੱਟ ਤੋਂ ਘੱਟ ਸਾਡਾ ਦੇਸ਼ ਜਿਹੜਾ ਹੈ ਸਭ ਤੋਂ ਇਮਾਨਦਾਰ ਹੋਣਾ ਸੀ। ਤੀਰਥਾਂ ਤੇ ਇਸ਼ਨਾਨ ਕਰਕੇ ਜੋ ਲੋਕ ਆਏ ਨੇ, ਉਹਨਾਂ ਦੇ ਅੰਦਰ ਫਿਰ ਈਰਖਾ, ਦ્વੈਸ਼, ਵੈਰ, ਵਿਰੋਧ, ਜਾਤੀਵਾਦ, ਮੇਰ ਤੇਰ ਦੀਆਂ ਭਾਵਨਾਵਾਂ ਖਤਮ ਹੋ ਜਾਣੀਆਂ ਚਾਹੀਦੀਆਂ ਸੀ, ਕਿਉਂਕਿ ਪਵਿੱਤਰ ਹੋ ਗਏ ਨਾ। ਪਰ ਅਸਲ ਵਿੱਚ ਐਸਾ ਹੋਇਆ ਨਹੀਂ। ਜੇ ਐਸਾ ਹੁੰਦਾ ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਡੱਡੂਆਂ ਨੇ ਮੁਕਤ ਹੋ ਜਾਣੇ ਸੀ ਨਾ, ਜਿਹੜੇ ਰਹਿੰਦੇ ਹੀ ਤੀਰਥਾਂ ਦੇ ਵਿੱਚ ਨੇ। ਤੁਸੀਂ ਤੇ ਇੱਕ ਦਿਨ ਨਹਾ ਕੇ ਆ ਗਏ ਤੇ ਡੱਡੂ ਤੇ ਸਦਾ ਹੀ ਉਸ ਤੀਰਥ ਵਿੱਚ, ਮੱਛੀਆਂ ਸਦਾ ਹੀ ਤੀਰਥ ਵਿੱਚ, ਹੋਰ ਬਹੁਤ ਸਾਰਾ ਬੈਕਟੀਰੀਆ ਹੈ ਪਾਣੀ ਵਿੱਚ। ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇਂ, ਜੈਸੇ ਮੇਂਢਕ ਤੈਸੇ ਉਹ ਨਰ, ਫਿਰ ਜੋਨੀ ਆਵੇ। ਤੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿੱਚ ਸਭ ਤੋਂ ਪਹਿਲੀ ਪੰਕਤੀ ਹੀ ਇਹ ਲਈ ਹੈ, ਸੋਚੈ ਸੋਚ ਨਾ ਹੋਵੇ। ਕਿ ਸੁਚਮਤਾ ਦੇ ਨਾਲ ਮਨ ਸੁੱਚਾ ਨਹੀਂ ਹੁੰਦਾ। ਤਾਂ ਗੁਰੂ ਜੀ ਕਹਿੰਦੇ ਨੇ, ਪ੍ਰਭ ਕੇ ਸਿਮਰਨ, ਜੇ ਰੱਬ ਨੂੰ ਆਪਣੀ ਯਾਦ ਅੰਦਰ ਵਸਾਇਆ ਜਾਏ ਨਾ, ਰੱਬੀ ਗੁਣਾਂ ਨੂੰ, ਤੀਰਥ ਇਸ਼ਨਾਨੀ, ਫਿਰ ਬੰਦਾ ਆਤਮ ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਂਦਾ ਹੈ। ਇਹਦਾ ਅੰਤਰ ਆਤਮੇ ਇਸ਼ਨਾਨ ਹੋ ਜਾਂਦਾ ਹੈ। ਇਹਦੀ ਮਾਨਸਿਕਤਾ ਦੀ ਮੈਲ ਉਤਰ ਜਾਂਦੀ ਹੈ, ਇਹਦਾ ਅੰਦਰ ਨਿਰਮਲ ਹੋ ਜਾਂਦਾ ਹੈ, ਇਹਦੀ ਸੋਚ ਪਵਿੱਤਰ ਹੋ ਜਾਂਦੀ ਹੈ। ਤੇ ਜਦੋਂ ਸੋਚ ਪਵਿੱਤਰ ਹੋ ਗਈ, ਪਵਿੱਤਰ ਸੋਚ ਚੋਂ ਬੋਲ ਵੀ ਸੋਚ ਕੇ ਪਵਿੱਤਰ ਨਿਕਲਣਗੇ, ਪਵਿੱਤਰ ਸੋਚ ਦੇ ਵਿੱਚੋਂ ਕਰਮ ਵੀ ਪਵਿੱਤਰ ਹੋਣਗੇ। ਇਸ ਲਈ ਜੋ ਰੱਬੀ ਯਾਦ ਦੇ ਅੰਦਰ ਜੀਣਾ ਹੈ, ਇਹੀ ਅਸਲ ਦੇ ਅੰਦਰ ਆਤਮ ਤੀਰਥ ਹੈ। ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਪੈ ਨਾਵੇਂ ਕਰਾ। ਪ੍ਰਭ ਕੇ ਸਿਮਰਨ ਦਰਗਾਹ ਮਾਨੀ। ਬਹੁਤ ਸਾਰੇ ਵੀਰ ਭੈਣ ਦਰਗਾਹ ਪੜ੍ਹਦੇ ਨੇ, ਲੇਕਿਨ ਇਹ ਸ਼ੁੱਧ ਸ਼ਬਦ ਹੈ ਦਰਗਾਹ। ਮਾਨੀ ਦਾ ਮਤਲਬ ਹੈਗਾ ਮਾਨ ਪਾਣ ਵਾਲਾ, ਸਤਕਾਰ ਪਾਣ ਵਾਲਾ। ਜਦੋਂ ਬੰਦਾ ਪ੍ਰਭੂ ਦੀ ਯਾਦ ਵਿੱਚ ਜੀਂਦਾ ਹੈ ਨਾ, ਜਦੋਂ ਪ੍ਰਭੂ ਦੇ ਗੁਣ ਉਹਦੇ ਹਿਰਦੇ ਵਿੱਚ ਨੇ, ਉਹਦੀ ਯਾਦ ਵਿੱਚ ਨੇ, ਤਾਂ ਦਰਗਾਹ ਦੇ ਵਿੱਚ ਇੱਜ਼ਤ ਪਾਣ ਵਾਲਾ ਹੋ ਜਾਂਦਾ ਹੈ। ਮਾਨੀ ਦਾ ਮਤਲਬ ਮਾਨ ਪਾਣ ਵਾਲਾ। ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ, ਸਤਿਕਾਰ ਮਿਲਦੀ ਹੈ। ਤੇ ਰੱਬ ਦੀ ਦਰਗਾਹ ਕਿਹੜੀ ਹੈ? ਆ ਸਾਰਾ ਸੰਸਾਰ ਰੱਬ ਦੀ ਦਰਗਾਹ ਹੀ ਹੈ। ਇਹ ਜਗ ਸੱਚੇ ਕੀ ਹੈ ਉਠੜੀ, ਸੱਚੇ ਕਾ ਵਿਸ਼ਵਾਸ। ਇਹ ਸਾਰਾ ਜਗਤ ਰੱਬ ਦਾ ਨਿਵਾਸ ਸਥਾਨ ਹੈ। ਜੋ ਸੱਚਾ ਪ੍ਰਭੂ ਇਸ ਸੰਸਾਰ ਦੇ ਅੰਦਰ ਆਪ ਹਰ ਵਕਤ ਵਸ ਰਿਹਾ ਹੈ। ਤਾਂ ਗੁਰਦੇਵ ਨੇ ਹੋਰ ਥਾਂ ਵੀ ਬਚਨ ਕੀਤਾ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਂ। ਜੋ ਸੱਚੇ ਰਾਹਾਂ ਤੇ ਤੁਰ ਚੱਲਦਾ ਹੈ, ਸੱਚ ਦੀ ਯਾਦ ਵਿੱਚ ਜੀਂਦਾ ਹੈ, ਜਿਸ ਦੇ ਮਨ ਬਚਨ ਕਰਮ ਦੇ ਅੰਦਰ ਸੱਚ ਹੈ, ਜੋ ਰੱਬੀ ਹੁਕਮ ਵਿੱਚ ਜੀ ਰਿਹਾ ਹੈ, ਉਹ ਬੰਦਾ ਮਾਨ ਪਾਣ ਵਾਲਾ ਹੋ ਜਾਂਦਾ, ਉਹਨੂੰ ਮਾਨ ਮਿਲਦਾ ਹੈ। ਇਸ ਲਈ ਗੁਰੂ ਜੀ ਸਮਝਾ ਰਹੇ ਨੇ ਕਿ ਪਿਆਰਿਓ, ਜੇ ਮਾਨ ਸਤਿਕਾਰ ਵਾਲੀ ਜ਼ਿੰਦਗੀ ਪਾਣਾ ਚਾਹੁੰਦੇ ਹੋ, ਜੀਣਾ ਚਾਹੁੰਦੇ ਹੋ, ਤਾਂ ਰੱਬ ਦੇ ਗੁਣਾਂ ਨੂੰ ਯਾਦ ਰੱਖੋ, ਰੱਬ ਦੇ ਹੁਕਮ ਨੂੰ ਯਾਦ ਰੱਖੋ,
रब दी होंद नूं याद रखो और हमेशा याद दे अंदर जीवो कि मैं रब्बी हुक्म विच जीना है। रब कह सिमरन होए सो भला। सिमरन का मतलब सिमरन विच याद विच, जे ये याद रहे कि मैं रब्बी हुक्म विच जीना है और रब्बी हुक्म दे अंदर जिंदगी जीवे, होए सो भला, फिर जो कुछ हो रहा है भला ही हो रहा है, फिर बुरा प्रतीत नहीं होता। फिर इस जगत वाल जदों इंसान वेखदा ना, फिर उन्होंने बुरा प्रतीत नहीं हुंदा, फिर उन्होंने समझ पै जाती है कि संसार के अंदर जो कुछ हो रहा है वो बिल्कुल ठीक हो रहा है। जे सूरज है, चंद्रमा है, हवा है, पौन पानी है, ग्रह नक्षत्र ने, तारे वगैरह ने, सारे आपो अपने सिस्टम के अंदर चली जा रहे हैं, बिल्कुल ठीक हो रहा है। इतने कुछ गलत नहीं है। हाँ, गलत मेरी सोच हो सकती है, मेरे समझण दे विच गलती हो सकती है, मैं सिस्टम नूं तोड़न दी ट्राई कर सकता हाँ, पर जो सिस्टम के अंदर रब्बी हुक्म के अंदर होएगा वो भला होएगा। पहली गल, उन्होंने ये संसार भला प्रतीत होता है, उन्होंने इस संसार के अंदर कुछ बुरा नजर ही नहीं पैंदा, बुरा ना ही सब भला ही है। उन्होंने इत्थे किते हार नजर नहीं आती, हार ना ही सब जित है, सब पासे जित ही जित दिसती है। दुख ना ही सब सुख ही है रे, उन्होंने जगत विच दुख नहीं दिसता, उन्होंने जगत के अंदर सुख और शांति नजरी पैंदी है, क्योंकि वास्तव दे विच दुनिया विच दुख नहीं है। दुख असी आप पैदा किया है, जदों असी सुख नहीं ना मानते उदों दुख आपे आ जाता। दुनिया विच हनेरा नहीं है, पर जदों असी चानन नहीं करते उदों हनेरा हो जाता है। होंद चानन दी है, हनेरा चानन दी अनहोंद दा नाम। दुनिया विच बुराइयां नहीं, चंगियाइयां ने। बुराइयां सिर्फ चंगियाइयां दी अनहोंद करके है। ईर्खा द्वेष तां है क्योंकि असी प्रेम नाल रहिंदे नहीं। हंकार तां है क्योंकि असी निम्रता विच नहीं रहिंदे। झूठ तां है क्योंकि असी सच नहीं बोलते। गैर इंसानियत तां है क्योंकि असी इंसानियत वाली जिंदगी नहीं जींदे। सिस्टम तां टुटदा है क्योंकि असी सिस्टम विच जींदे नहीं, फॉलो नहीं करते। ਤਾਂ ਜਦੋਂ ਰੱਬੀ ਰਜ਼ਾ ਦੇ ਅੰਦਰ ਬੰਦਾ ਚੱਲਦਾ ਹੈ, ਉਹਨੂੰ ਇਹ ਸੰਸਾਰ ਭਲਾ ਨਜ਼ਰ ਨਹੀਂ ਪੈਂਦਾ, ਤੇ ਰੱਬੀ ਰਜ਼ਾ ਦੇ ਅੰਦਰ ਬੰਦਾ ਜੋ ਕੁਝ ਵੀ ਕਰਦਾ ਹੈ ਉਹ ਭਲਾ ਕਰਦਾ ਹੈ, ਬੁਰਾ ਨਹੀਂ ਕਰਦਾ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਜ਼ਰੀਆ ਦੇਖੋ, ਉਹ ਇਸ ਸੰਸਾਰ ਵੱਲ ਇੱਕ ਝਾਤ ਮਾਰਦੇ ਨੇ ਤਾਂ ਸਾਰਾ ਸੰਸਾਰ ਉਹਨਾਂ ਨੂੰ ਆਰਤੀ ਕਰਦਾ ਹੋਇਆ ਪ੍ਰਤੀਤ ਹੋ ਰਿਹਾ ਹੈ। ਸਾਨੂੰ ਇਹ ਸੂਰਜ ਸਾੜਦਾ ਹੋਇਆ ਪ੍ਰਤੀਤ ਹੁੰਦਾ ਹੈ। ਸਾਡੇ ਵਾਸਤੇ ਚੰਦਰਮਾ ਕਈ ਵਾਰ ਦੁਖਦਾਈ ਹੁੰਦਾ ਹੈ, ਸਾਡੇ ਵਾਸਤੇ ਪੌਣ ਹਨੇਰੀਆਂ ਝੱਖੜ ਦੁਖਦਾਈ ਹੁੰਦੇ ਨੇ, ਪਰ ਗੁਰੂ ਨਾਨਕ ਦੇਵ ਜੀ ਨੂੰ ਆਰਤੀ ਕਰਦੇ ਹੋਏ ਪ੍ਰਤੀਤ ਹੋ ਰਹੇ ਨੇ। ਗगन मैथाल रव चंद दीपक पार का मंडल जनक मोती धूप मल्यान लो पवन चवरो करे सगल बन राय फूलन ज्योति कैसी आरती होए पवखंडमा तेरी आरती अनहता शब्द आरती। सानू एक दूजे दे बोल चुभते ने, सानू एक दूजे दे रूप रंग चुभते ने, दुखदाई प्रतीत होंगे। पर साहिब श्री गुरु नानक देव जी का नजरिया है, वो कहते ने प्रभु मैं दुनिया की किसी शै नूं वेखदा हां, मैं विस्माद विच चला जांदा हां। विस्माद नाद, विस्माद वेद, विस्माद जी, विस्माद भेद, विस्माद रूप, विस्माद रंग। गुरु नानक देव जी के अंदर विस्माद पैदा हो रहा है। सानू ये चीज़ां दुखदाई पास रही ने। रीजन की है? रीजन है कि वो रब की रजा नूं वेख रहे हैं, असी रब की रजा तो उल्ट वेख रहे हैं। भगत कबीर जी नूं पुछो तो वो कहते ने मैं इस दुनिया नूं दो दो नज़रां दे नाल, दो दो अखां दे नाल वेखिआ है, बड़े गौर नाल। मैनूं रब तो बिना कोई दिसे ही नहीं होई, दोए दोए लोचन पेखा हूं हर बिन और ना देखा, मैं ते रब तो बिना होर कोई वेखे ही नहीं, मैनूं दिसते ही नहीं। बाबा फरीद जी का नजरिया वेख लो, फरीदा खालक खलक में खलक वसै रब माहे, मंदा किसनों आखिए या किसनों कोई ना।
जंगल के अंदरों बाबा फरीद जी लंघ रहे हैं ते बाबा फरीद जी कहते हैं देखो नजरिया है उत्थे एक लोहार भी विचर रहा है ते जंगल दे विचों बाबा फरीद जी भी गुजर रहे हैं। हुण लोहार वीर भी जंगल नूं वेख रहा है ते बाबा फरीद जी भी निकल रहे हैं पर बाबा फरीद जी कहते हैं भी मेरे तेरे विच फर्क बड़ा है। मैं इस वनस्पति विच अपने रब नूं वेख रहा हां जंगल विच ते तू इहदे विचों कोले वेख रहा है। हौं लोड़ शह अपना तू लोड़ है अंगियार। लोहार वेख रहा भी जे मैं इस रुख नूं वड्डां ते इहदे विच चंगे कोले बन सकदे ने। पहलां लकड़ तो मैं अग बालांगा उस तो बाद कोले बनणगे। बाबा फरीद जी रब नूं वेख रहे ने किन्ना सोहना। गल रुखां दी और लोहार दी नहीं है, गल इह सारे संसार दी है। एक ते हर इंसान विच रब्बी गुणां नूं वेखदा है कि इस दुनिया विच सच संतोख दया धर्म धीरज हर इंसान विच मौजूद ने और इन्हां चीज़ां नूं प्राप्त करदा है, इन्हां नूं यूज करदा है, वरतों विच लिआउंदा है। ते दूजे लोग ऐसे ने जिहड़े अंगियार लभदे ने, जिथे जाणगे उत्थे तीली लाणगे, चुगली कीती कोई ना कोई तीली बाल के भांबड़ बाल। एक बंदा गया जाके बम धमाका करके लोगों की मौत पैदा कर दी है ना, बिरती है ना। यह संसार एक जंगल है तो इत्थे कोई अंगियार लभ रहा है और कोई सत संतोख, ये तो नजर ही है। ਤਾਂ ਜੇ ਅਸੀਂ ਰਜਾ ਦੇ ਵਿੱਚ ਤੁਰੀਏ, ਰੱਬ ਸਾਨੂੰ ਯਾਦ ਹੋਵੇ ਤਾਂ ਗੁਰੂ ਜੀ ਕਹਿੰਦੇ ਪ੍ਰਭ ਸਿਮਰਨ ਹੋਏ ਸੋ ਭਲਾ। ਜਦੋਂ ਰੱਬ ਸਾਡੀ ਯਾਦ ਵਿੱਚ ਹੋਏਗਾ ਫਿਰ ਜੋ ਕੁਝ ਇਹ ਦੁਨੀਆ ਵਿੱਚ ਹੋ ਰਿਹਾ ਹੈ ਭਲਾ ਹੋ ਰਿਹਾ ਹੈ ਤੇ ਰੱਬ ਨੂੰ ਯਾਦ ਕਰਨ ਵਾਲਾ ਬੰਦਾ ਭਲਾ ਕਰੇਗਾ, ਉਹਦੇ ਤੋਂ ਮਾੜਾ ਕੁਝ ਵੀ ਨਹੀਂ ਹੋਏਗਾ। ਐਸੇ ਬੰਦੇ ਨੂੰ ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ ਨਾ, ਵੱਖਰੀ ਸਮਾਧੀ ਲਾਉਣ ਦੀ ਲੋੜ ਨਹੀਂ। लोड़ नहीं। लोग कहते ना मैडिटेशन करिए, नाम जपीए, समाधि लाइए ते ध्यान कीजिए ते रब दे प्यारे ने गुरु साहब कहते ने जेता पेखन तेता ध्यान। रब दे प्यारे जिन्ना भी वेखदे ने उन्हां दा ध्यान ही हुंदा है। वो वखरे थोड़ी बैठे ने अखां बंद करके वेख रहे ने, उन्हां दा वेखना ही ध्यान है क्योंकि वेख ही रब नूं रहना, वेख ही सिस्टम नूं रहना, रब दी रजा नूं वेख रहे ने, यही ध्यान है। ते समाधि लाने वाला बंदा समाधि लाने तो बाद वो फिर ईर्खा द्वेष वेखदा है कि ये मेरी संस्था का बंदा नहीं। मैं सवेरे समाधि लाई, इन्हें मेरी मेरी पग नहीं बननी, हुण इहदियां मैं लत्तां तोड़ देवां, इन्हें मेरे वर्गा गात्रा नहीं पाया। गात्रा वेख के बुलाने कि इन्हें पीला पाया कि बुलाने भी किहो जी बनी है, समाधना सिला रहे हैं। गुरु जी कहते रब बोलन तेता ज्ञान जो रब दे रजा दी गल करदा है, जिन्ना भी बोलदा है उसदा बोल हर बोल ही ज्ञान हुंदा है। उन्हें वखरा ज्ञान सीखण दी लोड़ नहीं है क्योंकि उन्हें गल ही सच दी करनी। तां गुरु जी कहते रब्बी याद दे अंदर जुड़िया, रब्बी हुक्म भी सुनिया, संसार भला प्रतीत हुंदा है और जो कुछ बंदा करता है वो भला करता है, चंगा करता है, माड़ा नहीं करता। प्रभ के सिमरन सुफल फला। सुफल फला का मतलब कि मनुखा जन्म का सब तो उच्चा फल मिल जाता है रब के सिमरन विच, याद विच रहा। ते रब की याद की रब के हुक्म विच रहना, रब्बी गुणा का धार नहीं होना, विण गुण कीते भगत ना होए। सिमरन का मतलब याद, अपनी याद के अंदर रब के गुणा नूं वसाना, अपनी याद के अंदर रब्बी हुक्म नूं वसाना, रब के हुक्म विच तुरना है। जो गुरु जी ने वे ऑफ लाइफ दिता है उन्होंने हमेशा याद रखना। ते गुरु जी कहते हैं जदों असीं रब के गुणा नूं याद करते हाँ, रब की सिफत सलाह करते हाँ, रब्बी हुक्म विच तुरदे हाँ, सुफल फला का मतलब मनुखी जीवन का सब तो उच्चा दर्जा
ਤੇ ਸਭ ਤੋਂ ਉੱਚਾ ਦਰਜਾ ਫਲ ਕਿਹੜਾ ਹੈ? ਅਬ ਤੋਂ ਜਾਏ ਚढ़े सिंहासन, मिले हैं सारे मुनि, राम का एक पै है कोई ना सके पहचान। फिर बंदा रब दे अंदर अभेद हो के रब दा ज्यों जल में जल आए खटाना समाना, मिट गए गवन पाए विश्राम, उदों फिर विश्राम मिल जाता, काब मिल जाता, दौड़ खत्म हो जाती, विकार खत्म हो जाते, अब दे बंदा साथ रब वर्गा हो जाता है कि रब्बी गुणा नूं याद रखिया जाए, रब्बी रजा विच तुरिया जाए। से सिमरहे जिन आप सिमराए, उस करते ने याद करते ने रनी रजा विच ने जिन्हां नूं आप प्रेम है। ਹੁਣ ਇੱਥੇ ਆ ਕੇ ਸਾਡੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਕਿ ਇਹਦਾ ਮਤਲਬ ਸਾਨੂੰ ਤਾਂ ਰੱਬ ਨੇ ਸਿਮਰਾਇਆ ਨਹੀਂ, ਇਸ ਲਈ ਸਾਡੀ ਕੋਈ ਗਲਤੀ ਨਹੀਂ, ਰੱਬ ਦੀ ਗਲਤੀ ਹੈ। ਕਿਉਂਕਿ ਬੰਦਾ ਬੜਾ, ਇਹਦੇ ਕੋਲ ਚੋਰ ਮੋਰੀਆਂ ਬੜੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ, ਪਰ ਅਸਲ ਦੇ ਅੰਦਰ ਇਹਦੀ ਚਲਾਕੀ ਹੀ ਇਹਦਾ ਨੁਕਸਾਨ ਕਰਦੀ ਹੈ। ਆਪਣੇ ਆਪ ਨੂੰ ਬਚਾਉਂਦਾ ਨਹੀਂ ਹੈ, ਬਚਾਉਂਦਾ ਬਚਾਉਂਦਾ ਆਪਣੇ ਆਪ ਨੂੰ ਇਹ ਗਰਕ ਕਰ ਦਿੰਦਾ, ਆਪਣਾ ਬਹੁਤ ਵੱਡਾ ਨੁਕਸਾਨ ਕਰ ਦਿੰਦਾ। ਹੁਣ ਰੱਬ ਕਿਹਨੂੰ ਸਿਮਰਾਏਗਾ, ਰੱਬ ਕਿਹਨੂੰ ਪ੍ਰੇਰਨਾ ਦੇਵੇਗਾ, ਹੁਕਮ ਕਿਹਨੂੰ ਮਨਾਏਗਾ? ਜੋ ਰੱਬ ਦੀ ਸ਼ਰਨ ਵਿੱਚ ਆਏਗਾ ਉਸੇ ਨੂੰ। ਤੇ ਜੇ ਕੋਈ ਰੱਬ ਦੀ ਸ਼ਰਨ ਵਿੱਚ ਆਵੇ ਹੀ ਨਾ, ਗੁਰੂ ਦੀ ਸ਼ਰਨ ਵਿੱਚ ਆਵੇ ਹੀ ਨਾ, ਜਿਹੜਾ ਹੁਣ ਮੱਥਾ ਹੀ ਬਾਬਿਆਂ ਨੂੰ ਟੇਕੇ, ਮੱਥਾ ਹੀ ਪੀਰ ਨੂੰ ਟੇਕੇ ਕਬਰ ਨੂੰ, ਤੇ ਹੁਣ ਉਹਨੂੰ ਫਿਰ ਕਬਰ ਹੀ ਤੋੜੇਗੀ ਨਾ ਜਿੱਧਰ ਤੋੜੇਗੀ। ਗੁਰੂ ਕੋਲ ਤੇ ਆਇਆ ਹੀ ਨਹੀਂ, ਰੱਬ ਦੀ ਤੇ ਸ਼ਰਨ ਹੀ ਨਹੀਂ ਲਈ, ਹੁਣ ਸ਼ਰਨ ਲੈ ਰਿਹਾ ਹੈ ਪੀਰ ਦੀ। ਤੇ ਪੀਰ ਫਿਰ ਕੀ ਕਰੇਗਾ? ਜਿਹੜਾ ਆਪ ਮਰਿਆ ਪਿਆ ਹੈ, ਕਬਰ ਦੇ ਵਿੱਚ ਪਿਆ ਹੈ, ਫਿਰ ਉਹ ਕਬਰ 'ਚ ਸੁੱਟੇਗਾ ਨਾ, ਯਾਨੀ ਉਹਦੇ ਅੰਦਰ ਨੈਗੇਟਿਵ ਵਿਚਾਰ ਹੀ, ਉਹ ਡਿਪਰੈਸ਼ਨ ਆਦਿ ਦਾ ਸ਼ਿਕਾਰ ਹੀ ਹੋਏਗਾ, ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਏਗਾ। ਜੇ ਬੰਦਾ ਬਾਬਿਆਂ ਕੋਲ ਜਾਏਗਾ, ਜੋਤਸ਼ੀਆਂ ਕੋਲ ਜਾਏਗਾ, ਤੇ ਉਹ ਉਹਨੂੰ ਕੀ ਕਰਨਗੇ? ਜਦੋਂ ਕਹੇਗਾ ਬਾਬਾ ਜੀ, ਉਹ ਕਹਿਣਗੇ ਤੂੰ ਏਦਾਂ ਕਰ, ਦੋ ਚਾਰ ਤੀਰਥਾਂ ਦੇ ਨਾਲ ਆਇਆ, ਕਿਉਂਕਿ ਆਪ ਨਹਾਉਂਦੇ ਫਿਰ ਉਹੀ ਕਰਨਗੇ ਨਾ ਜੋ ਉਹਨਾਂ ਕੋਲ ਹੈ। ਗਲਤੀ ਉਹਨਾਂ ਦੀ ਵੀ ਨਹੀਂ, ਕਿਉਂਕਿ ਉਹਨਾਂ ਕੋਲ ਹੈ ਹੀ ਉਹ ਫਿਰ ਤੁਹਾਨੂੰ ਕਹਿਣਗੇ ਏਦਾਂ ਕਰੀ, ਸ਼ਨੀਵਾਰ ਛੋਲੇ ਕਾਲੇ ਦਾਨ ਕਰਾਂਗੇ ਕਿਉਂਕਿ ਤੇਰੇ ਤੇ ਸ਼ਨੀ ਗ੍ਰਹਿ ਚੜਿਆ ਹੈ। ਹੁਣ ਛੋਲੇ ਦਾਨ ਕਰਨ ਵਾਲੇ ਵਿਚਾਰੇ ਨੂੰ ਕੀ ਪਤਾ ਵੀ ਸ਼ਨੀ ਗ੍ਰਹਿ ਧਰਤੀ ਨਾਲੋਂ ਕਈ ਗੁਣਾ ਵੱਡਾ ਹੈ, ਤੇ ਮੇਰੇ ਪਾਈਆ ਛੋਲਿਆਂ ਦੇ ਨਾਲ ਸ਼ਨੀ ਗ੍ਰਹਿ ਕਿਹੜਾ ਅੱਗੇ। ਕਈ ਵਾਰੀ ਸ਼ਨੀ ਦਾ ਤੇਲ ਮੰਗਦੇ ਫਿਰਦੇ ਨੇ, ਦਾਨ ਕਰੋ ਜੀ ਤੇਲ, ਤੇ ਸ਼ਨੀ ਗ੍ਰਹਿ ਤੁਹਾਡੇ ਦੁੱਖ ਦੂਰ ਕਰੇਗਾ। ਬੰਦਾ ਪੁੱਛੇ ਵੀ ਤੇਲ ਤੇ ਸ਼ਨੀ ਗ੍ਰਹਿ ਵਾਸਤੇ ਮੰਗਦਾ ਫਿਰ ਮੈਂ ਇਹਨਾਂ ਪੰਜੀ ਤੇ ਸ਼ਨੀ ਗ੍ਰਹਿ ਤੈਨੂੰ ਨਹੀਂ ਕੁਛ ਦਿੱਤਾ ਤੇ ਸਾਡੇ ਦੁੱਖ ਦੂਰ ਕੋਈ ਕਰੇਗਾ? ਜਿਹੜਾ ਸ਼ਨੀ ਗ੍ਰਹਿ ਆਪਣੇ ਵਾਸਤੇ ਆਪ ਤੇਲ ਨਹੀਂ ਪੈਦਾ ਕਰ ਸਕਦਾ, ਮੇਰੇ ਦੁੱਖ ਸੁਆਹ ਦੂਰ ਕਰੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਸਿਮਰਨਗੇ ਉਹ ਜਿਨ੍ਹਾਂ ਤੇ ਰੱਬ ਰਹਿਮਤ ਕਰੇਗਾ, ਤੇ ਰੱਬ ਦੀ ਰਹਿਮਤ ਪਾਈ ਉਹ ਹੀ ਪਾਣਗੇ ਜੋ ਰੱਬ ਦੀ ਸ਼ਰਨ ਵਿੱਚ ਆਉਣਗੇ, ਜੋ ਰੱਬ ਨੂੰ ਸਮਝਣ ਦੀ ਟਰਾਈ ਕਰਨਗੇ ਕਿ ਹੇ ਰੱਬਾ ਅਸੀਂ ਤੇਰੇ ਹੁਕਮ ਅਨੁਸਾਰ ਜ਼ਿੰਦਗੀ ਜੀਣ ਦੀ ਪ੍ਰੋਮਿਸ ਕਰਦੇ ਹਾਂ, ਤੁਰਦੇ ਹਾਂ, ਤਾਂ ਹੀ ਤੁਰਾਂਗੇ। ਨਾਨਕ ਤਾਂ ਕਹਿ ਲਾਗੋਂ ਪਾਏ। ਗੁਰੂ ਜੀ ਕਹਿੰਦੇ ਹਨ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਕਿੰਨਾ ਦੇ? ਜੋ ਰੱਬੀ ਹੁਕਮ ਵਿੱਚ ਤੁਰਦੇ ਨੇ, ਜੋ ਰੱਬ ਦੀ ਯਾਦ ਵਿੱਚ ਜੀਂਦੇ ਨੇ, ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਜੋ ਰੱਬ ਦੇ ਹੁਕਮ ਵਿੱਚ ਤੁਰ ਰਹੇ ਨੇ, ਮੈਂ ਉਹਨਾਂ ਦੇ ਚਰਨੀ ਲੱਗਣਾ। ਚਰਨੀ ਲੱਗਣ ਦਾ ਮਤਲਬ ਉਹਨਾਂ ਦੇ ਪਦ ਚਿੰਨ੍ਹਾਂ ਤੇ ਤੁਰਨਾ, ਉਹਨਾਂ ਰਾਹਾਂ ਤੇ ਤੁਰਨਾ ਜਿਨ੍ਹਾਂ ਰਾਹਾਂ ਤੇ ਰੱਬ ਦੇ ਪਿਆਰੇ ਤੁਰੇ, ਜਿਨ੍ਹਾਂ ਰਾਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਮੰਨਣ ਹਾਰੇ ਚੱਲ ਰਹੇ ਨੇ, ਮੈਂ ਵੀ ਉਹਨਾਂ ਰਾਹਾਂ ਤੇ ਤੁਰਾਂ। ਦੇਖੋ ਅਸੀਂ ਅਰਦਾਸ ਕਰਦੇ ਹਾਂ ਨਾ ਰੋਜ਼, ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਜਦੋਂ ਕਿਹਾ ਜਾਂਦਾ ਹੈ ਨਾ ਕਿ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ, ਧਰਮ ਹੈ ਸ਼ੀਸ਼ ਦਿੱਤੇ ਬੰਦ ਬੰਦ ਕਟਾਏ, ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਸਾਡੇ ਤੋਂ ਵਾਹਿਗੁਰੂ ਕਿਉਂ ਬੁਲਾਇਆ ਜਾਂਦਾ ਹੈ? ਅਸੀਂ ਵਾਹਿਗੁਰੂ ਕਿਉਂ ਬੋਲਦੇ ਹਾਂ?
ਅਸਲ ਦੇ ਅੰਦਰ ਇਹ ਅਰਦਾਸ ਸਾਡੀ ਪ੍ਰਤਿਗਿਆ ਹੈ, ਸਾਡੀ ਪ੍ਰੋਮਿਸ ਹੈ ਰੱਬ ਦੇ ਨਾਲ। ਜਿਵੇਂ ਸਕੂਲਾਂ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਸੀ ਨਾ, ਅੱਜ ਕੱਲ ਦਾ ਪਤਾ ਨਹੀਂ, ਪਰ ਸਾਡੇ ਟਾਈਮ ਦੇ ਵਿੱਚ ਪਹਿਲੋਂ ਪ੍ਰਾਰਥਨਾ ਹੁੰਦੀ ਸੀ ਤੇ ਪ੍ਰਾਰਥਨਾ ਤੋਂ ਬਾਅਦ ਫਿਰ ਨਾ ਪ੍ਰਤਿਗਿਆ ਹੁੰਦੀ ਸੀ। ਇੰਜ ਇੱਕ ਦੂਜੇ ਦੇ ਮੋਢੇ ਵੱਲ ਹੱਥ ਕਰਕੇ ਤੇ ਖੜੇ ਹੋ ਜਾਣਾ ਤੇ ਪ੍ਰਤਿਗਿਆ ਬੁਲਾਉਂਦੇ ਸੀ ਕਿ ਮੈਂ ਦੇਸ਼ ਦਾ ਜੋ ਵੀ, ਜਿਸ ਤਰ੍ਹਾਂ ਜਿਵੇਂ MLA MP ਜਿੱਤ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਪ੍ਰੋਮਿਸ ਕਰਾਈ ਜਾਂਦੀ ਹੈ, ਕਸਮ ਚੁਕਾਈ ਜਾਂਦੀ ਹੈ। ਜਿਵੇਂ ਅਸੀਂ ਇਹਨਾਂ ਦੇਸ਼ਾਂ ਵਿੱਚ ਸਿਟੀਜ਼ਨਸ਼ਿਪ ਲਈ ਤਾਂ ਅਸੀਂ ਕਸਮ ਚੁੱਕੀ ਨਾ ਸਾਰਿਆਂ ਨੇ। ਅਰਦਾਸ ਵੀ ਸਾਡੀ ਇੱਕ ਕਸਮ ਹੀ ਤੇ ਹੈ। ਜਦੋਂ ਅਸੀਂ ਕਹਿੰਦੇ ਆ ਨਾ ਬੋਲੋ ਜੀ ਵਾਹਿਗੁਰੂ, ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਪ੍ਰੋਮਿਸ ਕਰ ਰਹੇ ਹਾਂ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਇਹ ਪ੍ਰੋਮਿਸ ਕਰਦਾ ਹਾਂ ਕਿ ਮੈਂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਵਰਗੀ ਜ਼ਿੰਦਗੀ ਜੀਵਾਂਗਾ। ਮੈਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਵਾਹਿਗੁਰੂ ਬੋਲਣ ਦਾ ਮਤਲਬ ਕਿ ਮੇਰਾ ਧਿਆਨ ਗੁਰੂ ਘਰਾਂ ਵਿੱਚ ਹੋਏਗਾ, ਡੇਰਿਆਂ ਵੱਲ ਨਹੀਂ ਹੋਏਗਾ। ਹੈ ਤੇ ਸਾਡੀ ਉਹ ਕਸਮ ਸੀ, ਪਰ ਅਸੀਂ ਉਸ ਪ੍ਰੋਮਿਸ ਨੂੰ ਭੁੱਲ ਗਏ ਨਾ। ਤਾਂ ਨਾਨਕ ਤਾਂ ਕਹਿ ਲਾਗੋਂ ਪਾਏ, ਅਸੀਂ ਉਹਨਾਂ ਪਦ ਚਿੰਨ੍ਹਾਂ ਤੇ ਤੁਰਨਾ ਹੈ ਜਿਨ੍ਹਾਂ ਰਾਹਾਂ ਤੇ ਉਹ ਗੁਰਮੁਖ ਪਿਆਰੇ ਚੱਲੇ ਨੇ, ਜਿਨ੍ਹਾਂ ਨੇ ਰੱਬ ਦੀ ਰਜ਼ਾ ਨੂੰ ਪ੍ਰਵਾਨ ਕੀਤਾ ਹੈ। ਉਸ ਪ੍ਰਾਪਤੀ ਤਾਂ ਹੀ ਹੋਏਗੀ ਨਾ। ਅਗਲਾ ਵਚਨ ਗੁਰਦੇਵ ਪਾਤਸ਼ਾਹ ਕਰਦੇ ਨੇ, ਪ੍ਰਭ ਕਾ ਸਿਮਰਨ ਸਭ ਤੇ ਉੱਚ। ਜੋ ਪ੍ਰਭੂ ਦੀ ਯਾਦ ਹੈ, ਜੋ ਰੱਬ ਦੀ ਰਜ਼ਾ ਵਿੱਚ ਤੁਰਨਾ ਹੈ, ਰੱਬ ਨੂੰ ਯਾਦ ਰੱਖਣਾ ਹੈ, ਆਪਣੀ ਯਾਦ ਵਿੱਚ ਰੱਬੀ ਗੁਣਾਂ ਨੂੰ ਵਸਾਣਾ ਹੈ ਨਾ, ਇਹ ਕਰਮ ਸਭ ਤੋਂ ਉੱਚਾ ਕਰਮ ਹੈ। ਹੋਰ ਜਿੰਨੇ ਵੀ ਉਦਮ ਨੇ, ਜਿੰਨੇ ਵੀ ਆਰ ਨੇ, ਉਹਨਾਂ ਸਾਰੇ ਆਹਰਾਂ ਨਾਲੋਂ, ਉਦਮਾਂ ਨਾਲੋਂ ਇਹ ਸਭ ਤੋਂ ਉੱਚਾ ਉਦਮ ਹੈ, ਸਭ ਤੋਂ ਉੱਚਾ ਆਰ ਹੈ। ਅਸੀਂ ਬਾਕੀ ਦੇ ਆਰ ਸਾਰੇ ਕਰਦੇ ਹਾਂ, ਉਦਮ ਸਾਰੇ ਕਰਦੇ ਹਾਂ, ਆਹਰ ਸਭ ਕਰਦਾ ਫਿਰੇ। ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੇ ਵਿਰਲਾ ਬੁਝੇ। ਬਾਕੀ ਅਸੀਂ ਉਦਮ ਕਰ ਲੈਂਦੇ ਹਾਂ, ਬੰਦਾ ਸਾਰੇ ਉਦਮ ਕਰ ਲੈਂਦਾ, ਵਰਤ ਰੱਖ ਲੈਂਦਾ, ਨਰਾਤੇ ਰੱਖ ਲੈਂਦਾ, ਤੀਰਥਾਂ ਤੇ ਨਹਾ ਹੁੰਦਾ, ਸਰਾਧ ਕਰ ਲੈਂਦਾ, ਬਜ਼ੁਰਗਾਂ ਦੇ ਫੁੱਲ ਚੁੱਕ ਕੇ ਕੀਰਤ ਕਿਰਪਾ ਹੁੰਦਾ, ਪੁੰਨ ਦਾਨ ਕਰ ਲੈਂਦਾ, ਪਰ ਸੱਚ ਨਹੀਂ ਬੋਲਦਾ, ਪਿਆਰ ਦੇ ਨਾਲ ਨਹੀਂ ਰਹਿੰਦਾ, ਰੱਬੀ ਰਜ਼ਾ ਵਿੱਚ ਨਹੀਂ ਤੁਰਦਾ। ਤਾਂ ਪ੍ਰੋਬਲਮ ਇੱਥੇ ਹੈ। ਜੋ ਰੱਬ ਦੀ ਯਾਦ ਹੈ, ਇਹ ਉਦਮ ਸਭ ਤੋਂ ਉੱਚਾ ਉਦਮ ਹੈ। ਆਪਣੀ ਯਾਦ ਵਿੱਚ ਵਸਾਣਾ ਹੈ ਸਤ, ਸੰਤੋਖ, ਦਇਆ, ਧਰਮ ਨੂੰ, ਨਿਰਭੈਤਾ, ਨਿਰਵੈਰਤਾ ਨੂੰ। ਅਸੀਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਕੰਨਾਂ ਨਾਲ ਅਸੀਂ ਸੱਚ ਸੁਣਨਾ ਹੈ, ਅੱਖਾਂ ਨਾਲ ਅਸੀਂ ਸਭ ਵਿੱਚ ਜੋਤ ਵੇਖਣੀ ਹੈ, ਜ਼ਬਾਨ ਨਾਲ ਅਸੀਂ ਸੱਚ ਔਰ ਪਿਆਰੇ ਬੋਲ ਬੋਲਣੇ ਨੇ, ਹੱਥਾਂ ਨਾਲ ਅਸੀਂ ਕਿਰਤ ਕਰਕੇ ਵੰਡ ਕੇ ਛਕਣਾ ਹੈ, ਪੈਰਾਂ ਨਾਲ ਸਿੱਧੇ ਰਾਹਾਂ ਤੇ ਤੁਰਨਾ ਹੈ, ਮਨ ਦੀ ਸੋਚ ਨੂੰ ਚੰਗੀ ਰੱਖਣਾ ਹੈ। ਇਹ ਹੈ ਪ੍ਰਭੂ ਦਾ ਸਿਮਰਨ, ਇਹ ਹੈ ਪ੍ਰਭੂ ਦੀ ਯਾਦ, ਗੁਰੂ ਦੀ ਯਾਦ, ਕਿਉਂਕਿ ਗੁਰੂ ਨੇ ਸਾਹਮਣੇ ਕਰਮ ਦੱਸੇ ਨੇ ਨਾ। ਤਾਂ ਇਹ ਉਦਮ ਕਰਨਾ ਸਭ ਤੋਂ ਉੱਚਾ ਉਦਮ ਹੈ। ਰੱਬ ਦੇ ਰਜ਼ਾ ਦੇ ਵਿੱਚ ਤੁਰਨਾ, ਰੱਬ ਦੇ ਗੁਣ ਗਾਣੇ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਇਹ ਸਭ ਤੋਂ ਉੱਚਾ ਉਦਮ ਹੈ। ਹੁਣ ਇੱਥੇ ਸਿਮਰਨ ਦੇ ਨੰਨੇ ਥੱਲੇ ਔਂਕੜ ਆ ਗਿਆ ਨਾ। ਪਹਿਲੋਂ ਸਿਮਰਨ ਦੇ ਨੰਨੇ ਨਾਲ ਸਿਹਾਰੀ ਸੀ, ਉਹਦਾ ਮਤਲਬ ਸੀ ਸਿਮਰਨ ਵਿੱਚ, ਤੇ ਇੱਥੇ ਸਿਮਰਨ ਹੁਣ ਕਾ ਸਿਮਰਨ ਇੱਕ ਵਚਨੀ ਸ਼ਬਦ ਹੈ। ਤਾਂ ਸਾਰਿਆਂ ਤੋਂ ਉੱਚਾ ਉਦਮ ਹੈ, ਸਭ ਤੋਂ ਉੱਚਾ ਕਰਮ ਹੈ, ਸਭ ਤੋਂ ਉੱਚਾ ਆਹਰ ਹੈ ਰੱਬ ਦੇ ਗੁਣਾਂ ਨੂੰ ਯਾਦ ਰੱਖਣਾ, ਰੱਬੀ ਰਜ਼ਾ ਦੇ ਵਿੱਚ ਜੀਣਾ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਪ੍ਰਭ ਕੇ ਸਿਮਰਨ ਉਧਰੇ ਮੂਚਾ। ਪ੍ਰਭੂ ਦੇ ਸਿਮਰਨ ਰਾਹੀਂ ਅਨੇਕਾਂ ਲੋਕਾਂ ਦਾ ਉद्धार ਹੋਇਆ ਹੈ, ਅਨੇਕਾਂ ਲੋਕਾਂ ਦਾ ਉद्धार ਹੋਇਆ ਹੈ। ਮੂਚਾ ਦਾ ਮਤਲਬ ਬਹੁਤ ਜ਼ਿਆਦੇ। ਪ੍ਰਭ ਕੈ ਸਿਮਰਨ ਉਧਰੇ ਮੂਚਾ। ਬੜੇ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਬਚੇ ਨੇ, ਕੋਈ ਇੱਕ ਥੋੜਾ ਬਚੇ। ਜਿਨ੍ਹਾਂ ਨੇ ਵੀ ਰੱਬੀ ਹੁਕਮ ਵਿੱਚ ਤੁਰਨਾ ਸ਼ੁਰੂ ਕੀਤਾ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਯਾਦ ਵਿੱਚ ਵਸਾ ਲਿਆ, ਬਹੁਤ ਸਾਰੇ ਲੋਕਾਂ ਦਾ ਉद्धार ਹੋਇਆ ਹੈ। ਦੇਖੋ, ਇੱਥੇ ਸਭ ਤੋਂ ਵੱਡਾ ਕਰੈਕਟਰਲੈਸ ਇੱਕ ਬੰਦਾ ਜਿਸ ਨੂੰ ਅਜਾਮਲ ਕਹਿੰਦੇ ਨੇ। ਅਜਾਮਲ ਪਾਪੀ ਜਗ ਜਾਣੈ ਨਿਮਕ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂਤੀ ਉਤਰ ਪਾਰਾ। ਕਿੰਨਾ ਪਾਪੀ ਸੀ, ਕਰੈਕਟਰਲੈਸ ਬੰਦਾ ਸੀ, ਪਰ ਜਦੋਂ ਗੁਰਮੁਖ ਪਿਆਰਿਆਂ ਨੂੰ ਮਿਲਿਆ, ਉਹਦੀ ਯਾਦ ਵਿੱਚ ਰੱਬੀ ਗੁਣ ਵਸੇ, ਹੁਕਮ ਵਿੱਚ ਤੁਰਨਾ ਸ਼ੁਰੂ ਕੀਤਾ, ਉਹਦਾ ਉद्धार ਹੋ ਗਿਆ। ਵੈਸ਼ਿਆਵਾਂ ਤਰ ਗਈਆਂ ਗਨਕਾ ਉਧਰੀ ਹਰ ਕਹਿ ਤੋਤ,
ਗੁਰੂ ਜੀ ਦਾ ਪਾਵਨ ਬਚਨ ਦੇਖੋ, ਹੁਣ ਅਸੀਂ ਵੇਖਦੇ ਹਾਂ ਕਿੰਨੇ ਪਤੀ ਜਿਹੜੇ ਨੇ ਪਾਵਨ ਹੋਏ ਨੇ। ਸ਼ੇਖ ਸੱਜਣ ਹੈ, ਏਡਾ ਵੱਡਾ ਅਤਿਆਚਾਰੀ ਸੀ, ਲੁਟੇਰਾ ਸੀ, ਉਹਨੂੰ ਯਾਦ ਸੀ ਨਾ ਹਮੇਸ਼ਾ ਕਿ ਆਏਗੇ ਮੁਸਾਫਰਾਂ ਨੂੰ ਲੁੱਟਣਾ ਹੈ, ਵਿਕਾਰ ਕਮਾਣੇ ਨੇ, ਪਾਪ ਕਮਾਣੇ ਨੇ, ਯਾਦ ਵਿੱਚ ਇਹ ਚੀਜ਼ਾਂ ਬੈਠੀਆਂ ਸਨ। ਪਰ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਏ, ਗੁਰੂ ਨਾਨਕ ਦੇਵ ਨੇ ਉਪਦੇਸ਼ ਕੀਤਾ ਤੇ ਗੁਰੂ ਨਾਨਕ ਦੇਵ ਦਾ ਉਪਦੇਸ਼ ਸੱਜਣ ਦੀ ਸੋਚ ਵਿੱਚ ਵਸ ਗਿਆ, ਰੱਬੀ ਗੁਣ ਵਸ ਗਏ, ਪਾਪੀ ਤੋਂ ਪੁੰਨੀ ਹੋ ਗਿਆ, ਉਹਦਾ ਕਤਲਗਾਹ ਗੁਰਦੁਆਰਾ ਬਣ ਗਿਆ। ਤੇ ਲੁਟੇਰਾ ਜਿਹੜਾ ਸੱਜਣ ਸੀ ਉਹ ਗੁਰੂ ਦਾ ਭਾਈ ਸੱਜਣ, ਲੋਕਾਂ ਨੂੰ ਠੱਗੀਆਂ ਮਾਰਨ ਵਾਲਾ ਬੰਦਾ ਲੋਕਾਂ ਨੂੰ ਠੱਗੀਆਂ ਤੋਂ ਬਚਾਉਣ ਵਾਲਾ ਬਣੇ। ਇੱਕ ਤਰਿਆ ਹੈ, ਅਨੰਤ ਤਰੇ ਨੇ, ਅੱਜ ਵੀ ਤਰ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਤਰਨਗੇ। ਤਰਨ ਦਾ ਮਤਲਬ ਹੈ ਵਿਕਾਰਾਂ ਤੋਂ ਬਚ ਜਾਣਾ, ਪਾਪਾਂ ਤੋਂ ਬਚ ਜਾਣਾ, ਅਪਰਾਧਾਂ ਤੋਂ ਬਚ ਜਾਣਾ, ਹੈਵਾਨੀਅਤ ਵਾਲੀ ਜ਼ਿੰਦਗੀ ਛੱਡ ਕੇ ਇਨਸਾਨੀਅਤ ਵਾਲੀ ਜ਼ਿੰਦਗੀ ਜੀਣੀ ਸ਼ੁਰੂ ਕਰ। ਬਹੁਤ ਅਨੰਤ ਲੋਕਾਂ ਦਾ ਉद्धार ਹੋਇਆ ਹੈ, ਵਿਕਾਰਾਂ ਤੋਂ ਬਚੇ ਨੇ, ਖਲਾਸੀ ਹੋਈ ਹੈ, ਰੱਬ ਨੂੰ ਯਾਦ ਕਰਕੇ, ਰੱਬ ਦੀ ਰਜ਼ਾ ਵਿੱਚ ਤੁਰ ਕੇ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ, ਇੱਥੇ ਸਿਮਰਨ ਦੇ ਨੰਨੇ ਨਾਲ ਫਿਰ ਸਿਹਾਰੀ ਹੈ। ਇੱਥੇ ਸਿਮਰਨ ਦਾ ਮਤਲਬ ਹੈ ਸਿਮਰਨ ਦੇ ਰਾਹੀਂ, ਸਿਮਰਨ ਦੇ ਜ਼ਰੀਏ। ਤ੍ਰਿਸ਼ਨਾ ਬੁਝੈ ਦਾ ਮਤਲਬ ਤ੍ਰਿਸ਼ਨਾ ਬੁਝ ਜਾਂਦੀ ਹੈ। ਜੇ ਪ੍ਰਭੂ ਨੂੰ ਯਾਦ ਕੀਤਾ ਜਾਏ ਨਾ ਤਾਂ ਤ੍ਰਿਸ਼ਨਾ ਬੁਝੈ ਦਾ ਮਤਲਬ ਤ੍ਰਿਸ਼ਨਾ ਬੁਝ ਜਾਂਦੀ, ਵਿਕਾਰਾਂ ਦੀ ਤ੍ਰਿਸ਼ਨਾ ਨਹੀਂ ਰਹਿੰਦੀ। ਕਿੰਨੀ ਮਨੁੱਖੀ ਮਨ ਦੇ ਅੰਦਰ ਤ੍ਰਿਸ਼ਨਾ ਹੈ, ਇਹ ਵਿਕਾਰ ਵੀ, ਕਮਾਲਾਂ, ਦੂਜਾ ਵੀ, ਤੀਜਾ ਵੀ, ਲੇਕਿਨ ਜਦੋਂ ਰੱਬੀ ਯਾਦ ਵਿੱਚ ਜੁੜਦਾ ਹੈ ਫਿਰ ਇਹਦੇ ਮਨ ਵਿੱਚ ਕੋਈ ਤ੍ਰਿਸ਼ਨਾ ਨਹੀਂ ਰਹਿੰਦੀ। ਫਿਰ ਇਹ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ, ਦਸਾਂ ਨਵਾਂ ਦੀ ਕਿਰਤ ਕਰਦਾ ਹੈ, ਆਪਣਾ ਬਜਟ ਠੀਕ ਬਣਾਉਂਦਾ ਹੈ, ਉਹਦੇ ਨਾਲ ਆਪਣੀ ਜ਼ਿੰਦਗੀ ਚੰਗੀ ਗੁਜ਼ਾਰਦਾ ਹੈ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਚੰਗਾ ਕਰਦਾ ਹੈ। ਫਿਰ ਉਸ ਰਾਹੀਂ ਜੇ ਉਸ ਕੋਲ ਕੁਛ ਵਾਧੂ ਹੈ ਤਾਂ ਉਹ ਦੂਜਿਆਂ ਦੀ ਆਰਥਿਕ ਸਹਾਇਤਾ ਕਰ ਦਿੰਦਾ ਹੈ, ਜਾਂ ਕਿਸੇ ਦੇ ਅੰਦਰ ਨੈਗੇਟਿਵ ਸੋਚ ਹੈ ਤਾਂ ਉਹਦਾ ਉਹ ਹੈਲਪ ਕਰਦਾ, ਉਹਨੂੰ ਪੋਜ਼ਿਟਿਵ ਸਕਾਰਾਤਮਕ ਸੋਚ ਦਿੰਦਾ ਹੈ। ਵਿਕਾਰਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ, ਬੰਦਾ ਸੈਟਿਸਫਾਈ ਹੋ ਜਾਂਦਾ ਹੈ। ਜੋ ਦਸਾਂ ਨਵਾਂ ਦੀ ਕਿਰਤ ਕਰਕੇ ਮਿਲ ਰਿਹਾ ਹੈ ਉਹਦੇ ਨਾਲ ਉਹ ਸ਼ਾਂਤ ਰਹਿੰਦਾ ਹੈ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਵੇਖ ਭਰਾਈ ਚੋਪੜੀ ਨਾ ਤਰਸਾਏ ਜੀਓ। ਉਹ ਬਗਾਨੇ ਰਸਾਂ ਕਸਾਂ ਨੂੰ ਵੇਖ ਕੇ ਸੱਚ ਦਾ ਮਾਰਗ ਨਹੀਂ ਛੱਡਦਾ, ਸੰਤੋਖ ਵਿੱਚ ਰਹਿੰਦਾ ਹੈ, ਸੱਚੀ। ਅਗਲਾ ਬਚਨ ਗੁਰੂਦੇਵ ਪਾਤਸ਼ਾਹ ਕਰਦੇ ਨੇ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਉਹਨੂੰ ਰੱਬੀ ਯਾਦ ਰਾਹੀਂ ਹਰ ਗੱਲ ਦੀ ਸਮਝ ਪੈ ਜਾਂਦੀ ਹੈ। ਜਦੋਂ ਬੰਦਾ ਰੱਬੀ ਹੁਕਮ ਵਿੱਚ ਤੁਰਦਾ ਹੈ ਨਾ ਤਾਂ ਉਹਨੂੰ ਹਰ ਚੀਜ਼ ਦੀ ਸਮਝ ਪੈ ਜਾਂਦੀ ਹੈ ਕਿ ਇਸ ਦੁਨੀਆ ਵਿੱਚ ਹਰ ਚੀਜ਼ ਰੱਬੀ ਰਜ਼ਾ ਦੇ ਅੰਦਰ ਤੁਰ ਰਹੀ ਹੈ। ਇੱਥੇ ਸਿਸਟਮ ਤੋਂ ਬਾਹਰ ਕੁਝ ਕੀਤਾ ਨਹੀਂ ਜਾ ਸਕਦਾ। ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਗ੍ਰਹਿ ਨਕਸ਼ਤਰ ਨੇ, ਤਾਰੇ ਨੇ, ਪੌਣ ਪਾਣੀ ਹੈ, ਹਰ ਚੀਜ਼ ਕਿਸੇ ਸਿਸਟਮ ਦੇ ਅੰਦਰ ਹੈ। ਉਹਨੂੰ ਸਭ ਚੀਜ਼ ਦੀ ਸਮਝ ਪੈ ਜਾਂਦੀ ਹੈ। ਜਦੋਂ ਬੰਦੇ ਨੇ ਰੱਬੀ ਸਿਸਟਮ ਨੂੰ ਸਮਝ ਲਿਆ ਤੇ ਹਰ ਚੀਜ਼ ਦੀ ਉਹਨੂੰ ਸਮਝ ਪੈ ਜਾਏਗੀ। ਹਰ ਥਾਂ ਤੇ ਵਸਦਾ ਪ੍ਰਭੂ ਨਜ਼ਰੇ ਪਵੇਗਾ। ਉਹਨੂੰ ਇਹ ਸਮਝ ਪੈ ਜਾਏਗੀ ਕਿ ਕਿੱਥੇ ਮੈਂ ਕੀ ਬੋਲਣਾ ਹੈ। ਕਾਮਨ ਸੈਂਸ ਪੈਦਾ ਹੋ ਜਾਏਗੀ, ਵਿਵੇਕ ਬੁੱਧ ਪੈਦਾ ਹੋ ਜਾਏਗੀ। ਉਹ ਜੀਵਨ ਦੇ ਸਹੀ ਫੈਸਲੇ ਲਵੇਗਾ। ਉਹਨੂੰ ਸਭ ਕਿਸੇ ਸਭ ਥਾਵਾਂ ਦੇ ਉੱਤੇ ਪ੍ਰਭੂ ਨਜ਼ਰੀ ਪਵੇਗਾ। ਹਰ ਇੱਕ ਗੱਲ ਦੀ ਉਹਨੂੰ ਸਮਝ ਪੈ ਜਾਏਗੀ। ਉਹਦੇ ਅੰਦਰ ਸਿਆਣਪ ਆ ਜਾਏਗੀ, ਉਹਦੇ ਅੰਦਰ ਵਿਵੇਕ ਬੁੱਧ ਆ ਜਾਏਗੀ। ਇਸੇ ਕਰਕੇ ਅਸੀਂ ਗੁਰੂ ਘਰ ਆਉਣਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਸੂਝ ਮਿਲੇਗੀ ਨਾ ਗੁਰੂ ਚਰਨਾਂ ਚ। ਇਸੇ ਲਈ ਅਸੀਂ ਗੁਰੂ ਦੇ ਚਰਨਾਂ ਵਿੱਚ ਆਉਣਾ ਹੈ। ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਗੁਰੂ ਨੇ ਸਾਨੂੰ ਗਿਆਨ ਦਾ ਸੁਰਮਾ ਹੀ ਤੇ ਦੇਣਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਖਤਮ ਹੋ ਜਾਏਗੀ, ਸੂਝ ਮਿਲੇਗੀ। ਪ੍ਰਭ ਕੈ ਸਿਮਰਨ ਨਾਹੀਂ ਜਮ ਤਰਾਸਾ। ਜਮਾਂ ਦਾ ਡਰ ਨਹੀਂ ਰਹਿੰਦਾ। ਤਰਾਸ ਦਾ ਮਤਲਬ ਡਰ। ਸਿਮਰਨ ਦੇ ਨੰਨੇ ਨਾਲ ਸਿਹਾਰੀ, ਸਿਮਰਨ ਵਿੱਚ, ਸਿਮਰਨ ਰਾਹੀਂ ਜੇ ਰੱਬ ਨੂੰ ਯਾਦ ਕੀਤਾ ਜਾਏ ਤਾਂ ਰੱਬ ਨੂੰ ਯਾਦ ਕਰਨ ਕਰਕੇ ਜਮਾਂ ਦਾ ਡਰ ਨਹੀਂ ਰਹਿੰਦਾ ਕਿ ਮੈਂ ਜਮਾਂ ਦੇ ਵਸ ਪੈ ਜਾਵਾਂਗਾ। ਹੁਣ ਜਮ ਕਿਹੜੇ ਨੇ? ਕਾਮ, ਕ੍ਰੋਧ,
ਜਮ ਕਿਹੜੇ ਨੇ ਜੀ? ਬੋਲ ਕੇ ਦੱਸੋ, ਅਨਮਿਊਟ ਨਾ ਹੋ। ਵੈਸੀ ਜਮ ਕੌਣ ਨੇ? ਵਿਕਾਰ। ਜਮਾਂ ਦੇ ਵਸ ਵਿੱਚ ਪਿਆ ਹੋਇਆ ਬੰਦਾ, ਕੋਈ ਕਾਮ ਦੇ ਵਸ ਵਿੱਚ, ਕੋਈ ਕ੍ਰੋਧ ਦੇ ਵਸ ਵਿੱਚ, ਕੋਈ ਲੋਭ ਦੇ ਵਸ ਵਿੱਚ, ਤੇ ਜ਼ਮੀਰ ਮਰ ਗਈ ਹੈ, ਇਨਸਾਨੀਅਤ ਮਰ ਗਈ, ਅੰਦਰੋਂ ਆਤਮਿਕ ਜੀਵਨ ਬਰਬਾਦ ਹੋ ਗਿਆ। ਕਿਉਂ? ਕਿਉਂਕਿ ਰੱਬ ਦੀ ਯਾਦ ਨਹੀਂ ਹੈ, ਰੱਬ ਦੇ ਗੁਣ ਯਾਦ ਨਹੀਂ, ਸੱਚ ਯਾਦ ਵਿੱਚ ਸੱਚ ਨਹੀਂ ਹੈ, ਇਸ ਕਰਕੇ ਝੂਠ ਨੇ ਆਦ ਬੁੱਝਿਆ। ਕੁਦਰਤ ਕਦੇ ਕਿਸੇ ਚੀਜ਼ ਨੂੰ ਖਾਲੀ ਨਹੀਂ ਛੱਡਦੀ, ਕੁਦਰਤ ਹਮੇਸ਼ਾ ਚੀਜ਼ ਨੂੰ ਭਰ ਦਿੰਦੀ ਹੈ। ਮਿਸਾਲ ਵਜੋਂ ਤੁਹਾਡੇ ਕੋਲ ਇੱਕ ਪਾਣੀ ਦਾ ਗਲਾਸ ਹੈ, ਤੇ ਗਲਾਸ ਨੂੰ ਪੁੱਠਾ ਕਰਕੇ ਪਾਣੀ ਡੋਲ ਦਿਓ, ਗਲਾਸ ਖਾਲੀ ਹੋ ਗਿਆ? ਨਾ। ਅਸੀਂ ਪਾਣੀ ਬਾਹਰ ਕੱਢਿਆ, ਕੁਦਰਤ ਨੇ ਉਹ ਗਲਾਸ ਹਵਾ ਦੇ ਨਾਲ ਭਰ ਦਿੱਤਾ। ਜੇ ਗਲਾਸ ਦੇ ਅੰਦਰ ਹਵਾ ਨਾ ਹੋਵੇ, ਪਿਚਕ ਜਾਏਗਾ। ਕੁਦਰਤ ਕਿਸੇ ਚੀਜ਼ ਨੂੰ ਖਾਲੀ ਨਹੀਂ ਛੱਡਦੀ। ਇੱਕ ਚੀਜ਼ ਕੱਢੋਗੇ, ਦੂਜੀ ਆਟੋਮੈਟਿਕਲੀ ਆ ਜਾਏਗੀ, ਯਤਨ ਨਹੀਂ ਕਰਨਾ ਪਵੇਗਾ। ਸੱਚ ਨੂੰ ਅੰਦਰੋਂ ਕੱਢ ਦਿਓਗੇ, ਝੂਠ ਆਪ ਹੀ ਆ ਜਾਏਗਾ। ਪ੍ਰੇਮ ਨੂੰ ਅੰਦਰੋਂ ਕੱਢ ਦਿਓਗੇ, ਪ੍ਰੇਮ ਦਾ ਵਰਤਾਵ ਨਾ ਕਰੋਗੇ, ਈਰਖਾ ਆਪ ਹੀ ਆ ਜਾਣੀ ਹੈ, ਗੁੱਸਾ ਆਪ ਹੀ ਆ ਜਾਣਾ। ਨਿਮਰਤਾ ਨੂੰ ਅੰਦਰੋਂ ਕੱਢ ਦਿਓ, ਹੰਕਾਰ ਆਪ ਹੀ ਆ ਜਾਣਾ। ਤੇ ਜਦੋਂ ਅੰਦਰ ਗੁਣ ਹੋਣਗੇ, ਨਿਮਰਤਾ ਹੋਏਗੀ, ਹੰਕਾਰ ਨਹੀਂ ਹੋਏਗਾ, ਸੱਚ ਹੋਏਗਾ, ਉੱਥੇ ਝੂਠ ਨਹੀਂ ਹੋਏਗਾ, ਜਿੱਥੇ ਪ੍ਰੇਮ ਹੋਏਗਾ ਉੱਥੇ ਕ੍ਰੋਧ ਨਹੀਂ ਹੋਏਗਾ। ਇਹ ਜਮਾਂ ਦਾ ਡਰ ਮੁੱਕ ਜਾਏਗਾ, ਇਹ ਜਮ ਨੇੜੇ ਵੀ ਨਹੀਂ ਲੱਗਣਗੇ। ਜਮ ਦਾ ਮਤਲਬ ਵਿਕਾਰ। ਰੱਬ ਦੇ ਗੁਣਾਂ ਨੂੰ ਯਾਦ ਕਰਨ ਦੁਆਰਾ ਜਮਾਂ ਦਾ ਡਰ ਜ਼ਿੰਦਗੀ ਚੋਂ ਮੁੱਕ ਜਾਂਦਾ ਹੈ, ਵਿਕਾਰ ਔਰ ਪਾਪ ਨੇੜੇ ਨਹੀਂ ਹੁੰਦੇ। ਪ੍ਰਭ ਕੈ ਸਿਮਰਨ ਪੂਰਨ ਆਸਾ। ਜਦੋਂ ਰੱਬੀ ਸਿਮਰਨ ਵਿੱਚ ਬੰਦਾ ਜੁੜਦਾ ਹੈ ਨਾ, ਰੱਬ ਦੀ ਯਾਦ ਵਿੱਚ, ਰੱਬ ਦੇ ਗੁਣਾਂ ਨੂੰ ਯਾਦ ਕਰਦਾ ਹੈ, ਸੱਚ ਸੰਤੋਖ ਨੂੰ ਯਾਦ ਰੱਖਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਤਾਂ ਪੂਰਨ ਆਸਾ, ਉਹਦੀ ਆਸ ਪੂਰੀ ਹੋ ਜਾਂਦੀ ਹੈ। ਆਸ ਪੂਰੀ ਹੋਣ ਦਾ ਮਤਲਬ ਆਸਾਵਾਂ ਵੱਲੋਂ ਰੱਜ ਜਾਂਦਾ ਹੈ, ਉਹਦੀ ਆਸ ਰਹਿੰਦੀ ਨਹੀਂ ਕਿਸੇ। ਦੇਖੋ, ਆਸ ਔਰ ਸਹਿਯੋਗ ਇਹ ਦੋ ਵੱਖਰੀਆਂ ਚੀਜ਼ਾਂ ਨੇ। ਹੁਣ ਇੱਕ ਤੇ ਹੈ ਕਿ ਮੈਂ ਤੁਹਾਡਾ ਸਹਿਯੋਗ ਮੰਗਾ, ਕਿ ਮੈਨੂੰ 4 ਪੈਸਿਆਂ ਦੀ ਲੋੜ ਹੈ, ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ, ਤੇ ਮੈਂ ਤੁਹਾਡੇ ਤੋਂ ਸਹਿਯੋਗ ਲੈ ਸਕਦਾ ਹਾਂ, ਕਿਉਂਕਿ ਤੁਹਾਡਾ ਇੱਕ ਪਰਿਵਾਰ ਦਾ ਮੈਂਬਰ ਹਾਂ। ਤੁਹਾਨੂੰ 4 ਪੈਸਿਆਂ ਦੀ ਲੋੜ ਹੈ, ਮੇਰੇ ਤੋਂ ਲੈ ਸਕਦੇ ਹੋ, ਕਿਉਂਕਿ ਸਾਡਾ ਪਰਿਵਾਰ ਹੈ। ਇੱਕ ਦੂਜੇ ਤੋਂ ਸਹਿਯੋਗ ਭੈਣਾਂ ਭਰਾਵਾਂ ਤੋਂ ਲੈਣਾ, ਇਹ ਇੱਕ ਵੱਖਰੀ ਚੀਜ਼ ਹੈ। ਸਹਿਯੋਗ ਵੱਖਰੀ ਚੀਜ਼ ਹੈ। ਕਿ ਮੈਂ ਵਪਾਰ ਕਰਨਾ, ਮੈਨੂੰ ਯਾਰ 10,000 ਪਾਉਂਡ ਚਾਹੀਦਾ, ਭਾਈ ਸਾਹਿਬ ਤੁਸੀਂ ਮੈਨੂੰ ਦਿਓ, ਤੇ ਮੈਂ ਤੁਹਾਡੇ ਵਾਪਸ ਕਰ ਦਾਂਗਾ। ਮੇਰਾ ਵਪਾਰ ਚੱਲ ਗਿਆ, ਮੈਂ ਵਾਪਸ ਕਰਤੇ, ਸਣੇ ਵਿਆਜ ਦੇ ਦਿੱਤੇ। ਇਹ ਹੈ ਸਹਿਯੋਗ। ਪਰ ਮੈਂ ਕੰਮ ਕੋਈ ਨਾ ਕਰਾਂ ਤੇ ਮੈਂ ਆਸ ਰੱਖਾਂ ਕਿ ਮੈਨੂੰ ਫਲਾਣੇ ਤੋਂ ਮਿਲ ਜਾਏਗਾ, ਮੈਨੂੰ ਉਧਰੋਂ ਮਿਲ ਜਾਏਗਾ, ਕੋਈ ਦੇਵਤਾ ਪ੍ਰਗਟ ਹੋ ਜਾਏਗਾ, ਕੋਈ ਮੜੀ ਪੀਰ ਤੇ ਅਰਦਾਸ ਕਰਾਂਗਾ, ਉੱਥੋਂ ਮੈਨੂੰ ਮਿਲ ਜਾਏਗਾ, ਇਹ ਆਸਾਂ ਨੇ ਬੇਕਾਰ ਦੀਆਂ। ਤਾਂ ਉਹਦੀਆਂ ਆਸਾਂ ਖਤਮ ਹੋ ਜਾਂਦੀਆਂ ਨੇ, ਉਹ ਕਿਸ ਤੇ ਆਸ ਨਹੀਂ ਰੱਖਦਾ। ਮਾਨੁਕ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭੁਲੇ। ਜਿਹੜੀਆਂ ਵਿਕਾਰਾਂ ਪਾਪਾਂ ਦੀਆਂ ਆਸਾਵਾਂ ਨੇ, ਮਨਸ਼ਾਵਾਂ ਨੇ, ਸਭ ਮੁੱਕ ਜਾਂਦੀਆਂ ਨੇ। ਪੂਰੀਆਂ ਹੋਣ ਦਾ ਮਤਲਬ ਖਤਮ ਹੋ ਜਾਂਦੀਆਂ। ਜਿਵੇਂ ਅਸੀਂ ਕਹਿੰਦੇ ਸਾਡਾ ਬਾਪੂ ਪੂਰਾ ਹੋ ਗਿਆ, ਤਾਂ ਬਾਪੂ ਪੂਰਾ ਹੋਣ ਦਾ ਮਤਲਬ ਇਹ ਨਹੀਂ ਕਿ ਬਾਪੂ ਇੰਜੀਨੀਅਰ ਦਾ ਕੋਰਸ ਕਰ ਲਿਆ ਵੀ ਕੱਲ ਤੋਂ ਹੁਣ ਪੁਲਾਂ ਦੇ ਠੇਕੇ ਲਵੇਗਾ ਨਾ। ਪੂਰਾ ਹੋ ਗਿਆ ਦਾ ਮਤਲਬ ਖਤਮ ਹੋ ਗਿਆ। ਅੱਜ 1 ਮਹੀਨਾ ਪੂਰਾ ਹੋ ਗਿਆ ਮਤਲਬ ਮੁੱਕ ਗਿਆ। ਪੂਰਨ ਆਸਾ, ਉਹਦੀਆਂ ਆਸਾਵਾਂ ਮੁੱਕ ਜਾਂਦੀਆਂ ਨੇ, ਆਸਾਵਾਂ ਵੱਲੋਂ ਮਨ ਰੱਜ ਜਾਂਦਾ ਹੈ। ਉਹ ਫਿਰ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰਦਾ ਹੈ, ਰੱਬ ਦੇ ਸਿਸਟਮ ਦੇ ਅੰਦਰ ਚੱਲਦਾ ਹੈ, ਸਹਿਯੋਗ ਲੈਂਦਾ ਹੈ, ਆਸ ਨਹੀਂ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਲ ਹਮੇਸ਼ਾ ਔਂਕੜ ਰਾਹੀਂ ਆਉਂਦਾ ਹੈ, ਲੇਕਿਨ ਇਹ ਮਲ ਇਸਤਰੀ ਲਿੰਗ ਸ਼ਬਦ ਹੈ। ਆਮ ਕਰਕੇ ਇਸਤਰੀ ਲਿੰਗ ਸ਼ਬਦ ਦੇ ਥੱਲੇ ਔਂਕੜ ਨਹੀਂ ਹੁੰਦਾ, ਪਰ ਇਹ ਮਲ ਕਿਉਂਕਿ ਆਪਣਾ ਨਾਲ ਔਂਕੜ ਲੈ ਕੇ ਆਇਆ ਹੈ, ਇਸ ਕਰਕੇ ਮਲ ਸ਼ਬਦ ਔਂਕੜ ਰਾਹੀਂ ਹੁੰਦਾ ਹੈ। ਰੱਬ ਕੇ ਸਿਮਰਨ ਮਨ ਕੀ ਮਲ ਜਾਏ। ਰੱਬ ਦੀ ਯਾਦ ਵਿੱਚ ਜੀਵਿਆਂ ਮਨ ਦੀ ਮੈਲ ਚਲੀ ਜਾਂਦੀ ਹੈ। ਮਨ ਦੀ ਮੈਲ ਦਾ ਮਤਲਬ ਜੋ ਸਾਡੀ ਮੈਂਟੈਲਿਟੀ ਹੈ, ਉਹਦੇ ਵਿੱਚ ਕੋਈ ਮੈਲ ਨਹੀਂ ਰਹਿੰਦੀ, ਈਰਖਾ ਦੀ, ਵੈਰ ਵਿਰੋਧ ਦੀ। ਹੁਣ ਕਈ ਵਾਰ ਅਸੀਂ ਕਿਸੇ ਦੇ ਨਾਲ ਮਿਲਦੇ ਹਾਂ, ਕਿਸੇ ਦੇ ਨਾਲ ਅਸੀਂ ਪਿਆਰ ਮੁਹੱਬਤ ਬਣਾਉਂਦੇ ਹਾਂ, ਪਰ ਸਾਡੇ ਮਨ ਦੇ ਅੰਦਰ ਮੈਲ ਹੁੰਦੀ ਹੈ। ਅਸੀਂ ਕਿਸੇ
ਲਾਲਚ ਕਰਕੇ ਜਾਂ ਗਲਤ ਭਾਵਨਾ ਕਰਕੇ ਕਿਸੇ ਨਾਲ ਪ੍ਰੇਮ ਬਣਾ ਰਹੇ ਹਾਂ ਤਾਂ ਉਹ ਮਨ ਦੀ ਮੈਲ ਹੈ, ਠੱਗੀ ਹੈ। ਧਰਮ ਦੇ ਨਾਮ ਦੇ ਉੱਤੇ ਕਿੰਨਾ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਹੈ। ਮਨ ਮੈਲੇ ਨੇ। ਰਾਜਨੀਤਿਕੀ ਦੀ ਦੁਨੀਆ ਵਿੱਚ ਮੈਲੇ ਮਨ ਵਾਲੇ ਮਿਲ ਜਾਣਗੇ, ਸਮਾਜ ਵਿੱਚ ਮਿਲ ਜਾਣਗੇ, ਧਰਮ ਵਿੱਚ ਮਿਲ ਜਾਣਗੇ, ਹਰ ਥਾਂ ਤੇ ਮਿਲਣਗੇ। ਸਾਰੀ ਦੁਨੀਆ ਕਦੇ ਮੈਲੀ ਨਹੀਂ ਹੁੰਦੀ। ਸੋਚ, ਗੰਗੂ ਦੀ ਸੋਚ ਕਿੰਨੀ ਮੈਲੀ ਹੈ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਦੇ ਅੰਦਰ ਪਵਾ ਕੇ ਤੇ ਮੈਂ ਆਪਣੇ ਬੱਚਿਆਂ ਵਾਸਤੇ ਪੈਸੇ, ਸੋਚ ਹੀ ਹੈ ਨਾ ਮੈਲੀ। ਤੇ ਜਦੋਂ ਮਨ ਦੇ ਅੰਦਰ ਮੈਲ ਹੋਏਗੀ, ਬੋਲ ਵੀ ਮੈਲੇ ਹੋਣਗੇ, ਕਰਮ ਵੀ ਮੈਲਾ ਹੋਏਗਾ। ਇਸ ਲਈ ਜ਼ਰੂਰਤ ਹੈ ਮਨ ਦੀ ਪਵਿੱਤਰਤਾ ਦੀ। ਮਨ ਮੈਲੇ ਸਭ ਕੁਝ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਤੇ ਮਨ ਦੀ ਮੈਲ ਜਾਂਦੀ ਹੈ ਰੱਬੀ ਗੁਣਾਂ ਨੂੰ ਮਨ ਦੇ ਅੰਦਰ ਵਸਾਇਆ। ਜੇ ਅਸੀਂ ਰੱਬੀ ਗੁਣਾਂ ਨੂੰ ਮਨ ਵਿੱਚ ਵਸਾਉਂਦੇ ਹਾਂ ਤਾਂ ਮਨ ਦੀ ਮਾਨਸਿਕਤਾ ਦੀ ਮੈਲ ਚਲੀ ਜਾਂਦੀ ਹੈ, ਬੰਦੇ ਦੀ ਮਾਨਸਿਕਤਾ ਪਵਿੱਤਰ ਹੋ ਜਾਂਦੀ ਹੈ। ਤੇ ਜਦੋਂ ਮਾਨਸਿਕਤਾ ਪਵਿੱਤਰ ਹੁੰਦੀ ਹੈ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਰਿੱਧ ਦਾ ਮਤਲਬ ਹਿਰਦਾ, ਦਿਲ। ਤੇ ਦਿਲ ਜੋ ਸਰੀਰ ਦਾ ਖੂਨ ਦਾ ਪੰਪ ਕਰ ਰਿਹਾ ਹੈ ਉਹ ਨਹੀਂ। ਦਿਲ ਦਾ ਮਤਲਬ ਸੋਚ, ਮੈਂਟੈਲਿਟੀ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ। ਨਾਮ ਦਾ ਮਤਲਬ ਹੁਕਮ, ਸੱਚ। ਜੋ ਆਤਮਿਕ ਜੀਵਨ ਦੇਣ ਵਾਲਾ ਰੱਬੀ ਗੁਣ ਨੇ, ਸਿਫਤ ਸਲਾਹ ਹੈ, ਰੱਬ ਦਾ ਹੁਕਮ ਹੈ, ਉਹ ਮਾਨਸਿਕਤਾ ਦੇ ਵਿੱਚ ਵਸ ਜਾਂਦਾ ਹੈ, ਸੋਚ ਦੇ ਅੰਦਰ ਵਸ ਜਾਂਦਾ ਹੈ। ਜਦੋਂ ਅੰਦਰ ਰੱਬ ਦੇ ਸੋਚ ਦੇ ਅੰਦਰ ਰੱਬ ਦੇ ਗੁਣ ਵਸ ਗਏ, ਔਗਣ ਬਾਹਰ ਹੋ ਗਏ, ਨਸ ਵੰਜੋ ਕਿਲ ਵੇਖੋ ਕਰਤਾ ਕਰਾਇਆ। ਤੇ ਜਦੋਂ ਸੋਚ ਦੇ ਅੰਦਰ ਸੱਚ ਵਸ ਗਿਆ, ਉਦੋਂ ਬੇੜਾ ਪਾਰ ਹੋ ਗਿਆ। ਸੱਚ ਸਭ ਨਾ ਹੋਏ ਦਾਰੂ ਪਾਪ ਕਰਦੇ ਕੋਈ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਪ੍ਰਭੂ ਜੋ ਨੇ ਉਹ ਭਲੇ ਪੁਰਸ਼ਾਂ ਦੀ ਰਸਨਾ ਤੇ ਵਸਦੇ। ਯਾਨੀ ਜੋ ਭਲੇ ਪੁਰਸ਼ ਨੇ, ਰੱਬ ਦੇ ਜੋ ਦਾਸ ਨੇ, ਉਹਨਾਂ ਦੀ ਰਸਨਾ ਦੇ ਉੱਤੇ ਰੱਬ ਦੇ ਗੁਣ ਵਸਦੇ ਨੇ, ਕਿਉਂਕਿ ਉਹ ਰਸਨਾ ਦੇ ਨਾਲ ਰੱਬ ਦੇ ਗੁਣਾਂ ਦੀ ਗੱਲ ਕਰਦੇ ਨੇ, ਰੱਬ ਦੀ ਰਜ਼ਾ ਦੀ ਗੱਲ ਕਰਦੇ ਨੇ। ਹੋਰ ਕੋਈ ਗੱਲ ਹੀ ਨਹੀਂ ਜ਼ਬਾਨ ਤੇ। ਆਮ ਜਿਹੜਾ ਧਾਰਮਿਕ ਬੰਦਾ ਹੈ, ਆਮ, ਜਿਸ ਨੂੰ ਧਰਮ ਬਾਰੇ ਪੂਰਨ ਤੌਰ ਤੇ ਗਿਆਨ ਨਹੀਂ, ਜੋ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਦਾ, ਉਹਦੀ ਰਸਨਾ ਤੇ ਜ਼ਬਾਨ ਤੇ ਝੂਠ ਵੀ ਹੋ ਸਕਦਾ ਹੈ, ਫਰੇਬ ਵੀ ਹੋ ਸਕਦਾ ਹੈ, ਗੁੱਸੇ ਵਾਲੇ ਬੋਲ ਹੋ ਸਕਦੇ ਨੇ, ਈਰਖਾ ਵਾਲੇ ਬੋਲ ਹੋ ਸਕਦੇ ਨੇ। ਉਹ ਤੁਹਾਨੂੰ ਕਹਿ ਸਕਦਾ ਹੈ ਕਿ ਜੋਤ ਜਗਾਉਣ ਦੇ ਨਾਲ ਤੁਹਾਡੇ ਘਰ ਸ਼ਾਂਤੀ ਆ ਜਾਏਗੀ। ਉਹਦੀ ਰਸਨਾ ਤੇ ਜਦੋਂ ਗੱਲ ਹੋ ਸਕਦੀ ਹੈ ਕਿ ਕਾਲੇ ਛੋਲੇ ਚੜਾਉਣ ਨਾਲ ਸੁੱਖ ਮਿਲ ਜਾਏਗਾ। ਉਹ ਕਹਿ ਸਕਦਾ ਹੈ ਕਿ ਤੁਸੀਂ ਕਰਵਾ ਚੌਥ ਦਾ ਵਰਤ ਰੱਖ ਲਓ, ਪਤੀ ਦੀ ਉਮਰ ਲੰਮੀ ਹੋ ਜਾਏਗੀ। ਪਰ ਜਿਹੜਾ ਰੱਬ ਦਾ ਪਿਆਰਾ ਹੈ, ਉਹਦੀ ਜ਼ੁਬਾਨ ਤੇ ਇਹ ਚੀਜ਼ਾਂ ਨਹੀਂ ਵਸਦੀਆਂ। ਉਹਦੀ ਜ਼ਬਾਨ ਤੋਂ ਇਹ ਚੀਜ਼ਾਂ ਨਹੀਂ ਨਿਕਲਣਗੀਆਂ। ਉਹਦੀ ਜ਼ਬਾਨ ਤੋਂ ਸੱਚ ਨਿਕਲੇਗਾ, ਕਿਉਂਕਿ ਹੈ ਹੀ ਸੱਚ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਤੇ ਇੱਥੇ ਸਾਧ ਦਾ ਮਤਲਬ ਹੈ ਜਿਸ ਨੇ ਮਨ ਨੂੰ ਸਾਧਿਆ ਹੋਇਆ। ਸਾਧ ਦਾ ਮਤਲਬ ਉਹ ਨਹੀਂ ਜਿੰਨੇ ਚੋਲਾ ਪਾਇਆ ਹੈ ਮੇਰੇ ਵਰਗਾ। ਅਸੀਂ ਪਹਿਨਾਵੇ ਦੇ ਨਾਲ ਜੋੜ ਬੈਠੇ ਹਾਂ ਹਰ ਚੀਜ਼ ਨੂੰ। ਕੋਈ ਪੈਂਟ ਸ਼ਰਟ ਵਾਲਾ ਬੰਦਾ ਵੀ ਮਨ ਨੂੰ ਸਾਧਨ ਵਾਲਾ ਹੋ ਸਕਦਾ ਹੈ, ਕੋਈ ਚੋਲੇ ਵਾਲਾ ਵੀ ਹੋ ਸਕਦਾ। ਗੱਲ ਤਾਂ ਗੁਰੂ ਦੇ ਬਾਣੀ ਅਨੁਸਾਰ ਜ਼ਿੰਦਗੀ ਜੀਣ ਦੀ ਹੈ, ਰੱਬ ਦੀ ਰਜ਼ਾ ਦੇ ਅੰਦਰ ਤੁਰਨ ਦੀ ਹੈ। ਜੋ ਰੱਬ ਦੀ ਰਜ਼ਾ ਵਿੱਚ ਤੁਰਨ ਵਾਲਾ ਬੰਦਾ ਹੈ, ਉਹਦੀ ਨਿਸ਼ਾਨੀ ਇਹ ਹੈ ਕਿ ਉਹਦੀ ਜ਼ਬਾਨ ਤੇ ਸਿਰਫ ਰੱਬ ਦੇ ਗੁਣ ਨੇ, ਯੂਨੀਵਰਸਲ ਟਰੁਥ ਹੈ। ਰੱਬ ਦੀ ਰਜ਼ਾ ਪਾਣੇ ਦੀ ਗੱਲ ਕਰੇਗਾ। ਉਹਦੀ ਜ਼ਬਾਨ ਦੇ ਵਿੱਚੋਂ ਕਦੇ ਝੂਠ, ਫਰੇਬ, ਈਰਖਾ, ਦਵੈਸ਼, ਵੈਰ, ਵਿਰੋਧ, ਕਰਮ ਕਾਂਡਾਂ ਦੀ ਗੱਲ ਨਹੀਂ ਸੁਣੋਗੇ। ਉਹਦੇ ਤੋਂ ਸਿਰਫ ਰੱਬੀ ਰਜ਼ਾ ਦੀ ਗੱਲ ਕਰੋਗੇ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਜਨ ਦਾ ਮਤਲਬ ਦਾਸ। ਜਿਹਨੂੰ ਪਿਛਲੀ ਪੰਕਤੀ ਵਿੱਚ, ਅੱਧੀ ਪੰਕਤੀ ਵਿੱਚ ਸਾਧ ਕਹਿ ਰਹੇ ਨੇ, ਉਹਨੂੰ ਇੱਥੇ ਜਨ ਕਹਿ ਰਹੇ ਨੇ। ਕਿ ਜੋ ਰੱਬ ਦੇ ਜਨ ਨੇ, ਰੱਬ ਦੀ ਰਚਾ ਵਿੱਚ ਤੁਰਨ ਵਾਲੇ ਨੇ, ਉਹਨਾਂ ਦੇ ਦਾਸਾਂ ਦਾ ਮੈਂ ਦਾਸ ਹਾਂ। ਦਾਸਨ ਦਸਨਾ ਦਾ ਮਤਲਬ ਦਾਸਾਂ ਦਾ ਦਾਸ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਵੀ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹੋਣ ਲਈ ਤਿਆਰ ਹਾਂ, ਜਿਨ੍ਹਾਂ ਦੀ ਰਸਨਾ ਤੇ ਰੱਬੀ ਗੁਣ ਨੇ, ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬੀ ਗੁਣ ਸਮਾਏ ਹੋਏ ਨੇ। ਕਿਉਂਕਿ ਰੱਬੀ ਗੁਣ ਹੀ ਸੁੱਖਾਂ ਦੀ ਮਣੀ ਨੇ। ਪ੍ਰਭੂ ਦਾ ਨਾਮ, ਨਾਮ ਦਾ ਮਤਲਬ ਹੁਕਮ, ਰੱਬ ਦਾ ਹੁਕਮ ਹੀ ਸੁੱਖਾਂ ਦੀ ਦਾਤ ਦੇਣ ਵਾਲਾ ਹੈ। ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ ਉਹ ਸੁਖੀ ਔਰ ਸ਼ਾਂਤ ਨੇ, ਔਰ ਰੱਬ ਦੀ ਰਜ਼ਾ ਵਿੱਚ ਤੁਰਨਾ ਹੀ ਸਾਰੇ ਸੰਸਾਰ ਨੂੰ ਸੁਖੀ ਔਰ ਸ਼ਾਂਤ ਕਰ ਸਕਦਾ ਹੈ।
ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਸਾਰੀਆਂ ਸਮੱਸਿਆਵਾਂ ਰੱਬੀ ਰਜ਼ਾ ਦੇ ਅੰਦਰ ਤੁਰਨ ਦੇ ਨਾਲ ਖਤਮ ਹੋ ਸਕਦੀਆਂ ਨੇ। ਵਿਸ਼ਵ ਸ਼ਾਂਤੀ ਹੋ ਸਕਦੀ ਹੈ ਔਰ ਹਰ ਬੰਦਾ ਪ੍ਰਭੂ ਦਾ ਰੂਪ ਹੋ ਸਕਦਾ ਹੈ ਜੇ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰਦੇ ਹਾਂ। ਤਾਂ ਅੱਜ ਦੀ ਕਲਾਸ ਦੀ ਇੱਥੇ ਸਮਾਪਤੀ ਕਰਦੇ ਹਾਂ। ਅੱਜ ਜੋ ਅਸਾਂ 2 ਪਦਾਂ ਦੀ ਵਿਚਾਰ ਕੀਤੀ ਹੈ, ਕਿਸੇ ਵੀ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ, ਆਪਣੇ ਵਿਊਜ਼ ਦੇ ਸਕਦੇ ਹੋ। ਮੈਂ ਇੱਥੇ ਸਮਾਪਤੀ ਕਰ ਰਿਹਾ। ਜਿਹੜੇ ਮੇਰੇ ਵੀਰ ਫੇਸਬੁੱਕ ਦੇ ਉੱਤੇ ਸਰਵਨ ਕਰ ਰਹੇ ਨੇ, ਮੈਂ ਆਪ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਧੰਨਵਾਦ ਇੰਨਾ ਪਿਆਰ ਦੇਣ ਵਾਸਤੇ, ਪਿਆਰ ਦੇ ਨਾਲ ਸਰਵਨ ਕਰਦੇ ਹੋ। ਤੇ ਮੈਂ ਆਪ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਕੋਈ ਸੁਝਾਅ ਦੇਣਾ ਚਾਹੋ ਤਾਂ ਕਮੈਂਟ ਵਿੱਚ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਤੇ ਅੱਜ ਦੀ ਕਥਾ ਸਾਰਿਆਂ ਨੇ ਸੁਣ ਹੀ ਲਈ ਹੈ ਜੀ। ਤੇ ਜੋ ਵੀ ਤੁਹਾਡੀ ਰਾਏ ਹੋਵੇ ਉਹਦੇ ਵਿੱਚ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ। ਤੇ ਮੈਨੂੰ ਰਵਿੰਦਰ ਸਿੰਘ ਜੀ ਦਾ ਵੀ ਮੈਸੇਜ ਆਇਆ। ਮੈਂ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ, ਅੱਜ ਡਿਸਟਰਬੈਂਸ ਸ਼ਾਇਦ ਜ਼ਿਆਦਾ ਹੋਈ ਆ, ਤੇ ਜੇ ਇੱਦਾਂ ਹੈਗੀ ਥੋੜਾ ਸਾਨੂੰ ਫੀਡਬੈਕ ਵੀ ਦਿਓ ਜੀ, ਤਾਂ ਕਿ ਸਾਨੂੰ ਪਤਾ ਲੱਗ ਸਕੇ। ਨਹੀਂ, ਕਾਫੀ ਹੋਈ ਹੈ ਤਰਲੋਚਨ, ਕਾਫੀ ਹੋਈ ਹੈ। ਅੱਛਾ ਜੀ, ਅੱਜ ਬਹੁਤ ਡਿਸਟਰਬੈਂਸ ਹੋਈ ਹੈ, ਲਗਾਤਾਰ ਬੈਕਗ੍ਰਾਉਂਡ ਸਾਊਂਡਸ ਆਵਾਜ਼ਾਂ ਹੀ ਆਉਂਦੀਆਂ ਰਹੀਆਂ ਨੇ, ਕੋਈ ਪਤਾ ਨਹੀਂ ਕਰਦੀਆਂ। ਅੱਛਾ ਜੀ, ਡਿਸਟਰਬੈਂਸ, ਹਾਂਜੀ। ਕੋਈ ਨਹੀਂ ਜੀ, ਅਸੀਂ ਇਹ ਪਤਾ ਕਰਾਂਗੇ ਜੀ ਕਿਉਂ ਹੋਈ ਹੈ। ਵੈਸੇ ਮੈਂ ਉਹਦੇ ਵਿੱਚ ਗਿਆਨੀ ਜੀ ਦਾ ਜਿਹੜੀ ਫੇਸਬੁੱਕ ਸੀਗੀ ਨਾ, ਉਹਨਾਂ ਤੇ ਵੀ ਮੈਂ ਜਾ ਕੇ ਦੇਖਿਆ ਸੀਗਾ, ਉੱਥੇ ਡਿਸਟਰਬੈਂਸ ਸ਼ਾਇਦ ਨਥਿੰਗ ਸੀਗੀ। ਗਿਆਨੀ ਜੀ ਦੇ ਨਾਲ ਵਿੱਚ ਡਿਸਟਰਬੈਂਸ ਹੈ ਸੀ। ਹਾਂਜੀ, ਜਦੋਂ ਗਿਆਨੀ ਜੀ ਬੋਲਦੇ ਸੀ ਨਾ ਉਦੋਂ ਹੁੰਦੀ ਸੀਗੀ, ਜਦੋਂ ਗਿਆਨੀ ਜੀ ਕਥਾ ਕਰਦੇ ਸੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਜੀ। ਤੇ ਇਹਦੇ ਬਾਰੇ ਅਸੀਂ ਦੇਖਦੇ ਹਾਂ ਕੀ ਕਰ ਸਕਦੇ ਹਾਂ। ਸ਼ਾਇਦ ਕੋਈ ਇੰਟਰਨੈਟ ਦੀ ਪ੍ਰੋਬਲਮ ਜਾਂ ਕਿੱਦਾਂ ਹੋਊਗੀ। ਤੇ ਮੈਂ ਸੋਚਦਾ ਸੀਗਾ ਸ਼ਾਇਦ ਮੇਰੇ ਕੰਪਿਊਟਰ ਦੇ ਵਿੱਚ ਕੋਈ ਹੋਊਗੀ, ਪਰ ਜਦੋਂ ਗਿਆਨੀ ਜੀ ਕਥਾ ਕਰਦੇ ਸੀ ਉਹਦੇ ਵਿੱਚ ਡਿਸਟਰਬੈਂਸ ਆਉਂਦੀ ਸੀਗੀ। ਹਾਂ, ਆਵਾਜ਼ ਵੀ ਖਰਾਬ ਹੋਈ। ਹਾਂਜੀ, ਕਾਫੀ ਹੋਈ ਹੈ। ਚਲੋ ਜੀ, ਤੁਹਾਡਾ ਥੈਂਕ ਯੂ ਬਹੁਤ ਬਹੁਤ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਜਿੱਦਾਂ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਜੇ ਤੁਹਾਡਾ ਕੋਈ ਸਵਾਲ ਹੈਗਾ ਜੀ ਤੇ ਤੁਸੀਂ ਗਿਆਨੀ ਜੀ ਨੂੰ ਪੁੱਛ ਸਕਦੇ ਆ। ਤੇ ਪੁਨੀਤ ਕੌਰ ਜੀ ਅਨਮਿਊਟ ਹੋਏ ਸੀ ਸਾਰਿਆਂ ਤੋਂ ਪਹਿਲਾਂ, ਤੇ ਉਹਨਾਂ ਨੇ ਜੀ ਤੁਸੀਂ ਗੱਲ ਕਰੋ। ਹਾਂਜੀ ਕਰੋ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਮੈਨੂੰ ਇੱਕ ਗੱਲ ਸਮਝਾਓ ਕਿ ਤੀਰਥਾਂ ਤੇ ਇਸ਼ਨਾਨ ਦੇ ਕਰਕੇ ਮਤਲਬ ਇਹ ਇਸ ਤੋਂ ਦੂਸਰੀ ਸਾਈਡ ਯੂ ਕੈਨ ਸੇ ਕਿ ਨੈਗੇਟਿਵ ਸਾਈਡ ਕਿਉਂ ਲਿਆ ਜਾਂਦਾ ਹੈ? ਮਤਲਬ ਅਬ ਜਿਸ ਤਰ੍ਹਾਂ ਹੁਣ ਤੀਰਥ ਤੇ ਨਹੀਂ, ਪੰਜਾਬ ਵਿੱਚ ਇਤਨੇ ਗੁਰਦੁਆਰੇ ਹੈਗੇ ਨੇ, ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੋਏ ਤੇ ਅਸੀਂ ਉਹਨਾਂ ਦੇ ਦਰਸ਼ਨ ਜ਼ਰੂਰ ਕਰੀਦੇ ਆ। ਮਤਲਬ ਤੀਰਥ ਯਾਤਰਾ ਨੂੰ ਮਤਲਬ ਗੁਰਬਾਣੀ ਵਿੱਚ ਕਿਆ ਸਹੀ ਨਹੀਂ ਮੰਨਿਆ ਗਿਆ ਕਿ ਭਈ ਤੀਰਥਾਂ ਤੇ ਇਸ਼ਨਾਨ ਕਰਨਾ ਜਾਂ? ਹਾਂਜੀ ਭੈਣ ਜੀ, ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਸਾਡੇ ਪਾਪਾਂ ਵਿਕਾਰਾਂ ਦਾ ਕੁਛ ਵੀ ਖਾਤਮਾ ਨਹੀਂ ਹੁੰਦਾ। ਤੇ ਗੁਰਦੁਆਰੇ ਸਾਹਿਬਾਨ ਨੇ ਜਿਹੜੇ, ਉਹ ਸਾਡੇ ਤੀਰਥ ਨਹੀਂ, ਸਾਡੇ ਗੁਰ ਸਥਾਨ ਨੇ, ਇਤਿਹਾਸਕ ਸਥਾਨ ਨੇ। ਹਾਂਜੀ। ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਪਰਸਨ ਕਰਨ ਵਾਸਤੇ ਸਾਨੂੰ ਜਾਣਾ ਚਾਹੀਦਾ ਹੈ, ਲੇਕਿਨ ਉਹ ਇਸ ਵਾਸਤੇ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਇੱਥੇ ਗੁਰੂ ਸਾਹਿਬ ਨੇ ਸਾਨੂੰ ਇਹ ਉਪਦੇਸ਼ ਦਿੱਤਾ ਸੀ। ਗੁਰੂ ਸਾਹਿਬ ਜੀ ਦਾ ਇਸ ਯਾਦ ਦੇ ਨਾਲ, ਇਤਿਹਾਸ ਦੇ ਨਾਲ ਜੁੜਿਆ ਹੋਇਆ ਇਹ ਅਸਥਾਨ ਹੈ, ਔਰ ਗੁਰੂ ਜੀ ਨੇ ਸਾਨੂੰ ਇਹ ਉਪਦੇਸ਼ ਕੀਤਾ ਸੀ। ਇੱਥੇ ਬੈਠ ਕੇ ਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਸੀ, ਜਾਂ ਆਨੰਦਪੁਰ ਸਾਹਿਬ ਅਸੀਂ ਜਾਂਦੇ ਹਾਂ ਤੇ ਗੁਰੂ ਜੀ ਨੇ 14 ਜੰਗ ਲੜੇ ਸੀ, ਤਾਂ ਉਹਨਾਂ ਚੀਜ਼ਾਂ ਦਾ ਸਾਨੂੰ ਲਾਭ ਹੋ ਸਕੇ। ਬਾਕੀ ਜਿਹੜੇ ਗੁਰੂ ਸਾਹਿਬ ਜੀ ਨੇ ਜਿਹੜੇ ਸਰੋਵਰ ਬਣਾਏ ਸੀ ਗੁਰੂ ਜੀ ਨੇ, ਹਾਂਜੀ, ਜਿਸ ਤਰ੍ਹਾਂ ਗੋਇੰਦਵਾਲ ਸਾਹਿਬ ਚਲੇ ਜਾਓ, ਜੇ ਇਸ ਤਰ੍ਹਾਂ ਦੀ ਜਗ੍ਹਾ ਏਦਾਂ ਦੀ ਹੋਗੀ ਜਿਸ ਤਰ੍ਹਾਂ ਕਿ ਭਾਈ ਜਿੱਥੇ ਉਹਨਾਂ ਦਾ ਕੋਈ ਇਤਿਹਾਸਿਕ ਮਹੱਤਵ ਹੈਗਾ ਹੈ, ਤੇ ਉਹਨਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਨਹੀਂ, ਜਿਹੜੇ ਇਤਿਹਾਸਕ ਮਹੱਤਵ ਹੈ ਉਹ ਤਾਂ ਹੈ, ਉਹਦੇ ਵਾਸਤੇ ਮੈਂ ਕਹਿ ਰਿਹਾ ਕਿ ਇਤਿਹਾਸਕ ਮਹੱਤਵ ਜਿਹੜਾ ਨਾ ਉਹ ਹੈ ਬਿਲਕੁਲ। ਤੇ ਇਤਿਹਾਸ ਜਿਹੜਾ ਹੈ ਉਹ ਸਾਨੂੰ ਦੱਸਣਾ ਚਾਹੀਦਾ ਬੱਚਿਆਂ ਨੂੰ, ਤੇ ਇਤਿਹਾਸਕ ਜਾਣਕਾਰੀ ਲੈਣ ਵਾਸਤੇ ਜਾਣ ਲਈ ਸਾਨੂੰ ਕੋਈ ਉਹਦੇ ਵਿੱਚ ਗਿਲਾ ਨਹੀਂ, ਜਾਣਾ ਚਾਹੀਦਾ ਹਰ ਬੰਦੇ ਨੂੰ, ਸਿੱਖ ਨੂੰ। ਔਰ ਸਰੋਵਰ ਦੀ ਖਾਸ ਕਰਕੇ ਮੈਂ ਬੇਨਤੀ ਕਰਨ ਲੱਗਾ ਕਿ ਸਰੋਵਰ ਜਿਹੜੇ ਗੁਰੂ ਸਾਹਿਬ ਨੇ ਬਣਾਏ ਸੀ ਨਾ, ਉਹ ਇਸ ਕਰਕੇ ਬਣਾਏ ਸੀ ਕਿ ਜਾਤੀਵਾਦ ਦਾ ਖਾਤਮਾ ਹੋਏਗਾ। ਕਿਉਂਕਿ ਜਿਹੜਾ ਬ੍ਰਾਹਮਣ ਵਰਗ ਸੀ ਉਹ ਕਹਿੰਦਾ ਸੀ ਕਿ ਜਿਹੜੇ ਅਖੌਤੀ ਸ਼ੂਦਰ ਨੇ ਛੋਟੀਆਂ ਜਾਤਾਂ ਦੇ, ਉਹ ਇੱਕ ਦੂਜੇ ਦੇ ਨਾਲ ਟੱਚ ਵੀ ਨਹੀਂ ਕਰ ਸਕਦੇ, ਪਾਣੀ ਨਹੀਂ ਪੀ ਸਕਦੇ, ਜਾਂ ਜੋ ਵੀ ਕੁਛ ਸੀ,
ਤਾਂ ਗੁਰੂ ਜੀ ਨੇ ਸਾਂਝੀ ਪੰਗਤ ਔਰ ਸਾਂਝੀ ਸੰਗਤ ਸ਼ੁਰੂ ਕੀਤੀ ਤੇ ਨਾਲ ਇਹ ਵੀ ਕਿਹਾ ਵੀ ਇਸ ਸਰੋਵਰ ਦੇ ਵਿੱਚ ਹਰ ਇਨਸਾਨ ਇਸ਼ਨਾਨ ਕਰ ਸਕਦਾ ਹੈ ਔਰ ਇਹਨਾਂ ਸਰੋਵਰਾਂ ਵਿੱਚ ਇਸ਼ਨਾਨ ਕਰਨ ਨਾਲ ਜਾਤੀਵਾਦ ਆਦਿ ਖਤਮ ਹੋਵੇਗਾ। ਤਾਂ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਭਾਵ ਇਹ ਹੈ ਕਿ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਆਪਣੇ ਨਾਮ ਦੇ ਨਾਲ ਸਰਨੇਮ ਨਹੀਂ ਲਾਵਾਂਗੇ ਔਰ ਅਸੀਂ ਜਾਤੀਵਾਦ ਨੂੰ ਖਤਮ ਕਰਾਂਗੇ। ਪਰ ਜੇ ਸਰੋਵਰ ਵਿੱਚ ਇਸ਼ਨਾਨ ਕਰਕੇ ਵੀ, ਸੰਗਤ ਵਿੱਚ ਲੰਗਰ ਛਕ ਕੇ ਵੀ, ਬਾਣੀ ਪੜ੍ਹ ਕੇ ਵੀ ਅਸੀਂ ਜਾਤੀਵਾਦ ਮੰਨਦੇ ਹਾਂ ਤਾਂ ਉਹਦਾ ਸਾਨੂੰ ਕੋਈ ਲਾਭ ਨਹੀਂ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਵੀ ਬਹੁਤ ਵੱਡਾ ਦਿਮਾਗ ਵਿੱਚ ਇੱਕ ਕੁਐਸਚਨ ਸੀਗਾ, ਬੜੇ ਦਿਨਾਂ ਤੋਂ ਪੁੱਛਣਾ ਚਾਹ ਰਹੀ ਸੀ। ਅੱਜ ਵੈਸੇ ਹੀ ਜਿਹੜੀ ਉਸ ਪਦੇ ਵਿੱਚ ਉਹ ਵਾਲੀ ਤੁਕ ਆ ਗਈ ਸੀਗੀ ਜੀ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਤੇ ਉਸ ਚੀਜ਼ ਨੂੰ ਜਸਟੀਫਾਈ ਉਹ ਵੀ ਮੈਂ ਕਹਿ ਰਹੀ ਸੀ ਕਿ ਵੀ ਕਿੱਦਾਂ ਕਰੇ ਬੰਦਾ। ਠੀਕ ਹੈ ਜੀ, ਥੈਂਕ ਯੂ ਸੋ ਮਚ। ਧੰਨਵਾਦ ਭੈਣ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਤੇ ਹੋਰ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਜੀ, ਕਈ ਅਨਮਿਊਟ ਹੈਗੇ, ਜੇ ਉਹਨਾਂ ਨੇ ਕੋਈ ਸਵਾਲ ਪੁੱਛਣਾ ਹੈਗਾ ਤਾਂ ਤੁਸੀਂ ਹੁਣ ਗੱਲ ਕਰ ਸਕਦੇ ਆ ਜੀ। ਐਨੀਬੋਡੀ? ਗਿਆਨੀ ਜੀ। ਹਾਂਜੀ ਭੈਣ। ਕੱਲ ਦਾ ਲਿੰਕ ਦਾ ਕੋਈ ਬਣਿਆ ਕੁਛ ਕਿ ਨਹੀਂ ਹਲੇ? ਹਾਂ ਭੈਣ, ਮੈਂ ਅਮਰੀਕਾ ਕੀਤੀ ਸੀ ਮੁੰਡੇ ਨਾਲ ਗੱਲ, ਤੇ ਉਹ ਮੈਂ ਲਿੰਕ ਲੈ ਕੇ ਤੁਹਾਨੂੰ ਭੇਜ ਦਵਾਂਗਾ ਕੱਲ ਨੂੰ ਸੇਮ ਟਾਈਮ। ਤੇ ਮੈਨੂੰ ਤੇ ਭੇਜ ਦਿਓ ਕਿ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਬਾਕੀਆਂ ਦੇ ਉਹਨਾਂ ਦਾ। ਮੈਂ ਨਾ ਜਿਵੇਂ ਕਲਾਸ ਦੇ ਵਿੱਚ ਨਾ ਜ਼ੂਮ ਕਲਾਸ ਵਾਲਿਆਂ ਨੂੰ ਮੈਂ ਭੇਜਣਾ ਹੁੰਦਾ, ਮੈਂ ਸਾਰਿਆਂ ਨੂੰ ਸੈਂਡ ਕਰ ਦਵਾਂਗਾ ਜਿਨ੍ਹਾਂ ਨੂੰ ਮੈਂ ਕਰਨਾ ਹੁੰਦਾ ਨਾ, ਤੇ ਜਿਹਨੇ ਆਣਾ ਹੋਏਗਾ ਉਹ ਆ ਜਾਵੇਗਾ। ਠੀਕ ਹੈ। ਤੇ ਬਾਕੀ ਕਲਾਸ ਵਾਲੇ ਵੀਰ ਭੈਣ ਇਹ ਨਾ ਸਮਝਣ ਕਿ ਅਸੀਂ ਵੱਖਰੇ ਜਾਂ ਕਿਸ ਤਰ੍ਹਾਂ, ਉਹ ਸਿਰਫ ਇਸ ਕਰਕੇ ਕਿ ਜਿਹੜੇ 2 3 4 ਭੈਣਾਂ ਵੀਰ ਸ਼ਨੀਵਾਰ ਨੂੰ ਚਾਹੁੰਦੇ ਸੀ ਤੇ ਉਹਨਾਂ ਕਰਕੇ ਇਹ ਵੱਖਰਾ ਸ਼ੁਰੂ ਕੀਤਾ ਹੈ। ਤੇ ਜਦੋਂ ਇਹ ਖਤਮ ਹੋ ਜਾਏਗਾ ਆਪਣਾ ਸੁਖਮਨੀ ਸਾਹਿਬ, ਤਾਂ ਫਿਰ 12 ਮਾਹ ਸਾਰਿਆਂ ਵਾਸਤੇ ਦੁਬਾਰਾ ਕਰ ਲਿਆ ਜਾਏਗਾ। 2 4 ਨਹੀਂ ਆਉਣਾ ਮੇਰੇ ਖਿਆਲ ਭੈਣ ਜੀ ਕੁਲਦੀਪ ਕੌਰ ਨੇ, ਜਾਂ ਕੁਛ ਇੰਡੀਆ ਤੋਂ 1 2 ਹੋਣਗੇ ਤੇ ਇੱਕ ਦਾ ਵੀਰ ਇੱਥੋਂ ਕੈਨੇਡਾ ਤੋਂ ਨੇ। ਤੇ ਉਹ ਸ਼ਨੀਵਾਰ ਨੂੰ ਜਿਹੜੇ ਸਿਰਫ ਸ਼ਨੀਵਾਰ ਨੂੰ ਆਉਂਦੇ ਨੇ ਉਹਨਾਂ ਵਾਸਤੇ ਫਿਰ ਉਹ ਵੀ ਨਾਰਾਜ਼ ਨਾ ਹੋਣ ਦੂਜੇ ਵੀ ਅਸੀਂ, ਕਿਉਂਕਿ ਸਾਡਾ ਇੱਕ ਪਰਿਵਾਰ ਹੈ ਤੇ ਪਰਿਵਾਰ ਦਾ ਹਰ ਜੀ ਖੁਸ਼ ਰਹਿਣਾ ਚਾਹੀਦਾ। ਤੇ ਬਾਕੀ ਆ ਜਿਹੜਾ ਵੀਰ ਜੀ ਤਰਲੋਚਨ ਸਿੰਘ ਜੀ ਆਨੰਦ ਬੰਨਦੇ ਨੇ ਆਪਣਾ ਕਹਾਣੀਆਂ ਵਾਲਾ, ਇਹ ਤਾਂ ਸਾਡੇ ਤੋਂ ਨਹੀਂ ਭਜਣਾ। ਤੇ ਬਾਕੀ ਹੁੰਦੇ ਨਾਲੇ ਆਪਣਾ ਪਹਿਲਾ ਤਜਰਬਾ ਸ਼ਾਇਦ ਹਾਲੇ ਸਿਸਟਮ ਵੀ ਸਿੱਖਣਾ ਪੈਣਾ, ਤੇ ਮੈਂ ਅੱਜ ਉਹ ਵੀ ਕਰ ਲਾਂਗਾ ਟਰਾਈ ਨਾ। ਉਹਨੇ ਸਾਲ ਦੇ ਪੈਸੇ ਭਰੇ ਨੇ ਮੁੰਡੇ ਨੇ ਨਾ, ਸ਼ਾਇਦ ਮਿਲ ਜਾਏਗਾ ਜੋ। ਧੰਨਵਾਦ ਜੀ। ਸ਼ਾਇਦ ਉਹਨਾਂ ਨੂੰ ਉਸੇ ਟਾਈਮ ਤੁਹਾਡੀ ਆਵਾਜ਼ ਇੱਕ ਵਾਰੀ ਫੇਰ ਕਿਹੋ ਜੀ, ਤੁਹਾਡੀ ਆਵਾਜ਼ ਨਹੀਂ ਆਈ ਚੰਗੀ ਤਰ੍ਹਾਂ, ਫੇਰ ਕਿਹੋ ਇੱਕ ਵਾਰੀ। ਮੇਰੇ ਖਿਆਲ ਨਾਲ ਇੰਟਰਨੈਟ ਦੀ ਪ੍ਰੋਬਲਮ ਆ ਰਹੀ ਹੈ। ਮੇਰੇ ਕੋਲ ਇੱਥੇ ਰੇਂਜ ਤਾਂ ਪੂਰੀ ਦਿਸ ਰਹੀ ਹੈ, ਪਰ ਕੀ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਹੁਣ ਪਤਾ ਨਹੀਂ। ਤੁਹਾਡੇ ਫੋਨ ਦੇ ਵਿੱਚ ਫੁੱਲ ਰੇਂਜ ਆ ਰਹੀ ਹੈ ਜੀ? ਹਾਂਜੀ, ਫੋਨ ਵਿੱਚ ਵੀ ਤੇ ਇੱਥੇ ਮਤਲਬ ਲੈਪਟਾਪ ਤੇ ਵੀ ਬਿਲਕੁਲ ਪੂਰੀਆਂ 5 ਦੀਆਂ 5 ਡੰਡੀਆਂ ਦਿਸ ਰਹੀਆਂ ਨੇ। ਠੀਕ ਹੈ ਜੀ। ਇਹ ਹੁਣ ਪਤਾ। ਹਾਂਜੀ, ਥੋੜੀ ਜਿਹੀ ਵੋਲਿਊਮ ਘੱਟ ਕਰਕੇ ਦੇਖੋ, ਫਿਰ ਸ਼ਾਇਦ ਠੀਕ ਹੋ ਜਾਏ। ਘੱਟ ਮੇਰਾ ਖਿਆਲ ਇਹਦੇ ਨਾਲ ਤਾਂ ਬਹੁਤਾ ਫਰਕ ਨਹੀਂ ਪੈਣਾ ਚਾਹੀਦਾ ਜੀ, ਪਰ ਚਲੋ ਫਿਰ ਵੀ ਇਹ ਵੀ ਕਰਕੇ ਦੇਖ ਲਵਾਂਗੇ। ਇੱਧਰ ਮੈਸੇਜ ਆਇਆ ਸੀ, ਡਿਸਟਰਬੈਂਸ ਕਾਫੀ ਆਈ ਸੀ। ਡਿਸਟਰਬੈਂਸ ਆ ਰਹੀ ਹੈ ਨਾ ਥੋੜੀ, ਆਵਾਜ਼ ਆਈ ਅੱਜ ਆ ਰਹੀ ਹੈ ਥੋੜੀ ਜਿਹੀ। ਮੈਨੂੰ ਲੱਗਦਾ ਫੋਨ ਤੇ ਲੈਪਟਾਪ ਕੋਲ ਪੇ ਕਰਕੇ ਐਕੋ ਆ ਰਹੀ ਲੱਗਦੀ ਦੋਨਾਂ ਦੀ। ਨਹੀਂ ਦੋ ਤੇ ਡੇਲੀ ਜੋੜੇ ਹੁੰਦੇ ਨੇ। ਹਾਂ, ਨਹੀਂ ਐਕੋ ਨਹੀਂ ਸੀ, ਪਰ ਪਿੱਛੇ ਸਾਊਂਡ ਬੜਾ ਹੀ ਕੰਟੀਨਿਊਸਲੀ ਆ ਰਿਹਾ ਸੀ, 1 ਮਿੰਟ ਲਈ ਨਹੀਂ ਰੁਕਿਆ ਅੱਜ ਸਾਰੀ ਕਥਾ ਵਿੱਚ। ਲਾਸਟ ਦੇ 5-7 ਮਿੰਟ ਜਰਾ ਬਿਲਕੁਲ ਕਲੀਅਰ ਹੋ ਗਏ ਸੀ। ਹਾਂਜੀ, ਅੱਛਾ, ਸੌਰੀ, ਹੁਣ ਪਤਾ ਨਹੀਂ ਕੀ ਪ੍ਰੋਬਲਮ ਆਈ, ਸੌਰੀ। ਚਲੋ ਕੋਈ ਗੱਲ ਨਹੀਂ ਜੀ, ਕਸੂਰ ਤਾਂ ਹੁਣ ਕਿਸੇ ਦਾ ਵੀ ਨਹੀਂ ਪਤਾ। ਹੁਣ ਸਾਨੂੰ, ਅਸੀਂ ਇਹਦੇ ਟੈਕਨੀਸ਼ੀਅਨ ਤਾਂ ਹੈ ਨਹੀਂ, ਸਾਨੂੰ ਪਤਾ ਨਹੀਂ ਪੂਰੀ ਤਰ੍ਹਾਂ, ਪਰ ਜਾਣ ਪਛਾਣ ਕਰਕੇ ਵਿੱਚੋਂ ਛਾਣਬੀਣ ਕਰਕੇ ਜੇ ਸਾਨੂੰ ਲੱਭ ਸਕਿਆ ਤਾਂ ਆਪਾਂ ਜ਼ਰੂਰ ਇਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਡਿਸਟਰਬ ਕਰ ਰਹੀ ਹੈ ਕੋਈ ਵੀ ਚੀਜ਼, ਤੇ ਉਹਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਸਾਡੇ ਨਾਲ ਅੱਜ ਕਿਰਨ ਜੀ ਦਿੱਲੀ ਤੋਂ ਜੁੜੇ ਸੀਗੇ ਜੀ, ਬਹੁਤ ਬਹੁਤ ਧੰਨਵਾਦ ਆਪਣੇ ਕੁਲਦੀਪ ਕੌਰ ਦਾ ਵੀ, ਜਿਨ੍ਹਾਂ ਨੇ ਉਹਨਾਂ ਨੂੰ ਜੋੜਿਆ ਸੀਗਾ ਇਸ ਨਾਲ। ਤੇ ਉਮੀਦ ਹੈ ਕਿ ਸੋਮਵਾਰ ਨੂੰ ਫੇਰ ਮੁੜ ਕੇ ਆਉਣਗੇ, ਤੇ ਕੱਲ ਨੂੰ ਵੀ ਜਿੰਨਿਆਂ ਨੇ ਵੀ ਤੁਸੀਂ ਜੁੜਨਾ ਹੋਇਆ, ਤੁਸੀਂ ਜਿਹੜੀ ਕਲਾਸ ਆਪਣੀ ਕਿਵ ਸਚਾਰਾ, ਗਿਆਨੀ ਜੀ ਜਿਹੜੀ ਕਿਵ ਸਚਾਰਾ ਹੋਈ ਹੈ ਕਲਾਸ ਹੈਗੀ, ਉਹਦੇ ਵਿੱਚ ਤੁਸੀਂ ਨੰਬਰ ਦਿਓਗੇ ਜੀ? ਨਹੀਂ, ਜਿਹੜਾ ਮੈਂ ਆਮ ਨਹੀਂ ਭੇਜਦਾ ਸਾਰਿਆਂ ਨੂੰ, ਕਰੀਬ ਮੈਂ ਕਰ 15 ਮਿੰਟ ਪਹਿਲਾਂ ਕਲਾਸ ਸ਼ੁਰੂ ਹੋ ਰਹੀ ਹੈ। ਉਹ ਸਾਨੂੰ ਨਹੀਂ ਆਉਂਦਾ ਬਈ। ਹੈਲੋ, ਹਾਂਜੀ ਗਿਆਨੀ ਜੀ, ਉਹ ਪ੍ਰੋਬਲਮ ਹੈ ਮੇਰਾ ਖਿਆਲ, ਜਿੱਦਾਂ ਭੈਣ ਜਗਜੀਤ ਕੌਰ ਨੇ ਕਿਹਾ ਨਾ ਜੀ, ਮੈਂ ਕਿਵ ਸਚਾਰਾ ਗਰੁੱਪ ਵਿੱਚ
ਪਾ ਦਾਂਗਾ। ਤੁਸੀਂ ਕਿਵ ਸਚਾਰਾ ਦੇ ਵਿੱਚ ਪਾ ਦਿਓ ਤਾਂ ਠੀਕ ਆ, ਉਹਨਾਂ ਨੂੰ ਬਹੁਤਿਆਂ ਨੂੰ ਮਿਲ ਜਾਣੀ ਆ ਉਹ। ਕੋਈ ਨਾ, ਮੈਂ ਕਿਵ ਸਚਾਰਾ ਗਰੁੱਪ ਵਿੱਚ ਪਾ ਦੇਵਾਂਗਾ। ਪਲੀਜ਼ ਜੇ ਕਿਸੇ ਵੀਰ ਭੈਣ ਨੇ ਜਿਹਨੇ ਆਣਾ ਹੋਇਆ ਉਹ ਆ ਜਾਏ। ਮੈਨੂੰ ਵੀ ਪਾ ਦਿਓ ਭਾਈ ਸਾਹਿਬ, ਮੇਰੀ ਰਿਕੁਐਸਟ ਹੈਗੀ ਹੈ। ਮੈਂ ਮੋਰਨਿੰਗ ਬੋਲ ਕਿਵ ਸਚਾਰਾ ਗਰੁੱਪ ਦੇ ਵਿੱਚ ਪਾ ਦਾਂਗਾ। ਤੁਹਾਡਾ ਸ਼ੁਭ ਨਾਮ ਕੀ ਹੈ? ਮੋਹਿਨੀ, MOHINI। ਤੁਸੀਂ ਨਾ ਆਪਣਾ ਨੰਬਰ ਦੇ ਦਿਓ, ਭਾਵੇਂ ਕੁਲਦੀਪ ਕੌਰ ਭੈਣ ਨੂੰ ਜਾਂ ਨੂੰ। ਅੱਛਾ ਠੀਕ ਹੈ ਜੀ, ਥੈਂਕ ਯੂ। ਭੇਜ ਪੁਨੀਤ ਕੌਰ ਭੈਣ ਜੀ ਨੂੰ, ਇਹ ਤਿੰਨੇ ਚਾਰੇ ਨਾ ਤੁਹਾਨੂੰ ਐਡ ਕਰ ਸਕਦੇ ਨੇ, ਜਾਂ ਫਿਰ ਮੈਨੂੰ ਨੰਬਰ ਸੈਂਡ ਕਰ ਦਿਓ। ਮੈਂ ਅੱਛਾ, ਪੁਨੀਤ ਕੌਰ ਭੈਣ ਜੀ ਔਰ ਕੁਲਦੀਪ ਕੌਰ ਭੈਣ ਜੀ ਤੇ ਤਰਲੋਚਨ ਸਿੰਘ ਵੀਰ ਜੀ, ਇਹ ਤਿੰਨੇ ਹੀ ਐਡਮਿਨ ਹੈਗੇ ਨੇ। ਕੋਈ ਵੀ ਗਰੁੱਪ ਦੇ ਵਿੱਚ ਤੁਹਾਨੂੰ ਸ਼ਾਮਲ। ਅੱਛਾ ਜੀ, ਠੀਕ ਹੈ ਜੀ। ਸਾਡੇ ਨਾਲ ਹੋਰ ਵੀ ਵਾਲੰਟੀਅਰ ਹੈਗੇ, ਜਿੱਦਾਂ ਆਪਣੇ ਦਰਿੰਦਰ ਸਿੰਘ ਜੀ, ਉਹ ਵੀ ਕਹਿੰਦੇ ਕਿ ਮੈਂ ਭੇਜ ਦੂੰਗਾ ਤੁਹਾਨੂੰ। ਤੇ ਜਦੋਂ ਇਹਨਾਂ ਨੂੰ ਪਹੁੰਚ ਗਿਆ ਨਾ ਜੀ ਨੰਬਰ, ਇਹ ਤੁਹਾਨੂੰ ਭੇਜ ਦੇਣਗੇ ਜਿਹਨੂੰ ਵੀ ਜ਼ਰੂਰਤ ਹੋਊਗੀ। ਤੇ ਬਾਕੀ ਅਗਲੇ ਹਫਤੇ ਤੋਂ ਤਾਂ ਹੋਰ ਹੋ ਸਕਦਾ ਸਾਰਾ ਠੀਕ ਠਾਕ ਹੋ ਜਾਵੇ ਜੀ। ਤੇ ਹਾਂਜੀ ਕਰੋ ਜੀ, ਕਰੋ। ਹਾਂਜੀ, ਮੈਂ ਗਿਆਨੀ ਜੀ ਨੇ ਇੱਕ ਕੁਐਸਚਨ ਪੁੱਛਣਾ ਸੀ ਵਰਤਾਂ ਬਾਰੇ। ਵਰਤ ਬਾਰੇ ਕਾਫੀ ਗੁਰਬਾਣੀ ਦੇ ਵਿੱਚ ਨਿਖੇਧੀ ਕੀਤੀ ਗਈ ਹੈ, ਪਰ ਹੁਣ ਜਿਹੜੀ ਅੱਜ ਕੱਲ ਦੀ ਨਵੀਂ ਸਾਇੰਟਿਫਿਕ ਨੌਲੇਜ ਆ, ਉਹ ਕਹਿੰਦੇ ਆ ਕਿ ਵਰਤ ਤੁਹਾਡੀ ਬੋਡੀ ਨੂੰ ਕਲੈਂਜ਼ਿੰਗ ਲਈ ਕਾਫੀ ਗੁੱਡ ਨੇ। ਤੇ ਇਹਨਾਂ ਬਾਰੇ ਕੀ ਖਿਆਲ ਦਿੱਤਾ ਜਾਏਗਾ? ਮੈਂ ਨਾ ਸਮਝਿਆ ਨਹੀਂ, ਮੈਂ ਸਵਾਲ ਦੁਬਾਰਾ ਦੁਹਰਾਇਆ ਪਿਆ। ਹਾਂਜੀ, ਵਰਤ ਰੱਖਣ ਲਈ। ਹਾਂਜੀ, ਵਰਤ ਰੱਖਣ ਵਾਸਤੇ ਗੱਲ ਕਰ ਰਿਹਾ ਜੀ। ਕਾਫੀ ਗੁਰਬਾਣੀ ਮੁਤਾਬਕ ਨਿਖੇਧੀ ਕੀਤੀ ਗਈ ਹੈ ਗੁਰਬਾਣੀ ਵਿੱਚ। ਤੇ ਵਰਤਾਂ, ਹਾਂਜੀ ਮੈਂ ਸਮਝ ਗਿਆ। ਗੁਰਬਾਣੀ ਦੇ ਵਿੱਚ ਵਰਤਾਂ ਦੀ ਖੰਡਨ ਕੀਤਾ ਗਿਆ, ਧਰਮ ਨੂੰ ਨਾਲ ਜੋੜ ਕੇ ਵੀ ਧਰਮ ਦੇ ਨਾਲ ਸੰਬੰਧ ਨਹੀਂ ਹੈ ਵਰਤਾਂ ਦਾ ਕੋਈ ਵੀ। ਕਿ ਜੇ ਅਸੀਂ ਭੁੱਖੇ ਰਹਿੰਦੇ ਹਾਂ ਤੇ ਭੁੱਖੇ ਰਹਿਣ ਦੇ ਨਾਲ ਰੱਬ ਨਹੀਂ ਮਿਲੇਗਾ। ਭੁੱਖੇ ਰਹਿਣ ਦੇ ਨਾਲ ਤੁਹਾਡੀ ਮੈਂਟੈਲਿਟੀ ਵਿੱਚ ਕੋਈ ਫਰਕ ਨਹੀਂ ਪੈਣਾ। ਭੁੱਖੇ ਰਹਿਣ ਦੇ ਨਾਲ ਤੁਹਾਡਾ ਸਮਾਜ ਦਾ ਵਿਕਾਸ ਕੋਈ ਨਹੀਂ ਹੋਣਾ। ਭੁੱਖੇ ਰਹਿਣ ਨਾਲ ਰਿਸ਼ਵਤਖੋਰੀ ਖਤਮ ਨਹੀਂ ਹੋਣੀ। ਭੁੱਖੇ ਰਹਿਣ ਦੇ ਨਾਲ ਤੁਹਾਡੇ ਅੰਦਰੋਂ ਗੁੱਸਾ ਨਹੀਂ ਜਾਣਾ, ਤੁਹਾਡਾ ਕਰੈਕਟਰ ਉੱਚਾ ਨਹੀਂ ਹੋਣਾ। ਇਹਨਾਂ ਚੀਜ਼ਾਂ ਦਾ ਕੋਈ ਲਾਭ ਨਹੀਂ, ਆਤਮਿਕ ਲਾਭ ਸਾਨੂੰ ਕੋਈ ਨਹੀਂ। ਠੀਕ ਹੈ ਨਾ, ਕੋਈ ਵੀ ਆਤਮਿਕ ਲਾਭ ਨਹੀਂ। ਔਰ ਇੱਕ ਸੱਚਾਈ ਹੈ, ਮੰਨ ਲਓ ਕਿ ਮੈਂ ਅੱਜ ਵਰਤ ਰੱਖਿਆ, ਸਪੋਜ਼ ਮੈਂ ਸਵੇਰ ਦਾ ਕੁਛ ਖਾਧਾ ਪੀਤਾ ਨਹੀਂ, ਵਰਤ ਰੱਖਿਆ ਹੈ। ਤੁਸੀਂ ਮੈਨੂੰ ਮਾੜੀ ਜੀ ਗੱਲ ਕਹੀ ਤੇ ਮੈਂ ਕ੍ਰੋਧ ਦੇ ਨਾਲ ਤੁਹਾਨੂੰ ਟੁੱਟ ਕੇ ਪੈ ਗਿਆ, ਜਾਂ ਮੈਂ ਕਿਸੇ ਔਰਤ ਨੂੰ ਵੇਖ ਕੇ ਮੇਰੀ ਨਜ਼ਰ ਮੈਲੀ ਹੋ ਗਈ, ਕਿਸੇ ਦਾ ਸਮਾਨ ਮੈਂ ਚੋਰੀ ਚੁੱਕ ਲਿਆ, ਕਿਸੇ ਦੀ ਮੈਂ ਪ੍ਰੋਪਰਟੀ ਦਬਾ ਲਈ, ਤਾਂ ਵਰਤ ਰੱਖਣ ਦਾ ਫਾਇਦਾ ਨਾ ਹੋਇਆ ਕੋਈ ਵੀ। ਇਸ ਲਈ ਸਾਨੂੰ ਗੁਣਾਂ ਦੇ ਧਾਰਨੀ ਹੋਣ ਦਾ ਫਾਇਦਾ ਹੈ। ਜੇ ਮੇਰੇ ਅੰਦਰ ਸੱਚ ਆਵੇ, ਦਇਆ ਆਵੇ, ਪਿਆਰ ਆਵੇ, ਮੁਹੱਬਤ ਆਵੇ, ਤਾਂ ਇਹਨਾਂ ਚੀਜ਼ਾਂ ਦਾ ਸਾਨੂੰ ਲਾਭ ਹੈ। ਤੇ ਜਿਹੜੇ ਅਸੀਂ ਵਰਤ ਰੱਖਦੇ ਹਾਂ, ਮਤਲਬ ਵੈਸੇ ਸਰੀਰ ਵਾਸਤੇ, ਉਹ ਇੱਕ ਵੱਖਰੀ ਚੀਜ਼ ਹੈ ਵੀ ਖਾਣ ਪੀਣ ਤੇ ਸਾਨੂੰ ਕੰਟਰੋਲ ਰੱਖਣਾ ਚਾਹੀਦਾ, ਵੀ ਸਾਰਾ ਦਿਨ ਨਾ ਖਾਂਦੇ ਰਹੋ। ਹੁਣ ਪਿੱਛੇ ਅਸੀਂ 2 ਮਹੀਨੇ ਰੋਟੀ ਬਹੁਤ ਘੱਟ ਖਾਧੀ ਹੈ, ਮੈਂ ਆਪ ਵੀ, ਤੇ 8-9 ਦਿਨ ਅਸੀਂ ਰੋਟੀ ਖਾਧੀ ਨਹੀਂ ਬਿਲਕੁਲ, ਅਸੀਂ ਸੰਤਰੇ ਖਾਂਦੇ ਰਹੇ। ਤਾਂ ਉਹ ਇੱਕ ਵੱਖਰਾ ਟੌਪਿਕ ਹੈ, ਸਿਹਤ ਵਾਸਤੇ ਉਹ ਇੱਕ ਵੱਖਰੀ ਚੀਜ਼ ਹੈ। ਲੇਕਿਨ ਧਰਮ ਦੇ ਨਾਲ ਜੋੜ ਕੇ ਵਰਤ ਰੱਖਣ ਦਾ ਸਾਨੂੰ ਆਤਮਿਕ ਲਾਭ ਕੋਈ ਨਹੀਂ। ਗੁਰਬਾਣੀ ਵਿੱਚ ਜਿੱਥੇ ਨਿਖੇਧੀ ਕੀਤੀ ਨਾ ਆਤਮਿਕ ਜੀਵਨ ਨੂੰ ਲੈ ਕੇ, ਵੀ ਆਤਮਿਕ ਜੀਵਨ ਨਾਲ ਉਹਦਾ ਧਰਮ ਨਾਲ ਕੋਈ ਸੰਬੰਧ ਨਹੀਂ। ਵੀ ਜੇ ਤੁਸੀਂ ਵਰਤ ਰੱਖਦੇ ਹੋ, ਮੈਂ ਵਰਤ ਰੱਖਣਾ ਤੇ ਮੇਰੀ ਘਰ ਵਾਲੀ ਦੀ ਉਮਰ ਲੰਮੀ ਹੋਏ ਤੇ ਘਰ ਵਾਲੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾ ਲੈ, ਤੇ ਮੇਰੇ ਵਰਤ ਨਾਲ ਕੱਖ ਨਹੀਂ ਹੋਣਾ, ਉਹਨੇ ਮਰਨਾ ਹੀ ਮਰਨਾ, ਉਹਨੇ ਉਡਾ ਦੇਣਾ। ਮੇਰੀ ਘਰ ਵਾਲੀ ਨੇ ਰੱਖਿਆ ਹੋਇਆ ਕਰਵਾ ਚੌਥ ਦਾ ਵਰਤ, ਤੇ ਮੈਂ ਗਿੱਲੀ ਟਾਕੀ ਲੈ ਕੇ ਬਿਜਲੀ ਦੀਆਂ ਤਾਰਾਂ ਤੇ ਮਾਰਦਾ ਫਿਰਾਂ ਵੀ ਹੁਣ ਤੇ ਵਰਤ ਰੱਖਿਆ ਘਰ ਵਾਲੀ ਨੇ। ਨਹੀਂ, ਇਹਨਾਂ ਚੀਜ਼ਾਂ। ਹਾਂਜੀ, ਮੇਰਾ ਮਤਲਬ ਸੀ ਕਿ ਜੇ ਤੁਹਾਨੂੰ ਸਰੀਰਕ ਫਾਇਦਾ ਹੋ ਰਿਹਾ ਤਾਂ ਓਬਵੀਅਸਲੀ ਹੈ ਕਿ ਤੁਹਾਨੂੰ ਮਾਨਸਿਕ ਵੀ ਫਾਇਦਾ ਹੋ ਸਕਦਾ। ਕਿ ਜੇ ਤੁਸੀਂ ਸ਼ੁਭ ਗੁਣਾਂ ਦੇ ਧਾਰਨੀ ਆ ਤੇ ਸਾਨੂੰ ਮਾਨਸਿਕ ਆਤਮਿਕ ਲਾਭ ਹੋਏਗਾ। ਤੇ ਇਸ ਕਰਕੇ ਮਤਲਬ ਇਹਨਾਂ ਵਰਤਾਂ ਦਾ ਧਰਮ ਦੇ ਨਾਲ, ਰੱਬ ਦੀ ਪ੍ਰਾਪਤੀ ਨਾਲ ਜਾਂ ਗਿਆਨ ਦੀ ਪ੍ਰਾਪਤੀ ਨਾਲ ਕੋਈ ਸੰਬੰਧ ਨਹੀਂ। ਇਹ ਚੀਜ਼। ਧੰਨਵਾਦ। ਉਦਾਂ ਇੱਕ ਦਿਨ ਤੁਸੀਂ ਜੇ ਭੁੱਖੇ ਰਹਿ ਲਓ ਜਾਂ ਤੁਸੀਂ ਨਾ ਖਾਓ ਕੁਛ, ਉਹ ਤੁਹਾਡੇ ਪੇਟ ਨੂੰ ਫਾਇਦਾ ਹੋ ਸਕਦਾ। ਕਲੈਂਸਿੰਗ ਜਿੱਦਾਂ ਤੁਸੀਂ ਕਹਿੰਦੇ ਸੀਗੇ, ਉਹਦੇ ਨਾਲ ਫਾਇਦਾ ਜ਼ਰੂਰ ਹੋ ਸਕਦਾ, ਪਰ ਇਹ ਗਲਤ ਤਰੀਕੇ ਦੇ ਨਾਲ ਵਰਤੋਂ ਕਰਨ ਵਾਸਤੇ, ਜਿੱਦਾਂ ਵਰਤ ਰੱਖਣ ਦੇ ਨਾਲ ਉਹ ਮਨੌਤ ਜਿਹੜੀ ਸੀ ਉਹ ਗਲਤ ਸੀਗੀ। ਠੀਕ ਹੈ ਜੀ। ਹਾਂਜੀ, ਸਿਹਤ ਵਾਸਤੇ ਠੀਕ ਹੈ ਜੇ ਤੁਸੀਂ ਹਫ਼ਤੇ ਵਿੱਚ ਇੱਕ ਅੱਧਾ ਦਿਨ ਨਹੀਂ ਖਾਂਦੇ, ਉਹ ਗੱਲ ਵੱਖਰੀ ਹੈ, ਪਰ ਧਰਮ ਨਾਲ ਇਹਦਾ ਕੁਛ ਨਾ। ਉਹ ਸਾਡੇ ਕੋਲ ਵਰਤ ਰੱਖੇ ਨਹੀਂ ਜੀ ਹੁੰਦਾ। ਉਹ ਤਾਂ ਤਿੰਨ ਡੰਗ ਮੋਹਰੇ ਹੋ ਕੇ ਇੱਕ ਦੂਏ ਦੇ ਮੋਹਰੇ ਹੋ ਕੇ ਲੱਗੀ ਬਈ ਮੈਨੂੰ ਮਿਲਣਾ ਮਿਲੋ। ਅੱਛਾ ਗਿਆਨੀ ਜੀ, ਇੱਕ ਮੈਂ ਵੀ ਮਾੜਾ ਜਿਹਾ ਮਤਲਬ ਪੁੱਛ ਲਵਾਂ ਜੀ, ਅੱਗੇ ਗੱਲ ਹੋ ਚੁੱਕੀ ਵੈਸੇ ਇਹਦੇ ਬਾਰੇ ਪਹਿਲਾਂ, ਜਿੱਦਾਂ ਪਹਿਲੀ
ਪੰਕਤੀ ਅੱਜ ਸ਼ੁਰੂ ਹੋਈ ਸੀਗੀ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤੇ ਉਹ ਦੂਸਰੀ ਲਾਈਨ ਦਾ ਤਾਂ ਤੁਸੀਂ ਵਿਆਖਿਆ ਕਰ ਦਿੱਤੀ ਸੀ। ਮਾੜਾ ਜਿਹਾ ਤੁਸੀਂ, ਹੋ ਸਕਦਾ ਕੋਈ ਨਵੇਂ ਸਰੋਤੇ ਵੀ ਹੋਣਗੇ ਸਾਡੇ, ਅੱਗੇ ਇੱਕ ਵਾਰੀ ਰਿੱਧੀਆਂ ਸਿੱਧੀਆਂ ਬਾਰੇ ਗੱਲ ਹੋਈ ਸੀ, ਥੋੜਾ ਜਿਹਾ ਹੋਰ ਚਾਨਣਾ ਪਾ ਦੋਗੇ ਕਿ ਵੀ ਰਿੱਧੀਆਂ ਤੇ ਸਿੱਧੀਆਂ ਤੇ ਨੌ ਨਿਧੀਆਂ ਕੀ ਹੁੰਦੀਆਂ ਤੇ ਉਹਨਾਂ ਦਾ ਕੀ ਕਿਉਂ ਜ਼ਿਕਰ ਆਇਆ ਇਹਦੇ ਵਿੱਚ? ਹਾਂਜੀ। ਰਿੱਧੀਆਂ ਦਾ ਮਤਲਬ ਹੈਗਾ ਵੀ ਜਿਹੜੀਆਂ ਨਾ ਮਾਨਸਿਕ ਜੋ ਤਾਕਤਾਂ ਨੇ, ਮੈਂ 1 ਮਿੰਟ ਲਈ ਮੈਂ ਪੰਕਤੀ ਕੱਢ ਲਵਾਂ ਦੁਬਾਰਾ ਤੇ ਉਹ 1 ਮਿੰਟ ਮੈਂ ਪੰਕਤੀ ਕੱਢ ਲਵਾਂ। ਕੋਈ ਨਹੀਂ ਜੀ, ਕੋਈ ਨਹੀਂ। ਤੇ ਜਦ ਤੱਕ ਤੁਸੀਂ ਪੰਕਤੀ ਕੱਢ ਰਹੇ ਜੀ, ਮੈਂ ਸਾਰਿਆਂ ਸਰੋਤਿਆਂ ਨੂੰ ਦੱਸ ਦਿਆਂ ਕਿ ਅੱਜ ਫਰਾਈਡੇ ਹੈ ਜੀ, ਤੇ ਕੱਲ ਨੂੰ ਗਿਆਨੀ ਜੀ ਲਿੰਕ ਭੇਜ ਦੇਣਗੇ। ਕੱਲ ਨੂੰ ਜਿਹੜੀ 12 ਮਾਹ ਦੀ ਕਥਾ ਹੋਣੀ ਆ, ਉਹਨਾਂ ਨੂੰ ਜਿਹਨਾਂ ਨੂੰ ਲਿੰਕ ਆ ਜਾਣਗੇ ਉਹ ਜੁਆਇਨ ਕਰ ਲੈਣਗੇ ਜ਼ਰੂਰ। ਤੇ ਵੈਸੇ ਅਸੀਂ ਮੰਡੇ ਟੂ ਫਰਾਈਡੇ ਜਿਹੜਾ ਪ੍ਰੋਗਰਾਮ ਰੱਖਿਆ ਸਾਡਾ ਡੇਲੀ ਬੇਸ ਤੇ ਉਹ ਪ੍ਰੋਗਰਾਮ ਚੱਲੂਗਾ। ਅਸੀਂ ਮੰਡੇ ਨੂੰ ਮੁੜ ਕੇ ਹਾਂਜੀ ਗਿਆਨੀ ਨਿਕਲਿਆ ਜੀ ਆਪਣਾ। ਹਾਂਜੀ, ਪ੍ਰਭ ਕੇ ਸਿਮਰਨ ਰਿੱਧ, ਰਿੱਧ ਦਾ ਮਤਲਬ ਹੈਗਾ ਧਨ ਸੰਪਦਾ। 2-3 ਅਰਥ ਦਿੱਤੇ ਨੇ। ਰਿੱਧ ਸੰਗਿਆ ਹੈਗੀ ਵਿਭੂਤੀ ਯਾਨੀ ਸੰਪਦਾ, ਆ ਜਿਹੜੀ ਸਾਡੀ ਪ੍ਰੋਪਰਟੀ ਹੁੰਦੀ ਹੈ। ਤੇ ਦੂਜਾ ਅਰਥ ਦਿੱਤਾ ਹੈ ਕਾਮਯਾਬੀ, ਸਫਲਤਾ। ਤੀਜਾ ਹੈਗਾ ਉੱਨਤੀ ਜਾਂ ਤਰੱਕੀ। ਤਾਂ ਰਿੱਧ ਦਾ ਅਸੀਂ ਮਤਲਬ ਹੈਗਾ ਵੀ ਜਿੰਨੀ ਵੀ ਸਾਡੀ ਧਨ ਸੰਪਦਾ ਹੈਗੀ ਹੈ, ਰਿੱਧ ਸਿੱਧੀ ਵਗੈਰਾ। ਤੇ ਸਿੱਧੀ ਜਿਹੜੀ ਹੈ, ਸਿੱਧ ਵਾਸਤੇ ਜੋ ਮਹਾਨ ਕੋਸ਼ ਦੇ ਅੰਦਰ ਦਿੱਤਾ, ਮੈਂ ਤੁਹਾਨੂੰ ਉਹ ਦੱਸ ਰਿਹਾ ਹਾਂ। ਸਿੱਧ ਦਾ ਮਤਲਬ ਹੈਗਾ ਸਿੱਧੀ, ਕਰਾਮਾਤ, ਪ੍ਰਭ ਕੇ ਸਿਮਰਨ। ਤੇ ਸਿੱਧ ਦਾ ਮਤਲਬ ਮੁਕਤੀ ਵੀ ਹੈ। ਦੂਜਾ ਅਰਥ ਸਿੱਧ ਦਾ ਕਾਮਯਾਬੀ ਹੈਗਾ, ਕੰਮ ਵਿੱਚ ਸਫਲਤਾ। ਤੀਜਾ ਅਰਥ ਹੈਗਾ ਮੁਕਤੀ। ਚੌਥਾ ਅਰਥ ਹੈਗਾ ਬੁੱਧੀ। ਪੰਜਵਾਂ ਅਰਥ ਹੈਗਾ ਸੰਪਦਾ। ਛੇਵਾਂ ਅਰਥ ਹੈਗਾ ਵਿਜੇ ਜਾਂ ਜਿੱਤ। ਤੇ ਇਹਦਾ ਅਰਥ 8 ਵੀ ਹੁੰਦਾ ਹੈ। ਇਸ ਤਰ੍ਹਾਂ ਸਿੱਧ ਦੇ 8 ਅਰਥ ਜਿਹੜੇ ਨੇ ਗੁਰਬਾਣੀ ਦੇ ਵਿੱਚ ਦਿੱਤੇ ਨੇ। ਪਰ ਇੱਥੇ ਸਿੱਧ ਦਾ ਮਤਲਬ ਹੈਗਾ ਸਫਲਤਾ, ਜਿਹੜੀਆਂ ਅਸੀਂ ਸਿੱਧੀਆਂ ਕਹਿੰਦੇ ਹਾਂ, ਕਰਾਮਾਤੀ ਤਾਕਤਾਂ। ਤੇ ਨੌ ਨਿਧ ਦਾ ਮਤਲਬ ਹੈਗਾ ਜਿਹੜੀਆਂ ਖਜ਼ਾਨੇ ਨੇ ਸਾਡੇ ਸਾਰੇ, ਟੋਟਲ ਜਿਹੜੇ ਕੁਬੇਰ ਦੇ ਖਜ਼ਾਨੇ ਗਿਣੇ ਜਾਂਦੇ ਨੇ, ਉਹਨਾਂ ਨੂੰ 9 ਪ੍ਰਕਾਰ ਦੇ ਕਹਿ ਦਿੰਦੇ ਨੇ ਖਜ਼ਾਨੇ। ਤੇ ਉਹ ਜਿਹੜਾ ਹੈ ਇੱਥੇ ਸਾਨੂੰ ਦਿੱਤਾ ਹੈ ਦਇਆ ਦਾ ਖਜ਼ਾਨਾ, ਭੰਡਾਰ, ਆਧਾਰ, ਸਮੁੰਦਰ, ਇਹਦਾ ਅਰਥ ਦਿੱਤਾ ਹੈ। ਔਰ ਮਹਾਨ ਕੋਸ਼ ਦੇ ਵਿੱਚ ਇਹਦਾ ਅਰਥ ਦਿੱਤਾ ਹੈ ਨਿਧ ਦਾ ਖਜ਼ਾਨਾ। ਦੂਜਾ ਅਰਥ ਹੈਗਾ ਦੱਬਿਆ ਹੋਇਆ ਧਨ। ਤੀਜਾ ਹੈਗਾ ਕੁਬੇਰ ਦੇ 9 ਖਜ਼ਾਨੇ। ਚੌਥਾ ਹੈਗਾ 9 ਗਿਣਤੀ। ਪੰਜਵਾਂ ਅਰਥ ਹੈਗਾ ਸਮੁੰਦਰ। ਛੇਵਾਂ ਇਹਦਾ ਅਰਥ ਹੈਗਾ ਘਰ। ਤਾਂ ਇਹਦਾ ਮਤਲਬ ਟੋਟਲ ਜਿਹੜਾ ਮਤਲਬ ਹੈ ਇਹਦਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਸਿਮਰਨ ਦੇ ਨੰਨੇ ਨਾਲ ਸਿਹਾਰੀ ਹੈ। ਸਿਮਰਨ ਵਿੱਚ ਯਾਨੀ ਰੱਬ ਦੀ ਜਿਹੜੀ ਯਾਦ ਹੈ ਨਾ, ਉਹਦੇ ਵਿੱਚ ਹੀ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਵੱਖਰੀ ਕਿਸੇ ਰਿੱਧੀ ਸਿੱਧੀ ਦੀ ਜ਼ਰੂਰਤ ਨਹੀਂ ਹੈਗੀ। ਇੱਕ ਮਨੌਤਾਂ ਨੇ, ਸਿਰਫ ਇਹ ਮਨੌਤਾਂ ਨੇ, ਦੂਜੇ ਲੋਕਾਂ ਨੇ ਮੰਨੀਆਂ ਨੇ, ਪਰ ਗੁਰਮਤਿ ਇਹਨਾਂ ਨੂੰ ਪ੍ਰਵਾਨਗੀ ਨਹੀਂ ਦਿੰਦੀ। ਗੁਰੂ ਜੀ ਕਹਿੰਦੇ ਨੇ ਵੀ ਰੱਬ ਦੀ ਯਾਦ ਹੀ ਰਿੱਧੀਆਂ ਸਿੱਧੀਆਂ ਨੌ ਨੇ। ਰੱਬ ਦੇ ਹੁਕਮ ਵਿੱਚ ਚੱਲ ਕੇ ਹੀ ਤੁਸੀਂ ਸਫਲਤਾ ਪਾ ਸਕਦੇ ਹੋ। ਰੱਬ ਦੇ ਹੁਕਮ ਵਿੱਚ ਚੱਲ ਕੇ ਹੀ ਤੁਸੀਂ ਧਨ ਦੌਲਤ ਲੈ ਸਕਦੇ ਹੋ। ਰੱਬ ਦੇ ਹੁਕਮ ਵਿੱਚ ਚੱਲ ਕੇ ਹੀ ਤੁਸੀਂ ਖਜ਼ਾਨੇ ਇਕੱਠੇ ਕਰ ਸਕਦੇ ਹੋ, ਹੁਕਮ ਤੋਂ ਬਾਹਰ ਨਹੀਂ। ਹਾਂਜੀ ਵੀਰ ਜੀ, ਠੀਕ ਹੈ ਜੀ, ਥੈਂਕ ਯੂ ਜੀ। ਮੈਂ ਇਸ ਕਰਕੇ ਕਿਹਾ ਸੀਗਾ ਜੀ, ਕਿਉਂਕਿ ਸਾਡੀਆਂ ਜਿੱਦਾਂ ਤੁਸੀਂ ਮਨੌਤਾਂ ਦੀ ਗੱਲ ਕਰਦੇ ਆ, ਉਹਦੇ ਵਿੱਚ ਇਸ ਤਰ੍ਹਾਂ ਸਮਝਾਇਆ ਜਾਂਦਾ ਹੁੰਦਾ ਸੀਗਾ ਪਹਿਲਾਂ, ਹੁਣ ਤਾਂ ਥੋੜੀ ਕਲੀਅਰ ਹੋਈ ਜਾਂਦੀ ਹੈ ਕਿ ਜੇ ਤੁਸੀਂ ਜਿੱਦਾਂ ਇਹਨੂੰ ਮੰਤਰਾਂ ਦੇ ਤੌਰ ਤੇ ਪੜ੍ਹੀ ਜਾਓਗੇ, ਰਿੱਧੀਆਂ ਸਿੱਧੀਆਂ ਤੁਹਾਡੇ ਅੱਗੇ ਪਿੱਛੇ ਫਿਰਦੀਆਂ ਰਹਿਣਗੀਆਂ। ਉਹਦੇ ਨਾਲ ਤੁਹਾਨੂੰ ਸਾਰੀਆਂ ਹੀ ਤਾਕਤਾਂ ਪ੍ਰਾਪਤ ਹੋ ਜਾਣਗੀਆਂ ਜੇ ਤੁਸੀਂ ਇਹ ਮੰਤਰ ਪੜ੍ਹੀ ਜਾਓਗੇ। ਪਰ ਇਕੱਲੇ ਮੰਤਰ ਪੜ੍ਹਨ ਦੇ ਨਾਲ ਨਹੀਂ, ਇਹ ਮਤਲਬ ਤੁਹਾਨੂੰ ਮੰਨਣਾ ਪੈਣਾ ਕਿ ਰੱਬ ਦੇ ਜਿਹੜੇ ਨਿਯਮ ਆ, ਅਸੂਲ ਹੈਗੇ ਆ, ਕੁਦਰਤ ਦੇ ਅਸੂਲ ਆ, ਉਹਨਾਂ ਦੇ ਵਿੱਚ ਚੱਲ ਕੇ ਕਰੋਗੇ, ਜਿੰਨੀ ਮਿਹਨਤ ਕਰ ਲਓਗੇ ਉਹਨਾਂ ਤੁਹਾਨੂੰ ਫਲ ਜ਼ਰੂਰ ਮਿਲ ਜਾਊਗਾ। ਪਰ ਇਕੱਲੇ ਮੰਤਰ ਪੜ੍ਹਨ ਦੇ ਨਾਲ ਗੱਲ ਨਹੀਂ ਬਣਨੀ। ਹਾਂਜੀ, ਇੱਕ ਤਾਂ ਵੀਰ ਜੀ ਇਹ, ਤੇ ਦੂਜਾ ਨਹੀਂ ਜਿਵੇਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਕਮਾ ਹੈ, ਉਹਦਾ ਨਾ ਅਸਲ ਦੇ ਵਿੱਚ ਅਰਥ ਸਮਝਣ ਦੇ ਵਿੱਚ ਪ੍ਰੋਬਲਮ ਆਈ ਹੈ। ਅਸੀਂ ਸਮਝਦੇ ਵੀ ਸਾਡੇ ਪਿੱਛੇ ਰਿੱਧੀਆਂ ਸਿੱਧੀਆਂ ਲੱਗੀਆਂ ਫਿਰਦੀਆਂ ਨੇ, ਵੀ ਦੱਸੋ ਕੀ ਚਾਹੁੰਦੇ ਹੋ। ਗੱਲ ਉੱਥੇ ਇਹ ਨਹੀਂ ਹੈ। ਜਿਵੇਂ ਨਾ ਮੰਨ ਲਓ ਮੈਂ ਤੁਹਾਨੂੰ ਕਿਸੇ ਬੰਦੇ ਦੀ ਗੱਲ ਕਵਾਂ ਵੀ ਯਾਰ ਉਹ ਬੰਦਾ ਬੜਾ ਵੱਡਾ ਹੈ, ਤੇ ਤੁਸੀਂ ਅੱਗੋਂ ਪਤਾ ਕਿ ਉਹ ਭਾਈ ਸਾਹਿਬ ਕਿਹਦੀ ਗੱਲ ਕਰਦੇ, ਉਹਦੇ ਵਰਗੇ ਤੇ 36 ਤੁਰੇ ਫਿਰਦੇ ਨੇ ਉਹਦੇ ਪਿੱਛੇ। 36 ਦਾ ਮਤਲਬ ਇਹ ਨਹੀਂ ਕਿ 35 ਨਹੀਂ ਹੈਗੇ ਜਾਂ 37 ਨਹੀਂ ਹੈਗੇ।
36 ਦਾ ਮਤਲਬ ਇਹ ਹੁੰਦਾ ਹੈ ਵੀ ਉਹਨਾਂ ਚੀਜ਼ਾਂ ਦੀ ਵੈਲਿਊ ਕੋਈ ਨਹੀਂ, ਉਹਦੇ ਵਰਗੇ 36 ਤੁਰੇ ਫਿਰਦੇ, ਮੀਨਸ ਕਿ ਉਸ ਬੰਦੇ ਦੀ ਕੋਈ ਵੈਲਿਊ ਨਹੀਂ ਹੈ, ਫਲਾਣੇ ਬੰਦੇ ਹੈਗੇ। ਤਾਂ ਪ੍ਰਭ ਕੇ ਸਿਮਰਨ ਨੌ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰਿ ਹਿਰਦੇ ਸਦਾ ਕਮਾਹੇ। ਇਹਦਾ ਮੀਨਿੰਗ ਇਹ ਹੈਗਾ ਕਿ ਰੱਬ ਦੇ ਗੁਣਾਂ ਦੇ ਸਾਹਮਣੇ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਅਸਲੀ ਮੀਨਿੰਗ ਉਹਦਾ ਇਹ ਹੈ ਕਿ ਰੱਬ ਦੇ ਜਿੱਥੇ ਗੁਣ ਨੇ ਉੱਥੇ ਨਾਰੀਆਂ ਸਿੱਧੀਆਂ ਦੀ ਕੋਈ ਟੁੱਟੀ ਦਵਾਨੀ ਦੀ ਵੈਲਿਊ ਨਹੀਂ ਹੈ। ਇਹ ਸਭ ਐਵੇਂ ਨੇ ਕਰਦੀਆਂ ਨੇ, ਕਿਉਂਕਿ ਹੈ ਨਹੀਂ। ਜੇ ਐਸੀਆਂ ਕਰਾਮਾਤਾਂ ਹੋਣ ਤੇ ਜਿੰਨੇ ਵੀ ਤਮਾਸ਼ੇ ਵਿਖਾਉਣ ਵਾਲੇ ਨੇ ਜਾਂ ਹੋਰ ਬਾਬੇ ਨੇ, ਉਹਨਾਂ ਨੂੰ ਫਿਰ ਮੰਗਣ ਦੀ ਕੀ ਲੋੜ ਹੈ ਵੀ ਸਿੰਘਾ ਉੱਥੇ ਕਮਰੇ ਦੀ ਲੋੜ ਹੈ, ਫਿਰ ਤੇ ਉਹ ਮੰਤਰ ਮਾਰਨ ਤੇ ਆਪਣਾ ਮਹਿਲ ਸਾਰ ਲੈਣ। ਪਰ ਐਸਾ ਹੁੰਦਾ ਨਹੀਂ ਨਾ। ਫਿਰ ਉਹਨਾਂ ਬਾਬਿਆਂ ਨੂੰ ਕੀ ਲੋੜ ਹੈ ਵੀ ਬੀਬੀਓ ਸੇਵਾ ਦੀ ਲੋੜ ਹੈ, ਪਰੌਂਠੇ ਅੱਜ ਬਣਾਉਣ ਨੇ, ਫਿਰ ਤੇ ਬਾਬਾ ਜੀ ਸਮਾਧੀ ਲਾਉਣ ਤੇ ਪਰੌਂਠਿਆਂ ਦਾ ਢੇਰ ਲੱਗ ਜਾ। ਪਰ ਐਵੇਂ ਨਹੀਂ ਨਾ ਹੁੰਦਾ। ਤਾਂ ਇਹਨਾਂ ਨੂੰ ਹੇਚ ਦੱਸਿਆ ਨਾਮ ਦੇ ਮਤਲਬ ਹੁਕਮ ਦੇ ਸਾਹਮਣੇ। ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ। ਜੀ ਤੁਸੀਂ ਕੋਈ ਗਲਤ ਨਹੀਂ ਕਰਨੀ ਤੁਸੀਂ। ਹਾਂਜੀ, ਮੈਂ ਇਹ ਕਹਿਣਾ ਸੀ ਗਿਆਨੀ ਜੀ ਨੂੰ ਕਿ ਵੀ ਜਿਹੜਾ ਲਿੰਕ ਪਾਣਾ ਉਹ ਅਮਰੀਕਾ ਦੇ ਟਾਈਮ ਦੇ ਹਿਸਾਬ ਨਾਲ ਪਾਣੇ ਨਾ ਹੋਵੇ, ਨਾ ਤੁਹਾਡੇ ਹਿਸਾਬ ਨਾਲ ਪਾਣ ਤੇ ਸਾਰੀ ਕਥਾ ਹੀ ਲੰਘ ਜਾਏ ਸਾਡੇ ਵਾਸਤੇ। ਇਹ ਭੈਣ 2:15 ਤੋਂ 3:15 ਮੈਂ ਸਿਰਫ ਹਾਂਜੀ ਜਿਹੜਾ ਇਹ ਸੇਮ ਟਾਈਮ ਇਹੀ ਹੋਏਗਾ ਇੰਗਲੈਂਡ ਦੇ ਹਿਸਾਬ ਨਾਲ। ਨਹੀਂ, ਉਹ ਤਰਲੋਚਨ ਵੀਰ ਜੀ ਨੇ ਕਿਹਾ ਸੀ ਨਾ ਵੀ ਕੱਲ ਪਾ ਦੇਣਗੇ। ਮੈਂ ਕਿਹਾ ਕੱਲ ਸਾਡੇ ਵਾਸਤੇ ਲੇਟ ਨਾ ਹੋ ਜਾਏ, ਕਿਉਂਕਿ ਸਾਡੇ 9 ਵਜੇ ਦਿਨ ਤੇ ਉਸ ਤੋਂ ਬਾਅਦ ਤੁਹਾਡੇ 2 ਵਜੇ ਦਿਨ, ਤੇ ਤੁਸੀਂ ਅਗਰ ਉਸ ਤੋਂ ਬਾਅਦ ਪਾਓਗੇ ਤੇ ਅਸੀਂ ਮਿਸ ਕਰ ਜਾਵਾਂਗੇ। ਨਹੀਂ ਨਹੀਂ, ਇਹ ਸੇਮ ਟਾਈਮ ਹੋਏਗਾ। ਤੇ ਮੈਂ ਨਾ ਅੱਜ ਉਸ ਮੁੰਡੇ ਨਾਲ ਗੱਲ ਕਰਕੇ ਨਾ ਉਹ ਲੈ ਕੇ ਉੱਤੇ ਮੈਂ ਫਿਰ ਛੁੱਟੀ ਪਾ ਦੂੰਗਾ। ਤਾਂ ਅੱਜ ਹੀ ਲਿੰਕ ਪਾ ਦੇਣਾ ਮਿਹਰਬਾਨੀ ਕਰਕੇ। ਅੱਜ ਹੀ ਪਾ ਦੂੰਗਾ, ਮੈਂ ਟਰਾਈ ਕਰਾਂਗਾ ਅੱਜ ਹੀ ਪਾ ਦੂੰਗਾ। ਮੈਂ ਉਹੀ ਬੇਨਤੀ ਕਰਨ ਲੱਗਾ ਸੀਗਾ ਗਿਆਨੀ ਜੀ ਨੂੰ ਕਿ ਤੁਸੀਂ ਅੱਜ ਉਹਨਾਂ ਨਾਲ ਕੰਟੈਕਟ ਕਰਕੇ ਨੰਬਰ ਲੈ ਕੇ ਤਾਂ ਉਸ ਗਰੁੱਪ ਦੇ ਵਿੱਚ ਪਾ ਦਿਓ, ਤਾਂ ਕਿ ਕੱਲ ਤਾਈਂ ਉਡੀਕ ਨਾ ਕਰਨ। ਜਿਨ੍ਹਾਂ ਨੇ ਜੋੜਨਾ ਹੋਇਆ ਉਹਨਾਂ ਦੇ ਕੋਲ ਐਡਵਾਂਸ ਦੇ ਵਿੱਚ ਚਲੇ ਜਾਊਗੀ, ਔਰ ਇੱਕ ਦੂਸਰੇ ਨੂੰ ਉਹ ਭੇਜ ਦੇਣਗੇ ਜੇ ਕਿਸੇ ਕੋਲ ਕੋਈ ਨੰਬਰ ਨਾ ਵੀ ਹੋਇਆ। ਤੇ ਦੂਸਰੀ ਗੱਲ ਭੈਣ ਜੀ ਚੇਤਾ ਇਹੀ ਰੱਖਣ ਵਾਲੀ ਹੈ ਕਿ ਜਿਹੜਾ ਟਾਈਮ ਹੋਊਗਾ ਉਹ ਸੇਮ ਟਾਈਮ ਹੀ ਆ, ਜਿੱਦਾਂ ਇੱਥੇ ਆਪਾਂ ਸ਼ੁਰੂ ਹੁੰਦੇ 2 ਵਜੇ, ਪਰ ਇਹ ਯਾਨੀ ਜੀ 2:15 ਵਜੇ ਆਉਣ। ਹਾਂਜੀ 2:15 ਤੋਂ। ਹਾਂਜੀ ਠੀਕ ਹੈ ਜੀ। ਜਿਹਨੇ ਵੀ ਹੋਸਟ ਕਰਨੀ ਹੈ ਜੀ ਉਹਨਾਂ ਨੂੰ 5-10 ਮਿੰਟ ਭਾਵੇਂ ਪਹਿਲਾਂ ਕਰ ਲੈਣ, ਕੋਈ ਗੱਲ ਨਹੀਂ, ਜੁੜ ਜਾਣਗੇ ਨਾਲ ਤਾਂ ਵੇਟ ਕਰ ਲੈਣਗੇ 5-10 ਮਿੰਟ। ਹਾਂਜੀ, ਆਪਾਂ 2 ਵਜੇ ਆਪਾਂ ਕਰ ਦਾਂਗੇ ਇੱਥੇ, ਜਿਸ ਤਰ੍ਹਾਂ ਇੱਥੇ ਕਰਦੇ ਹਾਂ ਕੰਪਿਊਟਰ ਆਨ ਕਰ ਦੇਣਾ। ਹਾਂਜੀ 2:05 ਤੇ 2:10 ਤੇ ਆਪਾਂ। ਹਾਂਜੀ ਹਾਂਜੀ, ਤੇ ਉਸ ਹਿਸਾਬ ਨਾਲ ਫਿਰ ਤੁਸੀਂ ਲਿੰਕ ਲੈ ਕੇ ਤਾਂ ਜੁੜ ਜਾਇਓ। ਤੇ ਕਿਵਸ ਚਾਰਾ ਹੋਈ ਵਾਲਾ ਜਿਹੜਾ ਗਰੁੱਪ ਹੈਗਾ ਉਹਦੇ ਵਿੱਚ ਪਾ ਦੇਣਗੇ ਗਿਆਨੀ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਅਸੀਂ ਜਿਹੜਾ ਕਿਵਸ ਚਾਰਾ ਗਰੁੱਪ ਹੈਗਾ ਉਹਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਮੈਂ ਕਥਾ ਪਾਣੀ ਸ਼ੁਰੂ ਕਰਤੀ ਹੈ। ਜਿਵੇਂ ਪਹਿਲੋਂ ਜਪਜੀ ਸਾਹਿਬ ਤੇ ਤੁਸੀਂ ਸੁਣ ਲਿਆ ਸੀ, ਰਹਿਰਾਸ ਦੀ ਪਾ ਦਿੱਤੀ ਸੀ, ਸੋਹਿਲੇ ਦੀ ਪੈ ਗਈ, ਤੇ ਹੁਣ ਅਗਲਾ ਸ੍ਰੀ ਰਾਗ ਦਾ ਪਹਿਲਾ ਸ਼ਬਦ ਮੈਂ ਪਾ ਦਿੱਤਾ ਸੀ ਵਿੱਚ ਆਪਣਾ ਮੋਤੀ ਤਾਂ ਮੰਦਰ ਉਸਰੇ। ਤਾਂ ਹੁਣ ਮੈਂ ਟਰਾਈ ਕਰਾਂਗਾ ਕਿ 1-2 ਦਿਨ ਬਾਅਦ ਮੈਂ ਦੂਜਾ ਤੀਜਾ ਸ਼ਬਦ ਲੜੀਵਾਰ ਵੀ ਮੈਂ ਪਾਉਂਦਾ ਰਹਾਂਗਾ। ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਕਿਵਸ ਚਾਰਾ ਗਰੁੱਪ ਦੇ ਵਿੱਚ ਲਿਖ ਕੇ ਜਾਂ ਤੁਸੀਂ ਬੋਲ ਕੇ ਤੇ ਆਪਣਾ ਮੈਸੇਜ ਛੱਡ ਕੇ ਪੁੱਛ ਸਕਦੇ ਹੋ। ਬਾਕੀ ਹੋਰ ਜਿਹੜੀਆਂ ਪੋਸਟਾਂ ਨੇ ਉਹ ਪਾਉਣ ਦੀ ਕਿਰਪਾ ਨਾ ਕਰੋ ਕਿ ਧੰਨਵਾਦ ਜਾਂ ਫਤਿਹ ਜਾਂ ਗੁੱਡ ਮਾਰਨਿੰਗ ਵਗੈਰਾ ਉਹ ਨਾ ਪਾਓ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਧੰਨਵਾਦ ਜੀ ਗਿਆਨੀ ਜੀ, ਧੰਨਵਾਦ ਤੁਹਾਡਾ। ਇਹ ਵੀ ਧੰਨਵਾਦ ਹੈ ਜੀ ਜਿਹੜੀ ਤੁਸੀਂ ਨਵੀਂ ਸਿਰੋਂ ਆਪਣੇ ਕਿਵਸ ਚਾਰਾ OVA ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਸ਼ੁਰੂ ਕਰਨ ਲੱਗੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਸਾਰੇ ਲਾਹਾ ਲਓ ਇਸ ਚੀਜ਼ ਦਾ ਵੀ। ਤੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ। ਅੱਜ ਵੀ ਜਿੰਨੀ ਕੁ ਡਿਸਟਰਬੈਂਸ ਹੋਈ ਆ ਉਹਦੇ ਬਾਰੇ ਅਸੀਂ ਮਾਫੀ ਮੰਗਦੇ ਹਾਂ। ਕੋਸ਼ਿਸ਼ ਕਰਾਂਗੇ ਇਹਨੂੰ ਠੀਕ ਕਰਨ ਦੀ ਜਿੰਨੀ ਛੇਤੀ ਹੋ ਸਕਦਾ। ਤੇ ਜਿੱਦਾਂ ਕਹਿੰਦੇ ਤਾਂ ਬੇਅਰ ਵਿਦ ਅਸ। ਤੇ ਆਪਾਂ ਬਾਕੀ ਸਾਰੇ ਜਣੇ ਸੋਮਵਾਰ ਨੂੰ ਆਵਾਂਗੇ ਜੀ 2 ਵਜੇ ਮੁੜ ਕੇ ਫੇਰ ਇੱਦਾਂ ਹੀ। ਤੇ ਕੱਲ ਨੂੰ ਜਿਹਨਾਂ ਨੇ ਜੁੜ ਸਕਦੇ ਕੱਲ ਨੂੰ ਜੁੜ ਜਾਣ। ਤੇ ਹੁਣ ਬੁਲਾਓ ਫਤਿਹ ਜੀ, ਛੁੱਟੀਆਂ ਲਈਏ 2 ਦਿਨ, ਹੱਸਦੇ ਖੇਲਦੇ ਮੁੜ ਕੇ ਆਓ ਮੰਡੇ ਨੂੰ। ਤੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।